महला दूजा। एक कृष्णन सर्वदेवा देव देवा तात्मा। एक कृष्ण सर्वदेवा देवे ਨੂੰ देखो करना ਲੱਗਿਆ ਹੋਇਆ ਹੁਣ देव ਨੂੰ करना नहीं है देवा ਨੂੰ करना ਜਿਹੜਾ देवा है देव देवा दो हो गए दाल हो गई देवा शरीर ਦੇ ਵਿੱਚ ਹੈ ਜਿਹੜਾ ਜੀ ਹੈ ਨਾ ਜੀ ਜੀਵਾਤਮਾ ਇਹ ਦੇਵ ਹੈ ਇਹਦੇ ਅੰਦਰ ਦੇਵ ਹੈ ਦੇਵੇ ਦੇ ਅੰਦਰ ਹੈ ਜਿਹਦੀ ਸੂਰਜ ਦੀ ਜਿਹੜੀ ਧੁੱਪ ਹੈ ਲਾਈਟ ਹੈ ਜੋਤ ਹੈ ਉਹ ਦੇਵਾ ਹੈ ਸੂਰਜ ਦੇਵ ਹੈ ਸੂਰਜ ਲਾਈਟ ਦੇ ਰਿਹਾ ਹੈ ਜਿੱਥੋਂ ਕੋਈ ਚੀਜ਼ ਪੈਦਾ ਹੁੰਦੀ ਹੈ ਉਹ ਦੇਵ ਹੈ ਅੰਤਰਦੇਵ ਨਾ ਜਾਣਿਆ ਹਿੰਦੂ ਨਾ ਨਹੀਂ ਜਾਣਦਾ ਕਿ ਇਹਦੇ ਅੰਦਰ ਦਾ ਇਹਦੇ ਦੇਵਤਾ ਇਹਦੇ ਆਪਣੇ ਅੰਦਰ ਹੈ ਔਰ ਜਿੱਥੇ ਤੱਕ ਦੇਵਤੇ ਦਾ ਸਵਾਲ ਹੈ ਦੇਵਤਾ ਜਿਹਨੂੰ ਕਹਿੰਦੇ ਉਹ ਆਦਮੀ ਹੈ ਦੇਵਤਾ ਤਾਂ ਖੁਦ ਆਦਮੀ ਹੈ ਆਦਮੀ ਦੇਵਤਾ ਵੀ ਹੋ ਸਕਦਾ ਹੈ ਰਾਖਸ਼ ਵੀ ਹੋ ਸਕਦਾ ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਜੰਮਿਆ ਮਾਨਸ ਹੈ ਜੰਮਦਾ ਮਾਨਸ ਹੈ ਚਾਹੇ ਦੇਵਤਾ ਬਣ ਜਾਵੇ ਚਾਹੇ ਰਾਖਸ਼ ਬਣ ਜਾਵੇ ਕਬੁੱਧ ਲੈ ਲਈ ਦੁਰਮਤ ਸੁਣ ਲਈ ਦੁਰਮਤ ਮੰਨ ਲਈ ਰਾਖਸ਼ ਬਣ ਗਿਆ ਗੁਰਮਤ ਸੁਣ ਲਈ ਦੇਵਤਾ ਬਣ ਗਿਆ ਆਪਣਾ ਜੋ ਕੰਮ ਕਰਨਾ ਆਇਆ ਉਹ ਕਰਨ ਲੱਗ ਗਿਆ ਜੰਮਦਾ ਹੀ ਜਿਵੇਂ ਧਰੂ ਪ੍ਰਹਲਾਦ ਨੇ ਕਰ ਲਿਆ ਬਚਪਨ ਤੇ ਹੀ ਤਾਂ ਉਹ ਦੇਵਤਾ ਸ਼ੁਰੂ ਤੋਂ ਹੀ ਦੇਵਤਾ ਜੇ ਉਲਟੇ ਰਾਹ ਪੈ ਗਿਆ ਬਾਹਰ ਟੋੜਨ ਲੱਗ ਗਿਆ ਧਰਮ ਦੀ ਪੜ੍ਹਾਈ ਉਲਟੀ ਪੜ੍ਹ ਲਈ ਜਿਹੜੇ ਬਾਹਰ ਕਹਿੰਦੇ ਨੇ ਬਾਹਰ ਹੈ ਮੈਂ ਕੁਝ ਕਰ ਸਕਦਾ ਮੈਂ ਕਰਦਾ ਮੈਂ ਦਾਨ ਕਰਦਾ ਮੈਂ ਪੁੰਨ ਇਹ ਰਾਹ ਪੈ ਗਿਆ ਮੈਂ ਵਾਲੇ ਰਾਹ ਪੈ ਗਿਆ ਫਿਰ ਇਹ ਰਾਖਸ਼ ਬਾਹਰ ਟੋਲੇ ਸੇ ਭਰਮ ਭਲਾਈ ਫਿਰ ਇਹਦਾ ਭਰਮ ਵੱਜੂਗਾ ਜੇ ਤਾਂ ਇਹਦਾ ਗਿਆਨ ਵੱਧਦਾ ਚਾਨਣ ਵੱਧਦਾ ਇਹਦੇ ਅੰਦਰ ਰੋਸ਼ਨੀ ਵੱਧਦੀ ਹੈ ਫਿਰ ਇਹ ਦੇਵਤਾ ਹੈ ਜੇ ਇਹਦੇ ਅੰਦਰ ਹਨੇਰਾ ਵੱਧਦਾ ਫਿਰ ਇਹ ਰਾਖਸ਼ ਹੈ ਇਹੀ ਰਾਖਸ਼ ਹੈ ਇਹੀ ਦੇਵਤਾ ਜਿਨ ਮਾਨਸ ਤੇ ਦੇਵਤੇ ਦੇਵਤਾ ਹੈ ਖੁਦੇ ਦੇਵਤਾ ਬਣ ਸਕਦਾ ਹੈ ਦੇਵਤੇ ਦੀ ਪੂਜਾ ਕਰਨ ਦੀ ਲੋੜ ਨਹੀਂ ਦੇਵਤੇ ਦੀ ਦੇਵ ਦੀ ਪੂਜਾ ਹੁੰਦੀ ਦੇਵ ਨੇ ਅੱਗੇ ਸਰੈਂਡਰ ਹੋਣਾ ਦੇਵ ਹੋਰ ਚੀਜ਼ ਹੈ ਦੇਵਤਾ ਹੋਰ ਚੀਜ਼ ਇਹ ਗੱਲ ਦਾ ਵੀ ਭੁਲੇਖਾ ਹੈ ਹਿੰਦੂ ਮਤ 'ਚ ਦੇਵ ਔਰ ਦੇਵਤੇ ਦਾ ਵੀ ਫਰਕ ਹੈ ਇੱਥੇ ਦੇਵ ਔਰ ਦੇਵਤਾ ਦੋਏ ਹੁੰਦੇ ਨੇ ਕ੍ਰਿਸ਼ਨ ਦਾ ਮਤਲਬ ਹੈ ਕਾਲਾ ਹੈ ਜਿਹਦਾ ਜੋ ਕਲੰਕਤ ਹੈ ਜਿਹਨੂੰ ਕਲੰਕ ਲੱਗਿਆ ਹੋਇਆ ਹੈ ਜਿਹਦੇ ਅੰਦਰ ਭਰਮ ਜਿਨਕੇ ਮਨ ਮੈਂ ਭਰਮ ਜਿਹਦੇ ਅੰਦਰ ਭਰਮ ਹੈ ਭਰਮੇ ਭੂਲਾ ਦਹਿ ਦੇ ਸਤਾਵ ਹੈ ਉਹ ਜੋ ਕ੍ਰਿਸ਼ਨ ਹੁੰਦੇ ਕਾਲਾ ਹੈ ਉਹਦੇ ਅੰਦਰ ਕ੍ਰਿਸ਼ਨ ਦਾ ਮਤਲਬ ਹੈ ਕਾਲਾ ਹੁੰਦਾ ਕ੍ਰਿਸ਼ਨ ਦਾ ਰੰਗ ਵੀ ਕਾਲਾ ਹੀ ਮੰਨਦੇ ਨੇ ਜੋ ਕਾਲਾ ਸੀ ਕਾਲਾ ਮਨ ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ ਕਾਲਾ ਹੋਇਆ ਇਸ ਕਰਕੇ ਇਹਨੂੰ ਸਾਰਿਆਂ ਦੇ ਅੰਦਰ ਜਿਹੜਾ ਜੀਵ ਆਤਮਾ ਹੈ ਜਾਂ ਐਂ ਕਹ ਲਓ ਸਾਰੇ ਹੀ ਕ੍ਰਿਸ਼ਨ ਨੇ ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ ਕਰੋੜਾਂ ਹੀ ਕ੍ਰਿਸ਼ਨ ਬਣਾਏ ਨੇ ਸਾਰੇ ਕ੍ਰਿਸ਼ਨ ਨੇ ਕਿੱਥੇ ਬਣਾਏ ਨੇ ਕ੍ਰਿਸ਼ਨ ਕਰੋੜਾਂ ਕੀੜਾ ਹੈ ਕ੍ਰਿਸ਼ਨ ਕੀਟ ਮਤਲਬ ਹੈ ਜਿਹੜਾ ਸਰੀਰ ਨਾਲ ਜੁੜਿਆ ਹੋਇਆ ਉਹ ਕੀੜਾ ਜਿਹੜਾ ਅੰਦਰ ਦੇਵ ਹੈ ਉਹ ਰਾਮ ਹੈ ਕਿਤੇ ਰਾਮ ਸੇ ਮੇਟ ਡਾਰੇ ਹੋ ਪਾਏ ਉਹਨੂੰ ਕੀੜਾ ਨਹੀਂ ਕਿਹਾ ਹੋਇਆ ਉਹ ਪਾਇਰ ਮੇਟ ਡਾਰੇ ਤਾਂ ਕਿਹਾ ਹੋਇਆ ਪਰ ਉਹਨੂੰ ਕੀੜਾ ਨਹੀਂ ਕਿਹਾ ਹੋਇਆ ਸਭਾ ਘਟ ਰਾਮ ਬੋਲਾ ਹੈ ਜਿਹੜਾ ਅੰਦਰ ਬੋਲਦਾ ਉਹ ਰਾਮ ਹੈ ਜਿਹੜਾ ਦੇਹ 'ਚ ਬੋਲਦਾ ਉਹ ਕ੍ਰਿਸ਼ਨ ਦੋਏ ਕੋਈ ਨੇ ਦੋਏ ਰਲ ਕੇ ਇੱਕ ਨੇ
ਉਹਨਾਂ ਦਾ ਝਗੜਾ। ਕ੍ਰਿਸ਼ਨ ਤ੍ਰੇਤੇ ਦਾ ਅਵਤਾਰ ਹੈ, ਉਹ ਦੁਆਪਰ ਦਾ ਅਵਤਾਰ ਹੈ, ਉਹ ਫਲਾਨਾ ਅਵਤਾਰ ਹੈ, ਉਹ ਟਿਮਕਾ। ਦੁਆਪਰ ਤ੍ਰੇਤਾ ਵੀ ਅਲੱਗ-ਅਲੱਗ ਨਹੀਂ ਹੈ, ਉਹ ਕਹਾਂ ਆਊਗਾ। ਦੁਆਪਰ ਤ੍ਰੇਤਾ ਕੀ ਹੁੰਦੇ ਨੇ, ਉਹਨਾਂ ਨੇ ਕੀ ਬਣਾਤਾ, ਕੁਛ ਦਾ ਕੁਛ ਬਣਾਤਾ। ਇਸੇ ਕਰਕੇ ਸੁੱਧ ਸਿਮਰਤ ਸ਼ਾਸਤਰ ਸਗਲ ਗੁਰਬਾਣੀ ਨੇ ਸ਼ੁੱਧ ਕੀਤੇ ਨੇ। ਸਿਮਰਤ ਸ਼ਾਸਤਰਾਂ ਸ਼ੁੱਧ ਕੀਤੇ ਨੇ, ਉਹਨਾਂ ਦਾ ਕ੍ਰਿਸ਼ਨ ਦਾ ਭੁਲੇਖਾ ਕੱਢਿਆ, ਰਾਮ ਦਾ ਭੁਲੇਖਾ ਕੱਢਿਆ। ਉਹਨਾਂ ਵਾਲਾ ਰਾਮ ਮੰਨਿਆ ਨਹੀਂ ਹੈ। ਉਹ ਕਹਿੰਦੇ ਨੇ ਇੰਨੀ ਵਾਰ ਰਾਮ ਦਾ ਨਾਮ ਆਇਆ, ਰਾਮ ਮੰਨਿਆ ਨਹੀਂ, ਰਾਮ ਰਿਜੈਕਟ ਕੀਤਾ ਉਹਨਾਂ ਵਾਲਾ। ਜਿਹੜਾ ਉਹਨਾਂ ਵਾਲਾ ਰਾਮ ਕ੍ਰਿਸ਼ਨ ਹੈ, ਉਹਦੇ ਵਾਸਤੇ ਤਾਂ ਦਸਮ ਪਾਤਸ਼ਾਹ ਕਹਿੰਦਾ ਕਿਤੇ ਰਾਮ ਸੇ ਕ੍ਰਿਸ਼ਨ ਸੇ ਹੋਤ ਆਏ। ਕਿੰਨੇ ਹੀ ਰਾਮ ਔਰ ਕ੍ਰਿਸ਼ਨ ਹੁੰਦੇ ਆਏ ਨੇ ਇੱਥੇ ਤਾਂ। ਕਿਤੇ ਰਾਮ ਸੇ ਕ੍ਰਿਸ਼ਨ ਸੇ ਹੋਤ ਆਏ, ਤੇਨੇ ਕਾਲ ਖਾਪਿਓ ਨ ਤੇ ਕਾਲ ਕਾਏ। ਤਾਂ ਕਾਲ ਨੇ ਸਾਰੇ ਖਵਾਤੇ। ਕਾਲ ਤਾਂ ਨਹੀਂ ਕੁਝ ਵਿਗਾੜ ਸਕੇ ਉਹ, ਯਾਨੀ ਕਾਲ ਨਾਲ ਉਹ ਲੜੇ ਹੀ ਨਹੀਂ। ਕਾਲ ਪੁਰਖ ਦਾ ਮਰਦਾ ਮਾਨ ਕੀਤਾ ਹੀ ਨਹੀਂ ਉਹਨਾਂ ਨੇ, ਭਗਤਾਂ ਨੇ ਕੀਤਾ। ਜਿਹਨੇ ਮਨ ਜਿੱਤਿਆ ਉਹਨੇ ਕਾਲ ਜਿੱਤਿਆ। ਅਸਲ 'ਚ ਮਨ ਹੀ ਕਾਲ ਹੈ। ਮਨ ਕਾਲ ਰੂਪ ਹੈ। ਕਲਪਨਾ ਮਨ ਦੇ ਵਿੱਚ ਹੈ ਨਾ। ਮਨ ਮਰ ਗਿਆ, ਕਾਲ ਮਰ ਗਿਆ, ਕਾਲ ਖਤਮ ਹੋ ਗਈ। ਮਨ ਦੇ ਮਰਨਾ ਕਾਲ ਮਰ ਜਾਂਦਾ। ਮਨ ਹੀ ਕਾਲ ਹੈ, ਤਾਂ ਹੀ ਇਹਦੀ ਕਲਪਨਾ ਹੀ ਤੇਰਾ ਕਾਲ ਹੈ। ਕਲਪਨਾ ਕਰਕੇ ਹੀ ਮਨ। ਕਬੀਰ ਕਹਿੰਦੇ ਨੇ ਕਾਲ ਕਲਪਨਾ, ਕਾਲ ਹੀ ਕਲਪਨਾ ਹੈ। ਕਦੇ ਨਾ ਖਾਏ ਫਿਰ ਤੈਨੂੰ ਨਹੀਂ ਖਾ ਸਕਦੀ। ਜੇ ਤੂੰ ਆਪਣੇ ਮੂਲ ਨਾਲ ਜੁੜ ਜਾਵੇਂ, ਕਲਪਨਾ ਨੂੰ ਤਿਆਗ ਦੇਵੇਂ, ਤਾਂ ਤੈਨੂੰ ਕਾਲ ਰੂਪੀ ਕਲਪਨਾ ਖਾ ਨਹੀਂ ਸਕਦੀ। ਖਾਣ ਦਾ ਮਤਲਬ ਕੀ ਹੈ? ਬੁੱਧੀ ਦਾ ਨਾਸ਼ ਕਰਨਾ। ਤੇਰੀ ਅਕਲ ਨੂੰ ਖਾ ਜਾਣਾ ਉਹਨੇ, ਅਕਲ ਘਟਾ ਦੇਣੀ ਹੈ ਤੇਰੇ 'ਚ। ਔਰ ਜੀਵਾਤਮਾ ਨੂੰ ਕੋਈ ਖਾ ਨਹੀਂ ਸਕਦਾ ਹੁੰਦਾ। ਇੱਥੇ ਵੀ ਭੁਲੇਖਾ ਪੈ ਜੂ ਨਾ। ਅਕਲ ਖਾ ਜਾਂਦੀ ਹੈ, ਅਕਲ ਘਟ ਜਾਂਦੀ ਹੈ, ਪਰ ਵੱਧ ਜਾਂਦਾ ਹੈ, ਰੋਸ਼ਨੀ ਘਟ ਜਾਂਦੀ ਹੈ। ਹਾਂਜੀ, ਇਹ ਕ੍ਰਿਸ਼ਨ ਸਰਬਦੇਵਾ। ਕ੍ਰਿਸ਼ਨ ਸਾਰਿਆਂ 'ਚ ਇੱਕੋ ਹੀ ਹੈ। ਮਨ ਦਾ ਸੁਭਾਅ ਇੱਕੋ ਹੀ ਆਈ ਹੈ ਤਕਰੀਬਨ ਸਾਰਿਆਂ ਦਾ। ਸਰਬਦੇਵਾ ਸਾਰਿਆਂ 'ਚ ਇਹ ਕ੍ਰਿਸ਼ਨ ਰੂਪੀ ਦੇਵਾ ਜਿਹੜਾ ਨਾ, ਦੇਵਾ, ਇਹ ਸਾਰੇ ਕ੍ਰਿਸ਼ਨੇ ਨੇ। ਸਰਬਦੇਵਾ ਇਹ ਦੇਵਾ ਹੈ, ਦੇਵ ਨਹੀਂ ਹੈ। ਦੇਵ ਦੇਵਾ ਤਾਂ ਆਤਮਾ। ਦੇਖੋ, ਦੇਵਾ ਤੇ ਕੌਮਾ ਲਾਵਾਂ। ਕ੍ਰਿਸ਼ਨ ਦਾ ਦੇਵਾ ਹੋ ਗਿਆ। ਦੇਵ ਦੇਵਾ ਤੱਤਾ ਅਲੱਗ ਹੈ। ਤੱਤਾ ਦੇਵਾ ਦੇ ਨਾਲ ਨਹੀਂ ਹੈ। ਦੇਵ ਜਿਹੜਾ ਹੈਗਾ ਔਰ ਦੇਵਾ ਹੈ, ਦੋ ਹੋ ਗਏ। ਦਾਲ ਦੇਵ ਦੇਵਾ। ਜਿਹੜਾ ਦੇਵਾਤ ਆਤਮਾ, ਜਿਹਨੂੰ ਦੇਵਾ ਕਿਹਾ ਉਹੀ ਆਤਮਾ। ਦੇਵਾ ਦੇਵਾ ਦੋ ਨੇ, ਪਰ ਦੇਵਾ ਆਤਮਾ। ਦੇਵਾ ਤਾਂ ਆਤਮਾ ਹੈ, ਆਤਮਾ ਹੀ ਹੈ। ਤੱਤਾ ਜਿਹੜਾ ਕੱਲਾ ਲੱਗਦਾ ਨਾ, ਤਾਂ ਨਹੀਂ ਸੈਂਸ ਵਿੱਚ ਆਉਂਦਾ। ਬਹੁਤ ਜਗ੍ਹਾ ਆਇਆ ਹੈ, ਆਨੰਦ ਸਾਹਿਬ 'ਚ ਵੀ ਆਇਆ। ਬਾਣੀ ਦਾ ਗਾਵੋ ਤੱਤਾ ਹੀ ਹੈ। ਗੁਰੂ ਕੇਰੀ ਮਨ ਜੀ ਨਹੀਂ ਵਸਾਇਆ। ਕੱਲਾ ਤੱਤਾ ਮੁਕਤਾ ਤਾਂ ਦੀ ਸੈਂਸ ਵਿੱਚ ਆਉਂਦਾ। ਜਿਹੜਾ ਦੇਵ ਹੈ ਉਹ ਤਾਂ ਆਤਮਾ ਹੀ ਹੈ। ਆਤਮਾ ਹੀ ਦੇਵਾ ਹੈ। ਕੰਨਾਂ ਲੱਗਿਆ ਹੋਇਆ, ਕੰਨਾਂ ਸਰੀਰ ਕਰਕੇ ਲੱਗਿਆ ਹੋਇਆ। ਦੇਵਾ ਜਿਹੜਾ ਹੈਗਾ ਉਹ ਮੁਕਤ ਹੈ। ਦੇਵਾ ਮੁਕਤ ਹੈ, ਕੰਨਾਂ ਨਹੀਂ ਲੱਗਿਆ ਹੋਇਆ ਬਾਬੇ ਨੂੰ, ਮੁਕਤ ਹੈ। ਆਪ ਮੁਕਤ ਕਰੇ ਸੰਸਾਰ। ਲਾਗ ਮਾਤਰ ਨਹੀਂ ਲੱਗੀ ਹੋਈ ਉਹਨੂੰ। ਲਾਗ ਮਾਤਰ ਸਰੀਰ ਹੈ। ਜੇ ਲਾਗ ਮਾਤਰ ਲੱਗਦੀ ਹੈ ਨਾਲ, ਤਾਂ ਮੁਕਤਾ ਨਹੀਂ ਰਹਿੰਦਾ ਅੱਖਰ। ਆਪਾਂ ਮੁਕਤਾ ਨਹੀਂ ਬੋਲਦੇ ਅੱਖਰ ਨੂੰ, ਲਾਸਟ ਵਾਲੇ ਨੂੰ। ਜਿਹਨੂੰ ਨਾਲ ਕੋਈ ਲਾਗ ਮਾਤਰ ਨਹੀਂ ਲੱਗੀ ਹੁੰਦੀ ਉਹਨੂੰ ਮੁਕਤ ਬੋਲਦੇ ਨੇ। ਮੁਕਤਾ ਇਹ ਮੁਕਤ ਹੈ। ਬਾਬਾ ਮੁਕਤ ਹੈ ਉਹਦਾ, ਦੇਵ। ਦੇਵ
ਦੇਵਾ ਦਾ ਬਾਬਾ ਮੁਕਤਾ ਨਹੀਂ ਹੈ। ਉਹ ਦੇਵ ਅੰਤਰ ਹੈ, ਅੰਤਰ ਦੇਵ, ਦੇਵ ਅੰਦਰ ਹੈ, ਜਿਹੜਾ ਦੇਵਤਾ ਉਹ ਬਾਹਰ। ਦੇਵਤੇ ਨੇ, ਦੇਵ ਨੇ ਅਦੇਵ ਬਣਨਾ ਹੈ ਕਿ ਦੇਵ ਬਣਨਾ। ਆਤਮਾ ਵਾਸੁਦੇਵਸੈ ਜੇ ਕੋ ਜਾਣੇ ਪਿਓ। ਆਤਮਾ ਜਿਹੜੀ ਹੈਗੀ ਹੈ ਇਹਦਾ ਵਾਸ ਹੋਣਾ। ਵਾਸ ਜਿਹੜਾ ਵਾਸਦੇਵ ਵਸਿਆ ਨਾ, ਵਾਸਦੇਵ ਵਸਿਆ, ਇਹਦਾ ਨਿਵਾਸ ਆਪਣੇ ਮੂਲ ਵਿੱਚ ਹੋਣਾ। ਜਿਹਨੂੰ ਵਾਸਦੇਵ ਕਹਿੰਦੇ ਨੇ ਨਾ, ਕ੍ਰਿਸ਼ਨ ਦਾ ਬਾਪ, ਉਹ ਉਹੀ ਹੈ ਦੇਵ ਜਿਹੜਾ ਪ੍ਰਾਤਮਾ, ਉਹਦੇ ਵਿੱਚ ਨਿਵਾਸ ਕਰਨਾ ਇਹਨੇ। ਜਿਹੜਾ ਕਹਿੰਦੇ ਨੇ ਕ੍ਰਿਸ਼ਨ ਦਾ ਬਾਪ ਹੈ, ਉਹੀ ਹੈ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਜੀ ਚੋਂ ਇਹ ਦੇਵਾ ਕ੍ਰਿਸ਼ਨ ਪੈਦਾ ਹੋਇਆ ਹੋਇਆ ਨਾ, ਉਹੀ ਇਹਦਾ ਮਾਂ ਹੈ, ਉਹੀ ਪਿਓ ਹੈ, ਉਹਦੇ ਵਿੱਚ ਹੀ ਉਹਨੂੰ ਇਹ ਵਾਸਦੇਵ ਵਸਿਆ ਕਹਿੰਦੇ ਨੇ। ਉਹਦੇ ਵਿੱਚ ਇਹਦਾ ਆਖਰ ਨਿਵਾਸ ਉਹਦੇ 'ਚ ਹੀ ਹੋਣਾ ਹੈ। ਸਿਰਫ ਗੱਲ ਹੈ ਵੀ ਇਹ ਜਾਗ ਕੇ ਨਿਵਾਸ ਕਰੇ। ਇਹ ਬੇਹੋਸ਼ੀ ਦੀ ਹਾਲਤ ਵਿੱਚ ਉੱਥੇ ਜਾਂਦਾ, ਜਦ ਵੀ ਜਾਂਦਾ ਚੇਤਨ ਆ ਕੇ ਦਿਮਾਗ 'ਚ ਹੁੰਦਾ। ਮਨ ਚੇਤਨ ਦਿਮਾਗ 'ਚ ਆ ਕੇ ਹੁੰਦਾ, ਦਿਮਾਗ ਤੇ ਬਿਨਾਂ ਬੇਹੋਸ਼ ਹੁੰਦਾ। ਇਸ ਕਰਕੇ ਦਿਮਾਗ ਦੇ ਬਾਅਦ ਸਾਨੂੰ ਕੋਈ ਪਤਾ ਨਹੀਂ ਦੁਨੀਆ ਕੀ ਹੈ। ਜਿੰਨਾ ਚਿਰ ਸੰਸਾਰ ਦੇ ਵਿੱਚ ਹਾਂ ਦਿਮਾਗ ਦੇ ਵਿੱਚ ਹੈ ਚੇਤਨਾ, ਉਹ ਪੀਰੀਅਡ ਸਾਡਾ ਜੀਵਨ ਹੈ। ਦਿਮਾਗ ਦੇ ਵਿੱਚ ਜਦ ਹੈ ਨਹੀਂ, ਸੌ ਜਾਂਦੇ ਆ, ਉਹ ਜੀਵਨ ਨਹੀਂ ਗਿਣਿਆ ਜਾਂਦਾ। ਜੀਵਨ ਵੀ ਨਹੀਂ ਗਿਣਿਆ ਜਾਂਦਾ। ਸੁੱਤੇ ਦਾ ਵੀ ਨਹੀਂ, ਮਰੇ ਹੋਏ ਦਾ ਵੀ ਨਹੀਂ, ਬੇਹੋਸ਼ ਦਾ ਵੀ ਨਹੀਂ, ਜੀਵਨ ਗਿਣਿਆ ਨਹੀਂ ਜਾਂਦਾ। ਇੱਕ ਪੰਕਤੀ ਇਹੋ ਜਿਹੀ ਆਊਗੀ ਵੀ ਤੇਰਾ ਜਿਹੜਾ ਹੈ ਨਾ ਜੀਵਨ ਘਟ ਜਾਂਦਾ। ਇਹਦਾ ਜੀਵਨ ਕਿਵੇਂ ਘਟ ਜਾਊਗਾ ਜਿਹੜੀ ਚੀਜ਼ ਮਰਦੀ ਹੋ ਨਹੀਂ। ਜਿੰਨੀ ਇਹਨੇ ਪਿਕਚਰਾਂ ਦੇਖੀ ਨਹੀਂ ਨਾ, ਜਿਹੜਾ ਚੱਲਦਾ ਖੇਡ ਤਮਾਸ਼ਾ, ਸੌ ਗਿਆ ਉਹਨਾਂ ਇਹਦਾ ਜੀਵਨ ਘਟ ਗਿਆ, ਇਹ ਮੰਨਿਆ ਜਾਂਦਾ। ਉਹਦਾ ਜੀਵਨ ਘਟ ਗਿਆ, ਦੇਖਿਆ ਨਹੀਂ ਨਾ। ਜੀਵਨ ਹੁਣ ਦੋ ਪ੍ਰਕਾਰ ਦਾ, ਜੀਵਨ ਵੀ ਦੋ ਪ੍ਰਕਾਰ ਦਾ। ਇੱਕ ਤਾਂ ਜਗ ਜੀਵਨ ਹੈ, ਆਪਾਂ ਪੜ੍ਹਦੇ ਨਾ, ਜਗ ਜੀਵਨ ਪੁਰਖ ਤਿਆਗ ਕੇ ਲੱਗੀ ਮਾਇਆ ਤੋਂ। ਜਗ ਜੀਵਨ ਸਰੀਰ ਦਾ ਜੀਵਨ। ਸਰੀਰ ਜਿਉਂਦਾ ਹੈ ਦੇਵਤਾ ਕਰਕੇ, ਆਤਮਾ ਕਰਕੇ। ਆਤਮਾ ਜਿਉਂਦੀ ਹੈ। ਆਤਮਾ ਕਾਹਦੇ ਜਿਉਂਦੀ ਹੈ? ਆਤਮਾ ਦਾ ਜੀਵਨ ਹੈ ਪ੍ਰਾਤਮਾ ਕਰਕੇ, ਦੇਵ ਕਰਕੇ। ਉਹਨੂੰ ਕਿਹਾ ਜੀ ਕੇ ਜੀਵਨਾ ਮੋਹਿ ਨਾ ਬਸਾਰੋ ਮੈਂ ਜਨ ਤੇਰਾ। ਇੱਕ ਜੀ ਕਾ ਜੀਵਨ ਹੈ, ਇੱਕ ਸਰੀਰ ਦਾ ਜੀਵਨ, ਜਗ ਦਾ ਜੀਵਨ ਹੈ। ਦੋ ਕਿਸਮ ਦੇ ਜੀਵਨ ਨੇ ਗੁਰਬਾਣੀ 'ਚ। ਇੱਕ ਕਿਸਮ ਦਾ ਜੀਵਨ ਨਹੀਂ ਹੈ। ਇਸੇ ਕਰਕੇ ਸਾਨੂੰ ਦੋ ਕਿਸਮ ਦੀ ਮੌਤ ਦਾ ਨਹੀਂ ਪਤਾ ਲੱਗਿਆ। ਮੌਤ ਵੀ ਦੋ ਪ੍ਰਕਾਰ ਦੀ ਹੈ। ਜਦ ਜੀਵਨ ਦੋ ਪ੍ਰਕਾਰ ਦਾ ਤਾਂ ਮੌਤ ਵੀ ਦੋ ਪ੍ਰਕਾਰ ਦੀ ਹੈ। ਸਰੀਰਕ ਜੀਵਨ ਹੈ ਜਿਹੜਾ, ਉਹ ਆਤਮਾ ਦੀ ਵਜ੍ਹਾ ਨਾਲ ਹੈ, ਔਰ ਆਤਮਾ ਦਾ ਜੀਵਨ ਪਰਾਤਮਾ ਦੀ ਵਜ੍ਹਾ ਨਾਲ। ਹੰਸ ਦੀ ਵਜ੍ਹਾ ਨਾਲ ਹੈ। ਅੱਗੇ ਹੰਸ ਅਕੇਲਾ। ਉਹ ਹੰਸ ਜੀ ਨੂੰ ਕਿਹਾ, ਪ੍ਰਾਤਮਾ ਕਿਹਾ, ਦੇਵ ਕਿਹਾ, ਉਹਦੀ ਵਜ੍ਹਾ ਨਾਲ ਆਤਮਾ ਦਾ ਜੀਵਨ। ਧੁੱਪ ਦਾ ਜੀਵਨ ਕਿਹਦੀ ਵਜ੍ਹਾ ਨਾਲ ਹੈ? ਸੂਰਜ ਦੀ ਵਜ੍ਹਾ ਨਾਲ। ਜੇ ਸੂਰਜ ਹੈ ਤਾਂ ਧੁੱਪ ਹੈ, ਸੂਰਜ ਨਹੀਂ ਹੈ ਤਾਂ ਧੁੱਪ ਕਿੱਥੋਂ? ਜਿੰਨਾ ਚਿਰ ਸੂਰਜ ਹੈ ਉਹਨਾਂ ਚਿਰ ਧੁੱਪ ਹੈ। ਸੂਰਜ ਨਹੀਂ ਹੈ, ਧੁੱਪ ਨਹੀਂ ਹੈ। ਧੁੱਪ ਦਾ ਜੀਵਨ ਕਿਹਦੀ ਵਜ੍ਹਾ ਨਾਲ ਹੈ? ਸੂਰਜ ਦੀ ਵਜ੍ਹਾ ਨਾਲ। ਇਸ ਕਰਕੇ ਮਨ ਜੋਤ ਸਰੂਪ ਹੈ। ਮਨ ਦਾ ਜੀਵਨ ਕਿਹਦੀ? ਮਨ ਦੀ ਜੋਤ ਕਿੰਨਾ ਚਿਰ ਜਗਦੀ ਹੈ? ਜਿੰਨਾ ਚਿਰ ਅੰਦਰਲਾ ਜਗਾਉਂਦਾ। ਉਹਨੂੰ ਗਾਂ ਉਹ ਵੀ ਹੁਕਮ ਦਾ ਬਣਿਆ ਹੋਇਆ ਹੈ। ਉਹ ਹੁਕਮੀ ਬੰਦਾ ਹੈ। ਉਹਨਾਂ ਚਿਰ ਉਹਨੂੰ ਜੋਤ ਬਾਹਰ ਕੱਢਣ ਦਾ ਸ਼ਕਤੀ ਮਿਲੀ ਹੋਈ ਹੈ, ਆਪਣੀ ਜੋਤ ਅਲੱਗ ਕਰਨ ਦੀ। ਉਹਨੂੰ ਹੁਕਮ ਦਾ ਵਾਧਾ ਆਇਆ ਹੋਇਆ, ਉਸ ਤੋਂ ਬਾਅਦ ਉਹਦੀ ਜੋਤ ਆਪੇ ਬੁੱਝ ਜਾਂਦੀ ਹੈ। ਤੇਲ ਇਹ ਉਹਨਾਂ ਪਾਇਆ ਹੋਇਆ ਉਹਨਾਂ ਨੇ ਉਹ 'ਚ। ਜੇ ਆਪਾਂ ਜਿੰਨਾ ਤੇਲ ਪਾਉਣਾ ਉਨੀ ਉਹ ਜਲਣੀ ਹੈ ਲਾਈਟ, ਉਹਨਾਂ ਚਿਰ ਜਲਣੀ ਹੈ। ਉਹਨਾਂ ਚਿਰ ਦਾ ਤੇਲ ਪਿਆ ਹੋਇਆ ਉਹ 'ਚ।
ਉਹਦੇ ਬਾਅਦ ਖਤਮ। ਖਿੰਚ ਤੇਜ ਜਵਲੀ ਨਾ, ਇਹਦਾ ਤੇਜ ਖਿੱਚਿਆ ਜਾਂਦਾ। ਤੇਜ ਦਾ ਮਤਲਬ ਲਾਈਟ ਹੁੰਦੀ ਹੈ, ਹੋਰ ਕੀ ਹੁੰਦਾ। ਤੇਜ ਦੋ ਪ੍ਰਕਾਰ ਦਾ ਜੀਵਨ, ਇੱਕ ਜਗ ਦਾ ਜੀਵਨ ਹੈ, ਜਗ ਦਾ ਮਤਲਬ ਸਰੀਰ ਹੁੰਦਾ। ਮਾਇਆ ਦਾ ਜੀਵਨ ਹੈ, ਆਤਮਾ ਨਿਕਲੇਗੀ, ਦਰਖਤ ਸੁੱਕ ਜਾਂਦੇ ਨੇ, ਸਭ ਕੁਝ ਸੁੱਕ ਜਾਂਦਾ। ਆਦਮੀ ਦਾ ਸਰੀਰ ਸੁੱਕ ਜਾਂਦਾ, ਚਾਹੇ ਰੱਖ ਲਓ, ਰੱਖੇ ਹੋਏ ਦੇਖੇ ਨਹੀਂ, ਉਹ ਸੁੱਕੇ ਪਏ ਨੇ। ਸੁੱਕ ਗਏ ਕੁਮਲਾਏ ਫਰੀਦ ਤਾਂ ਹੀ ਕਹਿੰਦਾ ਇਹ ਜਿਹੜਾ ਸਰੀਰ ਦਾ ਜੀਵਨ ਹੈ, ਇਹਦੀ ਮੌਤ ਤਾਂ ਹੁੰਦੀ ਹੋ ਰਹਿੰਦੀ। ਇਹਦੀ ਮੌਤ ਦਾ ਕੋਈ ਇਲਾਜ ਨਹੀਂ ਗੁਰਮਤਿ ਕੋਲ। ਜੋ ਉਪਜਿਓ ਸੋ ਬਿਨਸੈ। ਸਰੀਰ ਉਪਜਿਆ, ਸਰੀਰ ਦਾ ਬਿਨਸਣਾ ਜ਼ਰੂਰੀ ਹੈ। ਪਰ ਜਿਹੜਾ ਜੀ ਕਾ ਜੀਵਨ ਹੈ, ਉਹਦਾ ਇਲਾਜ ਹੈ ਗੁਰਬਾਣੀ। ਜੀ ਕੇ ਜੀਵਨ ਦਾ ਇਲਾਜ ਹੈ ਗੁਰਬਾਣੀ ਕੋਲ। ਸਰੀਰ ਦੇ ਜੀਵਨ ਦਾ ਕੋਈ ਇਲਾਜ ਨਹੀਂ ਹੈ ਕਿਸੇ ਦਾ। ਇਹ ਪ੍ਰਕਿਰਤੀ ਦੇ ਨਾਲ ਸੰਬੰਧ ਹੈ। ਸਰੀਰ ਦੇ ਜੀਵਨ ਦਾ ਪ੍ਰਕਿਰਤੀ ਨਾਲ ਸੰਬੰਧ ਹੈ। ਪ੍ਰਕਿਰਤੀ ਬਦਲਨਸ਼ੀਲ ਹੈ, ਪ੍ਰਕਿਰਤੀ ਬਦਲਨਸ਼ੀਲ ਹੈ। ਹਰ ਵਕਤ ਪ੍ਰਕਿਰਤੀ ਨਹੀਂ ਰਹਿੰਦੀ, ਇਹ ਤਾਂ ਬਦਲਣ ਵਾਲੀ ਚੀਜ਼ ਹੈ। ਇਸੇ ਕਰਕੇ ਸਰੀਰ ਵੀ ਬਦਲਦਾ ਰਹਿੰਦਾ, ਬੱਚੇ ਤੇ ਬੁੱਢਾ ਹੁੰਦਾ ਰਹਿੰਦਾ। ਇਹ ਮਾਇਆ ਦੇ ਵਿੱਚ ਜਿਹੜਾ ਹੈ ਜੀਵਨ, ਕਿਉਂਕਿ ਮਾਇਆ ਨਾਸਵੰਤ ਹੈ, ਇਸ ਕਰਕੇ ਇਹ ਜੀਵਨ ਵੀ ਨਾਸਵੰਤ। ਭਾਵੇਂ ਆਤਮਾ ਨਾਸਵੰਤ ਨਹੀਂ ਹੈ, ਭਾਵੇਂ ਆਤਮਾ ਨਾਸਵੰਤ ਨਹੀਂ ਹੈ, ਪਰ ਪ੍ਰਕਿਰਤੀ ਦੀ ਜੋ ਸੌਦਾ ਸਰੀਰ ਨੂੰ ਮਿਲਿਆ ਹੈ, ਇਹ ਤਾਂ ਨਾਸਵੰਤ ਹੈ, ਪੁਰਾਣਾ ਹੋ ਜਾਂਦਾ। ਉਹਨੂੰ ਨਵਾਂ ਫੇਰ ਹੋਰ ਸਰੀਰ ਚਾਹੀਦਾ। ਜਿਵੇਂ ਕੱਪੜਾ ਫਟ ਗਿਆ, ਆਦਮੀ ਤਾਂ ਹੈਗਾ, ਕੱਪੜਾ ਫਟ ਗਿਆ ਤੇ ਕੱਪੜਾ ਤਾਂ ਹੋਰ ਬਣਾਉਣਾ ਹੀ ਪਊਣਾ ਉਹਦੇ ਵਾਸਤੇ। ਇਸ ਕਰਕੇ ਆਤਮਾ ਦੇ ਚੋਲੇ ਨੇ, ਬਦਲਦੀ ਰਹਿੰਦੀ ਹੈ, ਸਾਰੇ ਮੰਨਦੇ ਹੀ ਨੇ। ਸਰੀਰ ਦੇ ਜੀਵਨ ਦਾ ਇਲਾਜ ਕਰ ਰਹੇ ਨੇ ਜੋਗੀ, ਜਗ ਦੇ ਜੀਵਨ ਦਾ। ਜਗ ਨੂੰ ਜਗ ਚ ਰਹਿਣਾ ਚਾਹੁੰਦੇ, ਜਗ ਨੂੰ ਦੇਖਣਾ ਚਾਹੁੰਦੇ ਨੇ। ਗੁਰਬਾਣੀ ਸਰੀਰ ਦੇ ਜੀਵਨ ਦਾ ਇਲਾਜ ਨਹੀਂ ਕਰਦੀ। ਕਬੀਰ ਇਹ ਤਨ ਜਾਏਗੋ, ਕਵੜੇ ਮਾਰ ਗਲਾਏ, ਕਹਿ ਸੇਵਾ ਕਰ ਸਾਧਕੀ, ਕਹਿ ਹਰ ਕੇ ਗੁਣ। ਚਾਹੇ ਤਾਂ ਸਾਧਾਂ ਦੀ ਸੇਵਾ ਕਰਨ ਲੱਗ ਜਾ। ਸਾਧ ਕੌਣ ਸੀ? ਜੋਗੀ ਸੀ, ਜਿਹੜੇ ਕਹਿੰਦੇ ਸੀ ਸਰੀਰ ਸਣੇ ਪਹੁੰਚਾ ਦਾਂਗੇ। ਸਮਝਿਆ ਨਹੀਂ? ਮੁਕਤੀ ਹੋ ਜਾਂਦੀ ਹੈ ਜਦ ਮੌਤ ਦਾ ਸਮਾਂ ਆਉਂਦਾ। ਜਿਹੜੀ ਆਤਮਾ ਸਾਥ ਨੇ, ਇਹਨੂੰ ਸੁਖਣਾ ਨਾੜੀ ਚ ਲੈ ਜੀਦਾ। ਕਾਲ ਆਉਂਦਾ, ਲੱਭ ਲੁੱਭ ਕੇ ਚਲਿਆ ਜਾਂਦਾ, ਉੱਥੇ ਕਾਲ ਦੀ ਪਹੁੰਚ ਹੈ ਨਹੀਂ, ਫਿਰ ਤੂੰ ਬਚ ਜਾਏਗਾ। ਇਹੋ ਜਿਹੀਆਂ ਗੱਲਾਂ ਉਹਨਾਂ ਦੀਆਂ ਹੈ। ਕਾਲ ਨੂੰ ਹੋਰ ਕੋਈ ਕੰਮ ਹੈ, ਕਾਲ ਡੰਡਾ ਲੈ ਕੇ ਉੱਥੇ ਨਹੀਂ ਬਹਿ ਜੂ, ਜਾਂ ਨਿਕਲੇਗਾ ਜਾਂ ਫੜ ਲੂ। ਜੱਤਵਾਦੀ ਅੰਦਰ ਨੇ ਕਮਰੇ 'ਚ ਵੜੇ ਹੋਏ, ਪੁਲਿਸ ਬਾਹਰ ਬੈਠੀ ਹੈ, ਜਾਂ ਨਿਕਲੂ ਜਾਂ ਸਹੀ, ਉਹਨੂੰ ਕਿਹੜਾ ਹੋਰ ਕੋਈ ਕੰਮ। ਬੇਸਲੈਸ ਗੱਲਾਂ ਨੇ, ਗੁਰਬਾਣੀ ਨੇ ਰੱਦ ਕਰਤੀਆਂ। ਭੋਲੇ ਭਾਲੇ ਆਦਮੀ ਮੰਨ ਲੈਂਦੇ ਸੀ ਵੀ ਸ਼ਾਇਦ ਹੋਵੇ ਇਹ ਗੱਲ, ਫਿਰ ਕਹਾਣੀਆਂ ਬਣਾਈਆਂ ਹੋਈਆਂ ਸੀ। ਖੈਰ ਉਹਨਾਂ ਦੀ ਗੱਲ, ਉਹ ਜਗ ਜੀਵਨ ਨੂੰ ਬਚਾਉਣ ਦੀ ਗੱਲ ਕਰਦੇ। ਦੂਸਰੇ ਜੀਵਨ ਦਾ ਪਤਾ ਹੀ ਨਹੀਂ ਕਿਸੇ ਨੂੰ, ਜ਼ਿਕਰ ਹੀ ਨਹੀਂ ਹੈ ਕਿਸੇ ਉਹਦੇ ਵਿੱਚ। ਕਿਸੇ ਗ੍ਰੰਥ 'ਚ ਜਿਹੜਾ ਅਗਲਾ ਜੀਵਨ ਹੈ ਨਾ, ਆਤਮਿਕ ਜੀਵਨ, ਉਹਦਾ ਜ਼ਿਕਰ ਹੀ ਨਹੀਂ। ਇਸੇ ਕਰਕੇ ਸੁਰਗ ਨਰਕ ਦੀ ਗੱਲ ਕੀਤੀ ਹੋਈ ਹੈ। ਸੁਰਗ ਨਰਕ ਨੂੰ ਕਿਉਂ ਕਹੇ? ਉਹ ਲੋਕ ਹੈ ਨੇ ਜਿਹਨਾਂ ਕੋਲ ਮੈਂ ਜਗ ਜੀਵਨ ਦਾ ਪਤਾ, ਹੋਰ ਕਿਸੇ ਜੀਵਨ ਦਾ ਉਹਨਾਂ ਨੂੰ ਗਿਆਨ ਨਹੀਂ ਹੈ। ਨਾ ਦੂਸਰੀ ਮੌਤ ਦਾ ਪਤਾ ਕਿਸੇ ਨੂੰ। ਜਿਹਨੂੰ ਉਹ ਜੀਵਨ ਦਾ ਪਤਾ, ਉਹਨੂੰ ਦੂਸਰੀ ਮੌਤ ਦਾ ਵੀ ਪਤਾ। ਆ ਜਿਹੜੀ ਜਿਉਂਦੇ ਹੀ ਮਰਨਾ ਜਿਹੜੀ ਗੱਲ ਕਹੀ ਹੈ, ਗੁਰਬਾਣੀ ਨੇ ਕਹੀ ਹੈ, ਜੀਵਤ ਮਰੈ ਮਰੈ ਫੁਨ ਜੀਵੈ, ਤਾਂ ਫਿਰ ਮਰਨਾ ਨਾ ਹੋਈ। ਇਹ ਗੱਲ ਨਹੀਂ ਕਿਸੇ ਗ੍ਰੰਥ 'ਚ ਕਹੀ। ਕੋਈ ਦੁਨੀਆ ਦਾ ਗ੍ਰੰਥ ਨਹੀਂ ਸਵਾਏ ਵੇਦਾਂ ਤੇ, ਜਾਂ ਉਹਨਾਂ ਗ੍ਰੰਥਾਂ ਦੇ ਵਿੱਚ ਜਿਹੜੇ ਵੇਦਾਂ ਤੋਂ ਬਾਅਦ ਵੀ ਇਸੇ ਭਾਸ਼ਾ, ਜਿਹੜੇ ਕਬੀਰ ਨੇ ਪੜ੍ਹੇ ਨੇ, ਜਿਹੜੇ ਬ੍ਰਹਮ ਗਿਆਨ ਦੇ ਗ੍ਰੰਥ ਆਏ ਨੇ ਕਈ ਭਾਸ਼ਾਵਾਂ ਦੇ ਵਿੱਚ,
ਉਹਨਾਂ ਦੇ ਸਿਵਾਏ ਕਿਤੇ ਨਹੀਂ ਹੈ ਇਹ ਗੁਰਬਾਣੀ 'ਚ। ਇਹ ਫਿਲੋਸਫੀ ਪਹਿਲਾਂ ਤੇ ਚੱਲਦੀ ਆਈ ਹੈ, ਭਾਸ਼ਾ ਹੋਰ ਸੀ, ਭਾਸ਼ਾ ਬਦਲਦੀ ਆਈ ਹੈ, ਫਿਲੋਸਫੀ ਇਹੀ ਰਹੀ, ਵਿਚਾਰਧਾਰਾ ਇਹੀ ਰਹੀ। ਇਹ ਕਹਿਣਾ ਗਲਤ ਹੈ ਵੀ ਹੁਣੇ ਵਿਚਾਰਧਾਰਾ ਆਈ ਹੈ, ਉਹਨਾਂ ਨੂੰ ਪਤਾ ਨਹੀਂ, ਮੂਰਖ ਨੇ, ਉਹਨਾਂ ਦੀ ਇੰਨੀ ਸਟੱਡੀ ਹੋਈ ਨਹੀਂ ਹੈ, ਉਹਨਾਂ ਨੇ ਗੁਰਬਾਣੀ ਦੇ ਪਿੱਛੇ ਨੂੰ ਦੇਖਿਆ ਹੀ ਨਹੀਂ ਕੁਛ, ਗੁਰਬਾਣੀ ਦੇ ਪਿੱਛੇ ਵੀ ਕੁਛ ਹੈ ਉਹਨਾਂ ਨੂੰ ਪਤਾ ਹੀ ਨਹੀਂ ਹੈ। ਉਹ ਸਟਾਰਟ ਇੱਥੋਂ ਕਰਦੇ ਨੇ, ਉਹਦਾ ਗੁਰੂ ਨਾਨਕ ਤੋਂ ਸਟਾਰਟ ਕਰਦੇ ਨੇ, ਕਬੀਰ ਦਾ ਵੀ ਨਹੀਂ ਪਤਾ ਉਹਨਾਂ ਨੂੰ ਵੀ ਕਬੀਰ ਪਹਿਲਾਂ ਹੋਇਆ ਪਿੱਛੋਂ ਹੋਇਆ। ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਕਬੀਰ ਗੁਰੂ ਨਾਨਕ ਦਾ ਜਲ। ਮੂਰਖ ਲੋਕਾਂ ਨੇ, ਭਗਤ ਤਾਂ ਸਾਰਿਆਂ ਦਾ ਜ਼ਿਕਰ ਗੁਰਬਾਣੀ 'ਚ ਆਇਆ ਹੋਇਆ, ਪਹਿਲਾਂ ਭਗਤਾਂ ਦਾ ਜ਼ਿਕਰ ਗੁਰਬਾਣੀ 'ਚ ਆਇਆ ਹੈ। ਸਿਰਫ ਇੱਕ ਫਰੀਦ ਐਸਾ ਭਗਤ ਹੋਇਆ ਜਿਹੜਾ ਪਿੱਛੋਂ ਹੋਇਆ, ਗੁਰੂ ਕਾਲ 'ਚ ਹੋਇਆ, ਤੀਜੇ ਪਾਤਸ਼ਾਹ ਗੁਰੂ ਅਮਰਦਾਸ ਵੇਲੇ ਹੋਇਆ ਸੰਪਰਕ, ਪਹਿਲਾਂ ਨਹੀਂ ਆਇਆ। ਜਦੋਂ ਗੁਰੂ ਨਾਨਕ ਦੇਵ ਜੀ ਗਏ ਨੇ ਮੱਕੇ ਨੂੰ ਕਿਤੇ, ਉਦੋਂ ਬੱਚਾ ਹੋਊ, ਥੋੜੀ ਉਮਰ ਦਾ ਹੋਊ, ਉਦੋਂ ਇਹਨੇ ਗੱਲ ਸੁਣੀ ਹੋਊਗੀ, ਬਸ ਉਹ ਖੋਜ ਕਰ ਲਈ, ਗੱਲ ਸੁਣ ਲਈ, ਖੋਜ ਕਰ ਲਈ, ਬਾਅਦ 'ਚ ਖੋਜ ਕਰਨ ਨੂੰ ਤਾਂ ਟਾਈਮ ਲੱਗਣਾ ਹੀ ਸੀ। ਫਿਰ ਆਇਆ। ਇਸ ਕਰਕੇ ਭੱਟਾਂ ਦੇ ਸਵਈਆਂ 'ਚ ਜਾਂ ਕਿਤੇ ਵੀ ਫਰੀਦ ਦਾ ਜ਼ਿਕਰ ਨਹੀਂ ਗੁਰਬਾਣੀ 'ਚ, ਫਰੀਦ ਦਾ ਕਿਤੇ ਜ਼ਿਕਰ, ਫਰੀਦ ਦਾ ਇਸ ਕਰਕੇ ਜ਼ਿਕਰ ਨਹੀਂ ਕਿ ਉਹ ਆਇਆ ਬਾਅਦ ਦੇ ਵਿੱਚ, ਉਹਦਾ ਪਤਾ ਹੀ ਨਹੀਂ ਮੇਰਾ ਖਿਆਲ ਹੈ ਉਸ ਵੇਲੇ ਲੱਗਿਆ ਉਹਦੀ ਬਾਣੀ ਦਾ, ਜਦੋਂ ਕਦੇ ਪੰਚਮ ਪਾਤਸ਼ਾਹ ਦਾ ਸਮਾਂ ਸੀ, ਉਹਦੇ ਕੋਲ ਵੀ ਬਾਣੀ ਲਿਖੀ ਹੋਈ ਹੈ, ਜਾਂ ਬਾਣੀ ਮੰਗਵਾਉਂਦੇ ਰਹੇ, ਜਦ ਪਤਾ ਲੱਗਿਆ ਹੋਊਗੀ ਉਹਦੇ ਕੋਲ ਬਾਣੀ ਹੈ, ਗੁਰਬਾਣੀ ਹੈ ਉਹਦੇ ਕੋਲ। ਦੋ ਪ੍ਰਕਾਰ ਦਾ ਜੀਵਨ ਦੀ ਗੱਲ ਕਰਦੇ ਸੀ। ਜਿਹੜੀ ਗੁਰਬਾਣੀ ਹੈ ਨਾ, ਆਪ ਪੜ੍ਹਦੇ ਹਾਂ, ਸੁਣਦੇ ਹਾਂ, ਗੁਰਬਾਣੀ ਜਿਹਨੂੰ ਕਹਿੰਦੇ ਆ, ਇਹ ਗੁਰਬਾਣੀ। ਜਿਹੜੀ ਤੁਰਕੀ ਆਈ ਹੈ ਬਿਨਾਂ ਕੰਨਾਂ ਤੇ ਸੁਣਨ ਵਾਲੀ, ਉਹ ਬਾਣੀ ਆਈ ਹੈ, ਉਹ ਬਾਣੀ ਹੈ, ਗੁਰਬਾਣੀ ਨਹੀਂ ਹੈ, ਬਾਣੀ ਹੈ, ਉਹਨੂੰ ਬਾਣੀ ਕਹਿੰਦੇ। ਤਾਂ ਹੀ ਉਹਨੂੰ ਕਿਹਾ ਵਾਹ ਵਾਹ ਬਾਣੀ ਨਿਰੰਕਾਰ ਹੈ, ਉਹ ਤਾਂ ਨਿਰੰਕਾਰ ਹੈ, ਨਿਰਾਕਾਰ ਹੈ, ਨਿਰੰਕਾਰ ਕਹਿਤਾ, ਇਹ ਨਿਰੰਕਾਰ ਨਹੀਂ ਹੈ, ਇਹ ਤਾਂ ਆਕਾਰ ਵਾਲੀ ਹੈ, ਤਾਂ ਦੀਦਾ ਸਾਨੂੰ ਇਹ ਤਾਂ। ਚਲੋ ਜੇ ਗੁਰਬਾਣੀ ਅਸੀਂ ਕਹੀਏ, ਗੁਰਬਾਣੀ ਟੇਪ ਰਿਕਾਰਡ ਤਾਂ ਹੋ ਜਾਂਦਾ ਨਾ, ਬਾਣੀ ਕੰਨਾਂ ਨੂੰ ਸੁਣਨ ਵਾਲੀ ਚੀਜ਼ ਹੈ, ਸ਼ਬਦ ਕੰਨਾਂ ਨੂੰ ਸੁਣਨ ਵਾਲੀ ਚੀਜ਼ ਹੈ। ਜਿੱਥੇ ਤੱਕ ਗੁਰੂ ਗ੍ਰੰਥ ਦੀ ਗੱਲ ਹੈ, ਇਹ ਅੱਖਰ ਨੇ, ਬਾਣੀ ਨਹੀਂ ਹੈ, ਬੋਲੇ ਤੇ ਬਾਣੀ ਬਣੂ, ਇਹ ਤਾਂ ਅੱਖਰ ਨੇ। ਜੋ ਚੀਜ਼ ਅੱਖ ਨਾਲ ਦੀਦੀ ਹੈ ਉਹ ਅੱਖਰ ਨੇ, ਜੋ ਸੰਸਾਰ ਦੇ ਵਿੱਚ ਦੀਦਾ ਉਹਨੂੰ ਅੱਖਰ ਕਿਹਾ ਹੈ। ਦ੍ਰਿਸ਼ਟਮਾਨ ਅੱਖਰ ਹੈ ਜੇਤਾ, ਜੋ ਕੁਝ ਦ੍ਰਿਸ਼ਟੀ ਅੱਖ ਨਾਲ ਦੀਦਾ ਸਾਰਾ ਹੀ ਅੱਖਰ ਹੈ, ਚਾਹੇ ਕੁਛ ਵੀ ਹੈ ਉਹਨੂੰ ਅੱਖਰ ਹੈ। ਇੱਕੋ ਪੰਕਤੀ 'ਚ ਫੈਸਲਾ, ਦ੍ਰਿਸ਼ਟਮਾਨ ਅੱਖਰ ਹੈ ਜੇਤਾ, ਨਾਨਕ ਪਾਰ ਬ੍ਰਹਮ ਨਿਰਲੇਪਾ। ਪਾਰ ਬ੍ਰਹਮ ਤਾਂ ਨਿਰਲੇਪ ਹੈ, ਮਾਇਆ 'ਚ ਹੈ ਹੀ ਨਹੀਂ, ਉਹ ਤਾਂ ਅੱਖ ਨੂੰ ਦਿਖੇ ਨਹੀਂ ਸਕਦਾ, ਉਹ ਤਾਂ ਅੱਖ ਨੂੰ ਦਿਖੇ ਨਹੀਂ ਸਕਦਾ। ਗ੍ਰੰਥ ਵਿੱਚ ਗੁਰੂ ਪਰਮੇਸ਼ਰ ਹੈ, ਇਹ ਗੱਲ ਧਾਰਨਾ ਹੀ ਗਲਤ ਹੈ, ਬੇਸਲੈਸ। ਇਹ ਤਾਂ ਆਤਮਾ ਹੀ ਹੈ ਨਹੀਂ। ਜਿਵੇਂ ਪੱਥਰ 'ਚ ਆਤਮਾ ਨਹੀਂ, ਐਵੇਂ ਗ੍ਰੰਥ 'ਚ ਆਤਮਾ ਨਹੀਂ ਹੈ। ਜਿਹੜੇ ਮੰਨਦੇ ਨੇ ਮੂਰਖ ਨੇ, ਉਹੀ ਮਜ਼ਾਕ ਦੇ ਪਾਤਰ ਬਣ ਕੇ ਸੰਸਾਰ ਦੇ ਸਾਹਮਣੇ, ਜਿਵੇਂ ਮੂਰਤੀ ਵਾਲੇ ਬਣੇ ਹੋਏ ਨੇ। ਜਿਵੇਂ ਮੂਰਤੀ ਵਾਲਿਆਂ ਨੂੰ ਲੋਕ ਮਜ਼ਾਕ ਕਰਦੇ ਨੇ, ਉਹਨਾਂ ਨੂੰ ਵੀ ਐਵੇਂ ਮਜ਼ਾਕ ਹੋਊਗਾ। ਜੋ ਸੱਚ ਹੈ ਉਹਨੂੰ ਕਬੂਲ ਕਰਨਾ ਚਾਹੀਦਾ। ਜੀਵ ਕਿੱਥੇ ਹੈ? ਜੀਵ ਦਾ ਫੈਸਲਾ ਕੀਤਾ ਕਬੀਰ ਨੇ। ਜਿੱਥੇ ਜੀਵ ਹੈ ਉੱਥੇ ਉਧਰ ਹੈ ਪੇਟ ਹੈ, ਉਹਨੂੰ ਭੁੱਖ ਲੱਗਦੀ ਹੈ। ਜੀਵ ਆਤਮਾ ਦਾ ਫੈਸਲਾ ਕੀਤਾ। ਜੀਵ ਕਿਹਨੂੰ ਕਹਿੰਦੇ ਨੇ? ਪੱਥਰ ਨੂੰ, ਮੂਰਤੀ ਨੂੰ ਭੁੱਖ ਨਹੀਂ ਲੱਗਦੀ, ਉੱਥੇ ਜੀਵ ਨਹੀਂ ਹੈ। ਉਦੋਂ ਗੱਲ ਪੱਥਰ ਦੀ ਹੋ ਰਹੀ ਸੀ ਸਿਰਫ। ਕਬੀਰ ਵੇਲੇ ਗ੍ਰੰਥ ਤਾਂ ਕੋਈ ਥਾ ਨਹੀਂ, ਫਿਰ ਇਹਦਾ ਨਾ ਪੋਥੀ ਰੱਖਿਆ। ਤੇ ਗ੍ਰੰਥ ਤਾਂ ਕੱਲ੍ਹ ਦੀ ਗੱਲ ਹੈ, ਇਹ ਤਾਂ 18ਵੀਂ ਸਦੀ ਦੇ ਅਖੀਰ 'ਚ, 19ਵੀਂ ਸਦੀ ਦੇ ਸ਼ੁਰੂ ਦੀ ਗੱਲ ਹੈ, ਜਦੋਂ ਇਹਨੂੰ ਗੁਰੂ ਗ੍ਰੰਥ ਕਹਿਣ ਲੱਗੇ।
ਉਹਦੇ ਗੁਰਦੁਆਰੇ ਬਣੇ ਨੇ ਸਾਡੇ। ਗ੍ਰੰਥ ਨਾਲ ਗੁਰੂ ਜੁੜ ਗਿਆ। ਜਿਹੜੇ ਧਰਮਸਾਲ ਸੀ ਉਹਦੇ ਨਾਲ ਗੁਰਦੁਆਰਾ ਬਣ ਗਿਆ। ਇਹ ਤਾਂ ਕੱਲ ਦੀ ਗੱਲ ਹੈ, ਇਹ ਤਾਂ ਅਸੀਂ ਬਣਾਇਆ। ਕਿਉਂ ਬਣਾਇਆ ਉਹ ਇੱਕ ਅਲੱਗ ਗੱਲ ਹੈ, ਕੀ ਲੋੜ ਪਈ ਉਹ ਅਲੱਗ ਗੱਲ ਹੈ। ਤੇ ਉਹਦਾ ਅਸਰ ਵੀ ਜੇ ਅਸੀਂ ਬਣਾ ਲਿਆ ਉਹਦਾ ਅਸਰ ਵੀ ਉਲਟ ਹੋ ਗਿਆ, ਨੁਕਸਾਨ ਵੀ ਬਹੁਤ ਹੋਇਆ। ਭੁੱਖੇ ਸੀ, ਭੁੱਖਿਆਂ ਨੇ ਬਣਾ ਲਿਆ ਚੜਾਵੇ ਵਾਸਤੇ। ਸਿੱਧੀ ਗੱਲ ਇਹ ਹੈ, ਸੱਚ ਨੂੰ ਮੰਨਣਾ ਪਊਗਾ। ਸਾਧ ਸੀਗੇ, ਸਾਧਾਂ ਨੂੰ ਚੜਾਵਾ ਚਾਹੀਦਾ ਸੀ। ਸਾਧ ਆ ਬੜੇ, ਉਹਨਾਂ ਨੇ ਸਾਰਾ ਕੁਝ ਸਪਾਇਲ ਕਰਨਾ ਸੀ, ਵਿਚਾਰਧਾਰਾ ਨੂੰ ਖਤਮ ਕਰਤਾ ਉਹਨਾਂ ਨੇ। ਹੁਣ ਅਸੀਂ ਜੋ ਮਰਜ਼ੀ ਕਹੀ ਜਾਈਏ, ਕੌਣ ਪੁੱਛਦਾ ਇਹਨਾਂ ਗੱਲਾਂ ਨੂੰ। ਇਨ ਅੱਖਰਾਂ ਮੈਂ ਕੋਈ ਗੁਰਮੁਖ ਖੋਜੇ, ਗੁਰਬਾਣੀ 'ਚ ਲਿਖਿਆ। ਇਹ ਬੜੀ ਆਦਿ-ਪੁਰਖ ਹੈ ਕਰਤਾ, ਆਪੇ ਸੱਚਾ ਸੋਈ। ਇਨ ਅੱਖਰਾਂ ਮੈਂ ਕੋਈ ਇਹ ਤਾਂ ਅੱਖਰ ਨਹੀਂ। ਇਨ ਅੱਖਰਾਂ ਮੈਂ ਕੋਈ ਗੁਰਮੁਖ ਖੋਜੇ, ਤਾਸਰ ਲੇਖ ਨਾ ਹੋਏ। ਫਿਰ ਅੱਖਰੀ ਲਿਖਣ ਬੋਲਣ। ਜਿੱਥੇ ਤੱਕ ਲਿਖਤ ਅੱਖਰ ਹੋਣਗੇ ਉਹਨਾਂ ਨੂੰ ਬੁਲਾਵਾਂਗੇ। ਆਪਾਂ ਬੋਲਦੇ ਹਾਂ ਨਾ ਅੱਖਰਾਂ ਨੂੰ, ਉਹ ਫਿਰ ਬਾਣੀ ਬਣੂ। ਫਿਰ ਉਹਨੂੰ ਬਾਣੀ ਕਹਾਂਗੇ। ਫਿਰ ਆਵਾਜ਼ ਬਣੂਗੀ, ਫਿਰ ਸ਼ਬਦ ਬਣੂਗਾ, ਫਿਰ ਕੰਨਾਂ ਨਾਲ ਸੁਣਿਆ ਜਾਊਗਾ। ਸ਼ਬਦ ਕੰਨਾਂ ਦਾ ਵਿਸ਼ਾ ਹੁੰਦਾ, ਅੱਖਰ ਅੱਖਾਂ ਦਾ ਵਿਸ਼ਾ ਨਹੀਂ। ਇਹਨੂੰ ਸ਼ਬਦ ਗੁਰੂ ਕਹਿਣਾ ਵੀ ਮੂਰਖਤਾ ਹੈ। ਸ਼ਬਦ ਗੁਰੂ ਦਾ ਆਖਰੀ ਰੂਪ ਹੈ। ਸ਼ਬਦ ਗੁਰੂ ਦਾ ਆਖਰੀ ਰੂਪ ਹੈ, ਐ ਕਹਿ ਸਕਦੇ ਹਾਂ। ਸ਼ਬਦ ਗੁਰੂ ਤਾਂ ਉਹੀ ਸੀ ਜੋ ਬਿਨਾਂ ਕੰਨਾਂ ਨੂੰ ਸੁਣਿਆ। ਕੰਨਾਂ ਨੂੰ ਸੁਣਨ ਵਾਲਾ ਵੀ ਨਹੀਂ ਹੁੰਦਾ ਉਹ। ਇਹ ਗੁਰਬਾਣੀ ਦਾ ਆਖਰੀ ਰੂਪ ਹੈ, ਇਹ ਕਹਿ ਲਓ। ਜਿਹਨੂੰ ਗੁਰੂ ਨਾਨਕ ਸਿੱਧਾ ਨੂੰ ਸ਼ਬਦ ਗੁਰੂ ਸੁਰਤ ਤੋਂ ਚੇਲਾ ਕਹਿੰਦੇ ਨੇ ਨਾ, ਉਹ ਵੀ ਇਹ ਸ਼ਬਦ ਨਹੀਂ ਹੈ ਕੰਨਾਂ ਨੂੰ ਸੁਣਨ ਵਾਲਾ। ਜਿਹਨੂੰ ਗੁਰੂ ਨਾਨਕ ਕਹਿ ਰਹੇ ਨੇ ਸ਼ਬਦ ਗੁਰੂ ਸੁਰਤ ਤੋਂ ਚੇਲਾ, ਉਹ ਵੀ ਇਹ ਕੰਨਾਂ ਨੂੰ ਸੁਣਨ ਵਾਲਾ ਸ਼ਬਦ ਨਹੀਂ ਹੈ। ਉਹ ਸ਼ਬਦ ਮੱਖਣ ਹੈ ਨਿਰਾ, ਪ੍ਰਥਮੇ ਮੱਖਣ। ਉਹ ਸ਼ਬਦ ਦਾ ਗਿਆਨ ਜਿਹੜਾ ਦਿੱਤਾ ਬੋਲ ਕੇ, ਉਹ ਉਪਦੇਸ਼ ਹੈ। ਇਹ ਸ਼ਬਦ ਦਾ ਨਾਮ ਉਪਦੇਸ਼ ਹੈ। ਇਹ ਸ਼ਬਦ ਦਾ ਅਰਥ ਉਪਦੇਸ਼ ਹੈ। ਇਹ ਗੁਰ ਕੇ ਬਚਨ ਨੇ। ਇਹਨੂੰ ਗੁਰ ਕੇ ਬਚਨ ਕਿਹਾ ਹੈ। ਉਹ ਬਚਨ ਨਹੀਂ ਹੈ ਗੁਰ ਕੇ, ਉਹ ਪਰਮੇਸ਼ਰ ਦੀ, ਉਹ ਪਰਮੇਸ਼ਰ ਦੇ ਬਚਨ ਨੇ। ਇਹ ਗੁਰ ਕੇ ਬਚਨ ਨੇ। ਇਹ ਜਿਵੇਂ ਉਹਨੇ ਬੁਲਾਇਆ, ਉਹ ਬੁਲਾਉਣ ਵਾਲਾ ਇਹ ਬੋਲਿਆ ਹੋਇਆ ਹੈ। ਗੁਰਬਾਣੀ ਬੋਲੀ ਹੋਈ ਚੀਜ਼ ਹੈ। ਬਾਣੀ ਉਹ ਸੀ ਜਿਹਨੇ ਬੁਲਾਇਆ। ਬੁਲਾਉਣ ਵਾਲੀ ਚੀਜ਼ ਦਾ ਨਾਮ ਬਾਣੀ ਹੈ। ਜੋ ਬੋਲੀ ਹੋਈ ਹੈ ਉਹ ਗੁਰਬਾਣੀ। ਜੋ ਬੋਲੀ ਹੋਈ ਹੈ ਉਹਦਾ ਨਾਮ ਗੁਰਬਾਣੀ ਹੈ। ਜਿਹੜੀ ਭਾਸ਼ਾ ਉਹਨੇ ਵਰਤੀ ਹੈ ਪਰਮੇਸ਼ਰ ਨੇ, ਜੋ ਬੁਲਾਵੋ ਤੇ ਉਹ ਨਾਨਕ ਦਾਸ ਬੋਲਾ। ਜੋ ਨਾਨਕ ਦਾਸ ਬੋਲਿਆ ਉਹ ਗੁਰਬਾਣੀ ਹੈ। ਜੋ ਪਰਮੇਸ਼ਰ ਨੇ ਬੁਲਾਇਆ, ਜਿਹੜੀ ਭਾਸ਼ਾ ਉਹਨੇ ਇਹਨੂੰ ਕਹੀ ਜਾਵੇ ਐਂ ਬੋਲ, ਉਹ ਬਾਣੀ ਹੈ। ਦੋਹਾਂ 'ਚ ਫਰਕ ਹੈ। ਇਹ ਫਰਕ ਨੂੰ ਸਿੱਖ ਨਹੀਂ ਜਾਣਦੇ, ਨਾ ਇਹਨਾਂ ਨੂੰ ਪਤਾ, ਨਾ ਇਹਨਾਂ ਨੇ ਇਹਨੂੰ ਐਕਸਪਲੇਨ ਕੀਤਾ, ਨਾ ਇਹਨਾਂ ਨੇ ਖੋਜਿਆ ਇਹ ਗੱਲ। ਜੇ ਖੋਜਿਆ ਤਾਂ ਜਾਣ ਕੇ ਨਹੀਂ ਕਹਿੰਦੇ, ਜਾਂ ਫਿਰ ਐਂ ਹੋ ਸਕਦਾ ਪਤਾ ਹੋਵੇ ਜਾਣ ਕੇ ਨਹੀਂ ਕਹਿੰਦੇ। ਕਿਉਂਕਿ ਕਹਿੰਦੇ ਕਾਹਦੇ ਨਹੀਂ ਜਾਣ ਕੇ, ਲੁਕਾਉਂਦੇ ਕਾਹਦੇ। ਜੇ ਲੁਕਾਉਂਦੇ ਫਿਰ ਬੇਈਮਾਨ ਹੋ ਤੁਸੀਂ, ਫਿਰ ਤਾਂ ਬੇਈਮਾਨ ਹੋ। ਸੱਚ ਨੂੰ ਲੁਕੋਈ ਦਾ ਨਹੀਂ ਹੁੰਦਾ। ਸੱਚ ਨੂੰ ਲੁਕਾਉਣਾ ਮਹਾਪਾਪ ਹੈ। ਸੱਚ ਲੁਕਾਉਣੇ ਵਾਲੀ ਚੀਜ਼ ਹੈ, ਝੂਠ ਲੁਕਾਉਣੇ ਵਾਲੀ ਚੀਜ਼ ਹੈ। ਸੱਚ ਨੂੰ ਜਿਹੜਾ ਲੁਕਾਉਂਦਾ ਉਹ ਸੱਚ ਤੋਂ ਖਿਲਾਫ ਹੁੰਦਾ। ਸੱਚ ਤੋਂ ਖਤਰਾ ਹੈ। ਤੁਸੀਂ ਕਾਹਦੇ ਲਗਾਉਂਦੇ ਹੋ? ਜਿਹਨੂੰ ਸੱਚ ਤੋਂ ਖਤਰਾ ਹੈ ਉਹਦਾ ਝੂਠ ਨਾਲ ਪ੍ਰੇਮ ਹੈ। ਜ਼ਰੂਰੀ ਗੱਲ। ਜਿਹਦਾ ਸੱਚ ਨਾਲ ਪ੍ਰੇਮ ਹੈ, ਸੱਚ ਨੂੰ ਕਿਉਂ ਲਗਾਊਗਾ? ਵੀ ਮੇਰਾ ਝੂਠ ਨਾ ਕੱਟਿਆ ਜਾਵੇ, ਮੇਰੇ ਝੂਠ ਦਾ ਸਤਿਆਨਾਸ਼ ਨਾ ਹੋ ਜਾਵੇ, ਤਾਂ ਸੱਚ ਨੂੰ ਲਗਾਉਂਦੇ ਨੇ। ਮੈਂ ਝੂਠ ਰੱਖੀ ਬੈਠਾ, ਜੇ ਸੱਚ ਪ੍ਰਗਟ ਹੋਇਆ ਮੇਰਾ ਸਤਿਆਨਾਸ਼ ਹੋ ਜਾਊਗਾ। ਝੂਠ ਦਾ ਸਤਿਆਨਾਸ਼ ਨਾ ਹੋ ਜਾਵੇ, ਸਾਡੇ ਕਪਟ ਦਾ ਸਤਿਆਨਾਸ਼ ਨਾ ਹੋ ਜਾਵੇ, ਜਾਂ ਤਾਂ ਲਗਾਉਂਦੇ ਆ, ਜਾਂ ਸਾਨੂੰ ਫਿਰ ਪਤਾ
ਜੇ ਤਾਂ ਪਤਾ ਨਹੀਂ ਤਾਂ ਕੋਈ ਗੱਲ ਨਹੀਂ, ਫਿਰ ਤਾਂ ਓਮੀ ਸਾਧਨਾ ਮਾਰੀਏ ਹੁਣ ਆ ਜਾਣਾ, ਫਿਰ ਤਾਂ ਹੈਗੇ ਓਮੀ ਸਾਧ। ਪਰ ਜੇ ਪੜਿਆ ਹੋਵੇ ਗੁਨਾਹਗਾਰ ਫਿਰ ਕੋਈ ਬਖਸ਼ਿਸ਼ ਨਹੀਂ। ਜੇ ਜਾਣ ਕੇ ਲਗੋ ਰਿਹਾ ਫਿਰ ਅਪਰਾਧੀ। ਪੜਿਆ ਹੋਵੇ, ਜਿਹੜਾ ਪੜਿਆ ਹੋਇਆ ਜਾਣਦਾ ਗੁਨਾਹਗਾਰ, ਜੇ ਨਹੀਂ ਪਤਾ ਫਿਰ ਉਹ ਵੀ ਤਾਂ ਸਾਧ ਹੁੰਦਾ। ਉਹ ਵੀ ਕੌਣ ਹੁੰਦਾ? ਜਦੋਂ ਬੱਚਾ ਮਾਂ ਦੇ ਪੇਟ ਚੋਂ ਪੈਦਾ ਹੁੰਦਾ ਉਹ ਵੀ ਹੁੰਦਾ। ਜੈਸੀ ਉਪਜੀ ਪੇੜ ਤੇ ਉਹਨੂੰ ਜਿੱਧਰ ਮਰਜ਼ੀ ਲਾ ਲਓ। ਕਬੀਰ ਕਹਿੰਦਾ ਜੈਸੀ ਉਪਜੀ ਪੇੜ ਤੇ ਜੇ ਤੈਸੀ ਨਿਵਹਿ ਓੜ, ਹੀਰਾ ਕਿਸਕਾ ਪਪੜਾ ਪੁਜੇ ਨਾ ਲੱਖ ਕਰੋੜ। ਉਹਦੀ ਤਾਂ ਕੀਮਤ ਉਸ ਬੁੱਧੀ ਦੀ ਲੱਖਾਂ ਕਰੋੜਾਂ ਹੀਰਿਆਂ ਦੇ ਬਰਾਬਰ ਹੈ। ਇੱਕ ਹੀਰਾ ਕੀ ਲੱਖਾਂ ਕਰੋੜਾਂ ਹੀਰੇ ਨਹੀਂ ਉਹਦੇ ਬਰਾਬਰ। ਉਹ ਬਚਪਨ 'ਚ ਹੀ ਸਿੱਧਾ ਚਲਾ ਜਾਂਦਾ। ਸਾਹਿਬਜ਼ਾਦਿਆਂ ਨੂੰ ਕਿੱਥੋਂ ਆ ਗਿਆ ਗਿਆਨ? ਬਚਪਨ 8ਵੀਂ ਪਾਤਸ਼ਾਹੀ ਨੂੰ ਕਿੱਥੋਂ ਆ ਗਿਆ ਗਿਆਨ? ਕਿੰਨੀ ਉਮਰ ਸੀ? ਪੁਜੇ ਨਾ ਲੱਖ ਕਰੋੜ, ਸਿੱਧਾ ਹੀ ਚੜ੍ਹ ਗਏ। ਦੂਏ ਪਾਸੇ ਪਏ ਹੀ ਨਹੀਂ। ਗੁਰੂ ਘਰ 'ਚ ਉਹੀ ਗਿਆਨ ਸੀ, ਉਹੀ ਮਿਲ ਗਿਆ। ਉਲਟੇ ਪਾਸੇ ਤਾਂ ਸੁਣਿਆ ਹੀ ਨਹੀਂ ਗਿਆਨ। ਜਿਹੜੀ ਗੁਰਬਾਣੀ ਹੈ, ਗੁਰਬਾਣੀ ਪਹਿਲੀ ਮੌਤ ਕਰਦੀ ਹੈ। ਸਿਰਫ ਜਿਹੜਾ ਜਗ ਜੀਵਨ ਹੈ ਉਹ ਖਤਮ ਕਰਦੀ ਹੈ ਗੁਰਬਾਣੀ। ਜਗ ਜੀਵਨ ਖਤਮ ਕਰਦੀ ਹੈ। ਜਗ ਜੀਵਨ ਖਤਮ ਹੋਊ ਤਾਂ ਜਗ ਤੋਂ ਖੜਾ ਛੁੱਟੂ, ਵਰਨਾ ਛੁੱਟਣਾ ਨਹੀਂ ਖੜਾ। ਜੇ ਮੁਕਤੀ ਚਾਹੀਦੀ ਹੈ ਤਾਂ ਜਗ ਜੀਵਨ ਦਾ ਐਂਡ ਚਾਹੀਦਾ। ਜਗ ਛਡਾਉਂਦੀ ਹੈ। ਜਗ ਦਾ ਜਿਹੜਾ ਹੈ ਨਾ ਪ੍ਰੇਮ ਮੋਹ, ਇਹ ਛਡਾਉਂਦੀ ਹੈ ਬਾਣੀ। ਮੈਨੂੰ ਛੱਡ ਦੇ। ਅਗਰ ਸਾਗਰ ਚੋਂ ਬਾਹਰ ਨਿਕਲ ਜਾ, ਜੇ ਸੁਖ ਲੈਣਾ ਹੈ, ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ। ਮਾਇਆ ਦੀ ਸ਼ਰਨ ਛੱਡ ਕੇ ਰਾਮ ਕੀ ਸ਼ਰਨ ਲੈ ਲੈ। ਰਾਮ ਅੰਦਰ ਹੈ। ਰਾਮ ਉਹੀ ਦੇਵ ਹੈ। ਰਾਮ ਦੇਵ ਜਿਹੜਾ ਇਹ ਕ੍ਰਿਸ਼ਨ ਹੈ, ਉਹ ਰਾਮ ਹੈ ਅੰਦਰਲਾ। ਜੀ ਤੋਂ ਤੇਰਾ ਜਨਮ ਹੋਇਆ ਉਹਦੀ ਛੱਡ ਚਲਿਆ ਜਾ। ਜਿਹਨੂੰ ਪਿਤਾ ਮਾਤਾ ਕਹਿੰਦਾ ਉਹਦੀ ਛੱਡ ਚਲਾ ਜਾ, ਉਹੀ ਬਚਾਊ ਤੈਨੂੰ। ਜਿੱਥੋਂ ਪੈਦਾ ਹੋਇਆ ਉਹਦੀ ਛੱਡ ਚਲਾ ਜਾ। ਜੋ ਸੁਖ ਕੋ ਚਾਹੇ ਸਦਾ, ਇਹ ਗੱਲ ਗੁਰਬਾਣੀ ਕਹਿੰਦੀ। ਜਗ ਜੀਵਨ ਕਾਹਦੇ ਵਾਸਤੇ ਹੈ? ਜਗ ਜੀਵਨ ਤਾਂ ਸਿਰਫ ਸਦ ਜੀਵਨ ਵਾਸਤੇ ਹੈ। ਅੰਜਲ ਚੁਗਣ ਵਾਸਤੇ ਨਹੀਂ ਹੈ। ਇਹ ਅੰਜਲ ਚੁਗਣ ਨਹੀਂ ਆਇਆ। ਜਗ 'ਚ ਜੀਵਨ ਤਾਂ ਲਿਆ ਸਦ ਜੀਵਨ ਹੋਣ ਵਾਸਤੇ, ਤਾਂ ਕਿ ਨੀਂਦ ਆਵੇ ਹੀ ਨਾ। ਇਹਨੂੰ ਨੀਂਦ ਆਉਂਦੀ ਹੈ ਨਾ, ਨੀਂਦ ਹੀ ਮੌਤ ਹੈ। ਨੀਂਦ ਕੀ ਹੈ? ਨੀਂਦ ਮੌਤ। ਇੱਕ ਦਿਨ ਸੋਵਣ ਹੋਏਗਾ ਲਾਂਬੇ ਗੋੜ ਪਸਾਰ। ਜਿੰਨਾ ਚਿਰ ਅਸੀਂ ਰੋਜ਼ ਸੋਨੇ ਰੋਜ਼ ਮਰਦੇ ਹਾਂ। ਜਿੰਨਾ ਚਿਰ ਮਰੇ ਰਹਿੰਦੇ ਆ ਦੁਨੀਆ ਦਾ ਕੋਈ ਪਤਾ ਨਹੀਂ ਕੀ ਬੀਤਦਾ। ਉਦੋਂ ਵੀ ਐਵੇਂ ਹੀ ਹੈ। ਜਦੋਂ ਸੰਸਾਰ ਨਾਲ ਅਸੀਂ ਕੱਟ ਆਫ ਹੋ ਗਏ ਨਾ, ਸਾਡੀ ਸੁਰਤ, ਉਹ ਸਮਝੋ ਮ੍ਰਿਤਿੂ ਦਾ ਟਾਈਮ ਹੈ ਸਾਡਾ। ਉਦੋਂ ਜਗ ਤੋਂ ਅਸੀਂ ਬਾਹਰ ਹਾਂ। ਜਿਉਂਦੇ ਵੀ ਮਰੇ ਹੋਏ ਹਾਂ। ਜਿਉਂਦਾ ਮਰਿਆ ਕਿਵੇਂ ਹੁੰਦਾ? ਸੁੱਤਾ ਪਿਆ। ਜਿਉਂਦਾ ਵੀ ਹੈ, ਮਰਿਆ ਵੀ ਹੋਇਆ ਹੈ ਨਾ। ਬੇਹੋਸ਼ ਹੈ ਪਿਆ, 5 ਸਾਲ ਪਿਆ ਰਿਹਾ ਬੇਹੋਸ਼ੀ ਦੀ ਹਾਲਤ। ਜਿਉਂਦਾ ਵੀ ਹੈ, ਮਰਿਆ ਹੋਇਆ ਵੀ ਹੈ। ਇਹੋ ਜਿਹਾ ਜੀਵਨ ਬਾਹੋਸ਼ ਹੋਵੇ, ਹੋਸ਼ ਵੀ ਹੋਵੇ ਪੂਰੀ, ਜੀਵਨ ਵੀ ਆ ਜਾਵੇ, ਸੰਸਾਰ 'ਚ ਰਹਿੰਦਾ ਵੀ ਸੰਸਾਰ ਨਾਲ ਜੁੜਿਆ ਹੋਇਆ ਨਾ ਹੋਵੇ। ਕਿਹਦੇ ਨਾਲ ਜੁੜਿਆ ਹੋਵੇ? ਫਿਰ ਸੰਸਾਰ ਨਾਲ ਜੋੜਦੇ ਨੇ ਅੱਖਾਂ ਕੰਨ। ਸਿਰਫ ਜੀਵ ਨਹੀਂ ਜੋੜਦੀ ਸੰਸਾਰ ਨਾਲ। ਜੀਵ ਜੋੜਦੀ ਹੈ ਸਰੀਰ ਨਾਲ। ਸਿਰਫ ਸਰੀਰ ਦਾ ਟੇਸਟ ਦਾ ਹੀ ਹੈ ਸਰੀਰ ਦਾ। ਚਮੜਾ ਨਹੀਂ ਜੋੜਦਾ। ਚਮੜਾ ਗਰਮੀ ਸਰਦੀ ਨਾਲ ਜੋੜਦਾ।
ਸੰਸਾਰ ਨਾਲ ਨਹੀਂ ਜੋੜਦਾ। ਮਹਿਸੂਸ ਕਰਦਾ ਰਕਸ਼ਾ ਵਾਸਤੇ ਸਰੀਰ ਦੀ, ਹੋਰ ਕੁਛ ਨਹੀਂ ਜੋੜਦਾ। ਅੱਖਾਂ ਕੰਨ ਤੇ ਸਵਾ ਕੁਛ ਵੀ ਨਹੀਂ ਜੋੜਦਾ ਤੁਹਾਨੂੰ ਸਰੀਰ ਮਾਇਆ ਨਾਲ। ਦੋਹਾਂ ਨੂੰ ਇਹ ਉਪਦੇਸ਼ ਹੈ, ਇਹ ਨੇਤਰੋ ਮੇਰਿਓ ਹਰ ਤੋਂ ਮੈਂ ਜੋ ਧਰੀ ਹਰ ਬਰਾਬਰ ਨਾ ਦੇਖੋ। ਕੋਈ ਜਦ ਦੇਖਣਾ ਹੀ ਨਹੀਂ ਸੰਸਾਰ, ਸੁਪਨੇ ਵਾਲਾ ਜਿਹੜਾ ਮਰਿਆ ਹੈ ਉਹ ਨਹੀਂ ਦੇਖ ਰਿਹਾ, ਜਿਹੜਾ ਬੇਹੋਸ਼ ਪਿਆ ਉਹ ਵੀ ਨਹੀਂ ਦੇਖ ਰਿਹਾ, ਜਿਹੜਾ ਸੁੱਤਾ ਪਿਆ ਉਹ ਵੀ ਨਹੀਂ ਦੇਖ ਰਿਹਾ। ਦੇਖ ਨਹੀਂ ਰਿਹਾ ਜਾਂ ਸੰਸਾਰ ਦੇਖ ਹੀ ਨਹੀਂ ਰਹੇ ਜਿਉਂਦੇ ਮਰੇ ਹੋਏ ਹੋ। ਉਹ ਕੀ ਦੇਖ ਰਿਹਾ ਫਿਰ? ਘੱਟ ਘੱਟ ਮੈਂ ਹਰਜੂ ਦੇਖ ਰਿਹਾ। ਤੇ ਦੇਖ ਕੀ ਰਿਹਾ? ਕਹਿੰਦੇ ਘੱਟ ਘੱਟ ਮੈਂ ਹਰਜੂ ਬਸਾ ਸੰਤਰ ਕਿਹੋ ਪੁਕਾਰੋ। ਹਰਜੂ ਦੇਖ ਰਿਹਾ ਘੱਟ ਘੱਟ ਦੇ ਵਿੱਚ, ਉਹਦੀ ਬੁੱਧੀ ਨਾਪ ਰਿਹਾ ਰੇ ਕਿਸੇ ਦੀ, ਉਹਦਾ ਸਰੀਰ ਨਹੀਂ ਦੇਖ ਰਿਹਾ। ਉਹ ਇਹ ਨਹੀਂ ਦੇਖ ਰਿਹਾ ਰਵਿਦਾਸ ਦਾ ਜਨਮ ਕਿੱਥੇ ਹੋਇਆ। ਉਹਨੂੰ ਕੀ ਮਤਲਬ? ਸਰੀਰ ਤੇ ਚਮੜੇ ਤੇ ਉਹਨੂੰ ਕੀ ਮਤਲਬ? ਉਹ ਹੱਡ ਮਾਰਤਾ ਸਾਰਿਆਂ ਦਾ ਇੱਕੋ ਹੀ ਹੈ ਚਮੜਾ। ਚਮਰਪੋਸ਼ ਕਾ ਮੰਦਰ ਤੇਰਾ, ਮੰਦਰ ਦਾ ਸਾਰਿਆਂ ਦਾ ਚਮਰਪੋਸ਼ ਦਾ। ਰਵਿਦਾਸ ਦਾ ਕਿਹੜਾ ਇਕੱਲੇ ਦਾ ਚਮਰਪੋਸ਼ ਦਾ, ਸਾਰਿਆਂ ਦਾ ਹੀ ਹੈ। ਉਹੀ ਚੀਜ਼ਾਂ ਖਾਂਦੇ ਆ, ਉਸੇ ਦਾ ਲਹੂ ਬਣਦਾ, ਉਸੇ ਦਾ ਸਭ ਮਾਸ ਬਣਦਾ, ਉਸੇ ਦੀਆਂ ਹੱਡੀਆਂ ਬਣਦੀਆਂ ਨੇ। ਇਹ ਹੈ ਭੁਲੇਖਾ ਜਿਹਨਾਂ ਨੂੰ ਹੈਗਾ, ਉਹਨਾਂ ਵਾਸਤੇ ਪਾਇਆ ਹੈ ਸੀ, ਕੱਢ ਦਿੱਤਾ। ਧਰਤੀ ਜੋ ਉਹਨਾਂ ਨੇ ਖਾਧਾ, ਜੋ ਪੈਦਾ ਹੋਇਆ ਧਰਤੀ ਜੋ ਸਾਰੇ ਖਾਂਦੇ ਨੇ, ਇੱਕੋ ਹੀ ਗੱਲ ਹੈ। ਪੰਜੇ ਤੱਤ ਸਾਰਿਆਂ 'ਚ ਨੇ, ਹਵਾ ਉਹੀ ਆ ਸਾਹ ਲੈਂਦੇ ਆ, ਪਾਣੀ ਉਹੀ ਆ ਪੀਂਦੇ ਆ। ਇਹ ਐਵੇਂ ਉਹਨਾਂ ਦਾ ਪਖੰਡਵਾਦ ਸੀਗਾ, ਜਾਣ ਕੇ ਬਣਾਇਆ ਹੈਗਾ। ਉਹ ਤਾਂ ਖੰਡਨ ਕਰਤਾ, ਉਹਨੂੰ ਤਾਂ ਹੁਣ ਕੋਈ ਮੰਨਦਾ ਹੀ ਨਹੀਂ, ਖੈਰ ਕੋਈ ਵੀ ਨਹੀਂ ਮੰਨਦਾ ਉਹਨੂੰ ਤਾਂ। ਜਾਣੋ ਜੋਤ ਨਾ ਪੁੱਛੋ ਜਾਤੀ। ਜਾਤੀ ਤਾਂ ਪੁੱਛਣ ਦੀ ਲੋੜ ਨਹੀਂ ਤੁਹਾਨੂੰ ਵੀ, ਤੇਰੀ ਜਾਤ ਕੀ ਹੈ, ਪੁੱਛੋ ਹੀ ਨਾ ਜਾਤ ਕੀ ਹੈ। ਉਹਦੇ 'ਚ ਗਿਆਨ ਕਿੰਨਾ ਹੈ ਨਾ ਆਪਣਾ ਗਿਆਨ ਦੇਖ ਲਓ ਕਿੰਨਾ। ਗਿਆਨ ਨਾਲ ਗੱਲ ਕਰੋ, ਉਹਦੇ ਨਾਲ ਗਿਆਨ ਦਾ ਹੀ ਮਤਲਬ ਹੈ। ਜਾਣੋ ਜੋਤ ਨਾ ਪੁੱਛੋ ਜਾਤੀ, ਕਿਉਂ? ਅੱਗੇ ਜਾਤ ਨਾ ਹੈ, ਅੱਗੇ ਜਾਤ ਹੁੰਦੀ ਹੋਈ ਨਹੀਂ। ਉਹਦੀ ਦ੍ਰਿਸ਼ਟੀ ਅੱਗੇ ਹੈ, ਪਿੱਛੇ ਨਹੀਂ। ਡਰਾਈਵਰ ਦੀ ਹਮੇਸ਼ਾ ਹੀ ਧਿਆਨ ਅੱਗੇ ਹੀ ਚਾਹੀਦਾ। ਜੇ ਕੋਈ ਡਰਾਈਵਰ ਸਿਆਣਾ ਹੈ, ਉਹਦਾ ਧਿਆਨ ਹਮੇਸ਼ਾ ਅੱਗੇ ਹੀ ਚਾਹੀਦਾ। ਜੇ ਪਿੱਛਾ ਵੀ ਦੇਖਣਾ ਤਾਂ ਕੋਈ ਸ਼ੀਸ਼ਾ ਲੱਗਿਆ ਹੁੰਦਾ, ਗਰਦਨ ਨਹੀਂ ਮੋੜਨੀ ਪੈਂਦੀ। ਪਿੱਛੇ ਤਾਂ ਮੂਹਰਲਾ ਸ਼ੀਸ਼ਾ ਤੇ ਦਿਖੀ ਜਾਂਦਾ ਉਹਨੂੰ, ਫਿਰ ਵੀ ਉਹ ਗਰਦਨ ਨਹੀਂ ਘੁਮਾਉਂਦਾ ਹੁੰਦਾ। ਪਿੱਛੇ ਤਾਂ ਉਹਨੂੰ ਪਤਾ ਹੀ ਅੰਦਰ ਸ਼ੀਸ਼ਾ ਉਹਦੇ ਲੱਗਿਆ ਹੀ ਹੋਇਆ, ਜਿੱਥੇ ਦੀ ਲੰਘਿਆ। ਅੱਗੇ ਜਾਤ ਨਹੀਂ ਹੈ, ਇਸ ਕਰਕੇ ਤੁਸੀਂ ਅੱਗੇ ਜਿਹਨੇ ਜਾਣਾ, ਜਿਹਨੇ ਤਾਂ ਪਿੱਛੇ ਨੂੰ ਮੁੜਨਾ, ਫਿਰ ਉਹਦਾ ਜੋ ਮਰਜ਼ੀ ਕਰੀ ਜਾਵੇ। ਜਿਹਨੇ ਅੱਗੇ ਜਾਣਾ ਉਹ ਜਾਤ ਦੇਖ ਹੀ ਨਹੀਂ ਸਕਦਾ, ਸਰੀਰ ਦੇਖ ਹੀ ਨਹੀਂ ਸਕਦਾ। ਅੱਗੇ ਜਾਤ ਨਾ ਹੈ, ਅੱਗੇ ਜਾਤ ਹੈ ਉਹ ਨਹੀਂ, ਹੁੰਦੀ ਹੋਈ ਨਹੀਂ। ਅੱਗੇ ਜੋਤ ਇਹ ਹੁੰਦੀ ਹੈ। ਦੂਜੀ ਗੱਲ ਕੰਨਾਂ ਦੀ ਹੈ। ਜੇ ਕੋਈ ਸਮਝ ਵੀ ਲਵੇ ਬਾਣੀ, ਕੱਚਾ ਹੋਵੇ ਅਜੇ, ਦੂਜੀ ਗੱਲ ਕੋਈ ਸੁਣ ਲਵੇ ਤਾਂ ਭਰਮ 'ਚ ਪੈ ਸਕਦਾ। ਕੱਚਾ, ਕੱਚੇ ਵਾਸਤੇ ਹੈ ਨਾ। ਕਬੀਰ ਕਹਿੰਦਾ ਗੱਗਾ ਗੁਰ ਕੇ ਬਚਨ ਪਛਾਣਾ। ਗੱਗਾ ਗੁਰ ਕੇ ਬਚਨੀ, ਗੁਰ ਕੇ ਬਚਨਾਂ ਦੁਆਰਾ ਮੈਂ ਪਛਾਣਿਆ। ਕਿਹਨੂੰ? ਆਪਣੇ ਆਪ ਨੂੰ, ਆਪਣੇ ਮੂਲ ਨੂੰ। ਮੈਂ ਆਪਣੇ ਆਪ ਜੋਤ ਨੂੰ ਪਛਾਣਿਆ ਨਾ। ਗੰਗਾ ਗੁਰ ਕੇ ਬਚਨ ਪਛਾਣਾ, ਦੂਜੀ ਬਾਤ ਨਾ ਧਰ ਹੀ ਕੰਨ। ਜਿਹੜੇ ਦੂਜੇ ਮੈਨੂੰ ਕਹਿੰਦੇ ਮੇਰੇ ਨਾਲ ਦੇ, ਉਹਨਾਂ ਨੂੰ ਸੁਣਿਆ ਨਹੀਂ ਵੀ ਤੁਸੀਂ ਉਹਨੂੰ ਖਹਿੜਾ ਛੱਡੋ, ਮੇਰਾ ਪਰੇ ਹੋ ਜਾ। ਜਿਹੜੇ ਕਹਿੰਦੇ ਨਹੀਂ ਨਹੀਂ 4 ਦਿਨ ਤੂੰ ਮਹੀਨਾ ਜੇ ਮਾਲਾ ਫੇਰਦਾ ਤਾਂ ਗੱਲ ਬਣ ਜਾਣੀ ਸੀ, ਤੂੰ ਕਾਹਲੀ ਕਰ ਗਿਆ ਛੱਡਤਾ। ਹਟਾਉਣੇ ਵਾਲੇ ਸੀ ਨਾ ਦੂਜੇ ਪਾਸੇ ਤੇ, ਉਹਨਾਂ ਦੀ ਗੱਲ ਕੰਨ ਧਰਿਆ ਹੀ ਨਹੀਂ, ਉਹਨਾਂ ਦੀ ਗੱਲ ਸੁਣੀ ਹੋਈ ਨਹੀਂ। ਗੁਰਬਾਣੀ ਨੂੰ ਸੁਣ ਕੇ ਜਿਹੜਾ ਸਾਖੀਆਂ ਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਨਾ ਕਰਦਾ, ਉਹੀ ਗਾਹਾਂ ਨਿਕਲਦਾ। ਜੇ ਸਾਖੀਆਂ ਦੀਆਂ ਗੱਲਾਂ ਤੇ ਕੰਨ ਧਰ ਲਿਆ ਨਾ, ਕਰਾਮਾਤਾਂ ਤੇ, ਉਹ ਡੁੱਬ ਜੂਗਾ, ਉੱਥੇ ਛੱਡ ਜੂਗਾ ਗੁਰਬਾਣੀ। ਸਾਡੇ ਵਾਸਤੇ ਸਾਖੀਆਂ ਬੜੀਆਂ ਖਤਰਨਾਕ ਨੇ। ਸਾਖੀਆਂ ਗੈਰ ਕੁਦਰਤੀ ਗੱਲਾਂ ਨੇ, ਸਾਖੀਆਂ ਵਿੱਚ ਗੈਰ ਕੁਦਰਤੀ ਗੱਲਾਂ ਨੇ। ਅਸੀਂ ਪਹਾੜੇ 'ਚ ਕੁਦਰਤ ਦੇ ਵਿੱਚ ਰਹਿਣਾ।
ਕੁਦਰਤ ਦੇ ਵਿੱਚ ਤੁਹਾਨੂੰ ਰਹਿਣ ਨਹੀਂ ਦੇਣਾ, ਸਾਖੀਆਂ ਨੇ ਬਾਣੇ ਚੱਲਣ ਨਹੀਂ ਦੇਣਾ। ਸਾਖੀਆਂ ਨਹੀਂ ਬਾਣੇ ਚੱਲਣ ਦਿੰਦੀਆਂ, ਸਿਰਫ ਸਾਖੀਆਂ ਨੇ ਜਿਹੜੀਆਂ ਬਾਣੇ ਤੋਂ ਤੁਹਾਨੂੰ ਬਗਾਵਤ ਕਰਾਉਂਦੀਆਂ ਨੇ। ਵੀ ਜੀ ਬਾਬੇ ਬੁੱਢੇ ਨੇ ਗਠਾ ਭੰਨਿਆ ਤੇ ਆ ਵਰ ਦੇ ਦਿੱਤਾ, ਚੱਲ ਜੰਮਣ ਮਰਨਾ ਹੁਕਮ ਦੇ ਵਿੱਚੋਂ ਤੁਹਾਨੂੰ ਬਾਹਰ ਕਰਤਾ। ਇੱਕ ਪਾਸੇ ਤਾਂ ਜੰਮਣ ਮਰਨਾ ਹੁਕਮ ਹੈ, ਇੱਕ ਪਾਸੇ ਬਾਬੇ ਬੁੱਢੇ ਦਾ ਬਾਹਰ ਹੈ। ਜੇ ਉਹਨੂੰ ਮੰਨ ਲਿਆ ਬਾਣੇ 'ਚੋਂ ਬਾਹਰ ਚਲੇ ਜਾਓਗੇ। ਇਹ ਰਚੀਆਂ ਤਾਂ ਆਉਂਦੀਆਂ ਸਾਖੀਆਂ ਵੀ ਬਾਣਾ ਮੰਨਣ ਤੇ ਸਿੱਖ ਹਟ ਜਾਣ, ਹਟ ਗਏ। ਬਾਣਾ ਮੰਨਣ ਤੇ ਹਟ ਗਿਆ ਸਿੱਖ, ਸਿੱਖੀ ਤੋਂ ਖਾਰਜ ਹੋ ਗਿਆ। ਜਿਹੜਾ ਬਾਣਾ ਨਹੀਂ ਮੰਨਦਾ ਸਿੱਖੀ ਤੋਂ ਖਾਰਜ ਹੈ, ਜਿਹੜਾ ਬਾਣਾ ਮੰਨਦਾ ਉਹੀ ਸਿੱਖ। ਗੁਰ ਕੇ ਬਾਣੇ ਜੇ ਚੱਲਣੇ ਭਾਈ, ਵਿੱਚ ਬੋਹਿਤ ਬੈਠਾ ਹਾਏ ਉਹ ਸੇਫ ਹੈ। ਉਹ ਨਾਮ ਦੇ ਜਹਾਜ਼ 'ਚ ਬੈਠਾ ਹੈ ਜਿਹੜਾ ਬਾਣੇ ਦੇ ਵਿੱਚ ਹੈ। ਜੇ ਬਾਹਰ ਨਿਕਲ ਗਿਆ ਉਹ ਕਾਲ ਫਾਸ 'ਚ ਪੈ ਗਿਆ। ਬੜਾ ਪਲਾਨ ਬਣਾ ਕੇ ਡੁੱਗ, ਬਹੁਤ ਦਿਮਾਗ ਦਾ ਉਹਨਾਂ ਦਾ ਪੇਸ਼ਾ ਹੀ ਇਹ ਹੈ। ਪੰਡਤ ਦਾ ਅੱਜ ਤਾਈਂ ਪੇਸ਼ਾ ਹੀ ਇਹ ਰਿਹਾ, ਪੰਡਤ ਪਾੜੀ ਬਾਟ, ਕਿ ਬਾਟ ਪਾੜ ਦੇਣੀ ਹੈ। ਬਾਟ ਪਾੜਤੀ, ਸਾਡਾ ਰਸਤਾ ਹੀ ਬਦਲਤਾ ਉਹਨਾਂ ਨੇ। ਐਸੀਆਂ ਸਾਖੀਆਂ ਘੜੀਆਂ ਪਾਣਾ ਮੰਨਣ ਦੇ ਹਟਾਤੇ ਸੀ। ਜਿਹਨਾਂ ਨੂੰ ਸਾਖੀਆਂ ਚੰਗੀਆਂ ਲੱਗਦੀਆਂ ਨੇ ਉਹ ਗੁਰਬਾਣੀ ਮੰਨੇ ਨਹੀਂ ਸਕਦੇ, ਗੁਰਬਾਣੀ ਤੇ ਸ਼ੰਕਾ ਕਰਦੇ। ਤੇ ਗੁਰੂ ਕੇ ਬਚਨਾਂ ਤੇ ਤਾਂ ਭਰੋਸਾ ਨਹੀਂ। ਉਹ ਕੂੜ ਤੇ ਝੂਠ ਤੇ ਭਰੋਸਾ ਪਹਿਲਾਂ ਵੀ ਸੀ। ਇਹ ਪੰਚਮ ਪਾਤਸ਼ਾਹ ਦਾ ਇੱਕ ਸ਼ਬਦ, ਸੁਣੀ ਨਾ ਜਾਏ ਸੱਚ ਅੰਮ੍ਰਿਤ ਕਾਥਾ। ਦੇਖੋ ਖਾਸ ਗੁਰੂ ਦੇ ਮੂੰਹੋਂ ਗੱਲ ਨਿਕਲੀ ਹੋਈ ਹੈ, ਉਹਨਾਂ ਦੀ ਗੱਲ ਨਹੀਂ ਮੰਨ ਰਹੇ। ਉਹਨਾਂ ਦੇ ਹੁੰਦੇ ਪ੍ਰੋਬਲਮ ਆਈ ਹੋਈ ਹੈ, ਜਿਹੜੀ ਉਹਨਾਂ ਨੂੰ ਪ੍ਰੋਬਲਮ ਆਈ ਹੈ ਉਹ ਲਿਖੀ ਹੋਈ ਹੈ। ਅਸੀਂ ਤਾਂ ਕਿਹਦੇ ਪਾਣੀ ਹਾਰ, ਇਹ ਤਾਂ ਗੁਰਬਾਣੀ ਦੀ ਵਿਆਖਿਆ ਕਰਦੇ ਉਹਨਾਂ ਦੀ ਕਹੀ ਹੋਈ। ਸਾਨੂੰ ਤਾਂ ਕੀ ਨਾ ਸਿਆਣਾ ਬੇਰਾਂ ਵੱਟੇ, ਉਹਨਾਂ ਨੂੰ ਖੁਦ ਨੂੰ ਬੇਰਾਂ ਵੱਟੇ ਨਹੀਂ ਸਿਆਣਿਆ। ਐਡਾ ਟੀਕਾ ਜ਼ਬਰਦਸਤ ਲੱਗਿਆ ਨਾ ਬਾਹਮਣ ਦਾ ਲੋਕਾਂ ਦੇ, ਗੁਰੂਆਂ ਨੂੰ ਨਹੀਂ ਪੁੱਛਿਆ, ਉਹਨਾਂ ਦੇ ਹੁੰਦੇ ਭਗਤਾਂ ਨੂੰ ਨਹੀਂ ਸਿਆਣਿਆ। ਸੁਣੀ ਨਾ ਜਾਏ ਸੱਚ ਅੰਮ੍ਰਿਤ ਕਾਥਾ, ਰਾਰ ਕਰਤ ਝੂਠੀ ਲੰਘ ਗਾਥਾ। ਸਾਡੇ ਨਾਲੇ ਆ ਕੇ ਬਹਿਸ ਕਰਦੇ ਨੇ ਝੂਠੀ ਗਾਥਾ ਸੁਣ ਕੇ। ਐਸੀਆਂ ਗਾਥਾਵਾਂ, ਗਾਥਾ ਕਹਿੰਦੇ ਨੇ ਕੋਈ ਫਰਜ਼ੀ ਗੱਲ ਗੁੰਦ ਕੇ ਐਸੀ ਬਣਾਈਏ ਤੈਨੂੰ ਸੱਚ ਲੱਗਦੀ। ਐਸਾ ਝੂਠ ਦਾ ਗੁੰਦਣਾ ਗੁੰਦਿਆ, ਆਪਾਂ ਕਹਿੰਦੇ ਨਾ ਗੁੰਦਣਾ ਗੁੰਦਿਆ, ਗਾਥਾ ਕਿਹਾ ਗੁੰਦਣਾ ਐਸਾ ਝੂਠ ਦਾ ਗੁੰਦਿਆ ਤੈਨੂੰ ਲੱਗੂ ਇਹ ਸੱਚ। ਐਸਾ ਸਮਝਾ ਦੇਣਾ ਹੈ, ਲੋਭੀ ਆਦਮੀ ਝੱਟ ਮੰਨ ਲੈਂਦੇ ਨੇ। ਕਹਿੰਦੇ ਸੁਣੀ ਨਾ ਜਾਏ ਸੱਚ ਅੰਮ੍ਰਿਤ ਕਾਥਾ, ਸੱਚ ਦੀ ਕਥਾ ਜਿਹੜੀ ਅਸੀਂ ਸੁਣਾਉਂਦੇ ਆ ਨਾ ਗੁਰਬਾਣੀ, ਇਹਨੂੰ ਤਾਂ ਸੁਣਦੇ ਨਹੀਂ। ਇਹਨੂੰ ਤਾਂ ਜਦ ਬੋਲਦੇ ਆ ਐ ਲੱਗਦਾ ਜਦ ਬਿੱਛੂ ਲੜਦਾ ਉਹਨਾਂ ਦੇ ਨਾਮ ਸੁਣ ਤੇ ਜਦ ਬਿੱਛੂ, ਇਹ ਸੁਣ ਕੇ ਤਾਂ ਬਿੱਛੂ ਲੜ ਜਾਂਦਾ ਸੱਚ। ਸਗੋਂ ਜਿਹੜੀ ਝੂਠੀ ਗਾਥਾ ਸੁਣੀ ਹੈ ਉਹਨੂੰ ਸੱਚ ਮੰਨ ਕੇ ਸਾਡੇ ਨਾਲ ਆ ਕੇ ਬਹਿਸ ਕਰਦੇ ਨੇ। ਰਾਰ ਕਰਤ, ਰਾਰ ਦਾ ਮਤਲਬ ਬਹਿਸ ਕਰਨਾ, ਝਗੜਾ ਕਰਨਾ। ਰਾਰ ਕਰਦੇ ਝੂਠੀ ਲੱਗ ਗਾਥਾ, ਇਹ ਤਾਂ ਪਹਿਲਾਂ ਤੇ ਹੁੰਦਾ ਆਇਆ, ਹੁਣ ਕਿਉਂ ਨਹੀਂ ਕਰਨਗੇ? ਕਰਦੇ ਰਹਿਣ। ਗੁਰਬਾਣੀ ਤੋਂ ਬਾਗੀ ਜਿਹਨੇ ਹੋਣਾ ਸਿੱਖੀ ਤੋਂ ਬਾਗੀ ਆ ਉਹ, ਬਸ। ਹਾਂ, ਇਹਦੇ ਅਰਥ ਜੋ ਵਿਚਾਰੇ ਨੇ, ਇਹਦੇ ਅਰਥ ਵਿਚਾਰ ਸਕਦੇ ਆ, ਬਹਿ ਕੇ ਵਿਚਾਰ ਸਕਦੇ ਨੇ। ਜੇ ਕਿਤੋਂ ਗੜਬੜ ਹੈਗੀ ਹੈ, ਆਖਰ ਆਦਮੀ ਦਾ ਆਦਮੀ ਦੀ ਬੁੱਧੀ ਹੈ, ਇਹਦੇ ਸੰਸ਼ੋਧਨ ਹੋ ਸਕਦਾ। ਜੇ ਕਿਤੇ ਭੁਲੇਖਾ ਲੱਗ ਜਾਏ, ਆਪਾਂ ਨੂੰ ਵੀ ਲੱਗ ਸਕਦਾ ਭੁਲੇਖਾ, ਕੋਈ ਬੜੀ ਗੱਲ ਨਹੀਂ ਹੈ। ਉਹ ਦੱਸਣ ਵੀ ਇੱਥੋਂ ਭੁਲੇਖਾ ਲੱਗਿਆ ਹੈ, ਉਹ ਸੋਧ ਹੋ ਸਕਦੀ, ਉਹਦੇ 'ਚ ਕੀ ਹੈ, ਤਾਂ ਵਿਚਾਰੀ ਜਾ ਸਕਦੀ ਹੈ। ਪਰ ਇਹਦਾ ਸਿੱਧੀ ਹੋਈ ਗੱਲ ਹੈ ਪੰਚਮ ਪਾਤਸ਼ਾਹ ਦੀ, ਕਿ ਮਾਨਸ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਇੱਕ ਹੈ। ਇਹਦੇ ਵਿੱਚ ਕੀ ਜੰਮਣ ਮਰਨਾ ਹੁਕਮ ਹੈ, ਪਾਣੇ ਆਵੇ ਜਾਏ। ਇਹਨਾਂ ਭਗਤੀਆਂ ਦੀ ਰੋਸ਼ਨੀ ਵਿੱਚ ਉਹ ਗੱਲ ਕਿਵੇਂ ਸੱਚ ਮੰਨ ਲਈਏ ਅਸੀਂ? ਇਹਨਾਂ ਭਗਤੀਆਂ ਦੀ ਰੋਸ਼ਨੀ ਸੱਚ ਕਿਵੇਂ ਮੰਨ ਲਈਏ ਉਸ ਗੱਲ ਨੂੰ? ਇਹ ਤਾਂ ਸਾਫ਼ ਹੈ। ਹੋਰ ਸੈਂਕੜੇ ਭਗਤੀਆਂ, ਇਹਨਾਂ ਦੀ ਰੋਸ਼ਨੀ ਦੇ ਵਿੱਚ ਉਹ ਸਾਰਾ ਝੂਠ ਹੈ। ਕਿਉਂ ਝੂਠ ਕਰਿਆ? ਗੁਰਬਾਣੀ ਤੋਂ ਬਾਗੀ ਕਰਨਾ ਸੀ, ਤੁਹਾਨੂੰ ਕਰਤਾ।
ਭਾਣੇ ਤੋਂ ਬਾਗੀ ਕਰਨਾ ਸੀ, ਭਾਣਾ ਮੰਨਣ ਤੋਂ ਹਟਾਉਣਾ ਸੀ। ਜੇ ਭਾਣਾ ਮੰਨ ਲਿਆ ਉਹਨਾਂ ਦਾ ਸਾਰਾ ਹੀ ਜਿਹੜਾ ਹੈਗਾ ਸਿਸਟਮ ਹੈ ਫੇਲ ਹੋ ਜਾਊਗਾ। ਸਾਰਾ ਝੂਠ ਦਾ ਜੋ ਸਿਸਟਮ ਹੈ ਸਾਰਾ ਹੀ ਬੇੜਾ ਗਰਕ ਹੋ ਜਾਊਗਾ। ਭਗਤਾਂ ਨੇ ਭਾਣਾ ਹੀ ਮੰਨੇ, ਹੋਰ ਕੀ ਭਾਣਾ ਮੰਨਣ ਨੂੰ ਕਿਹਾ ਹੋਇਆ। ਤੇਰਾ ਭਾਣਾ ਮਿੱਠਾ ਲੱਗ, ਨਾਮ ਪਦਾਰਥ ਅੱਜ ਕਿਹਨੂੰ ਲੱਗਦਾ ਮਿੱਠਾ? ਲੱਗਦਾ ਕਿਸੇ ਨੂੰ ਕਿ ਮਿੱਠਾ ਲੱਗਦਾ ਹੈ। ਜੇ ਜੰਮਣ ਵਾਲਾ ਹੁਕਮ ਹੈ, ਇਹ ਭਾਣਾ ਹੈ, ਇਹੀ ਤਾਂ ਹੁਕਮ ਹੈ। ਗੁਰਬਾਣੀ ਹੁਕਮ ਹੈ, ਹੋਰ ਕੀ ਹੈ। ਜੇ ਗੁਰਬਾਣੀ ਮਿੱਠੀ ਨਹੀਂ ਲੱਗਦੀ ਤਾਂ ਭਾਣਾ ਮਿੱਠਾ ਨਹੀਂ ਲੱਗਦਾ। ਜੇ ਗੁਰਬਾਣੀ ਦੀ ਗੱਲ ਮਿੱਠੀ ਨਹੀਂ ਲੱਗਦੀ ਤਾਂ ਭਾਣਾ ਮਿੱਠਾ ਨਹੀਂ ਲੱਗਦਾ। ਭਾਣਾ ਹੀ ਦਾ ਹੀ ਐਕਸਪਲੇਨੇਸ਼ਨ ਹੈ ਗੁਰਬਾਣੀ। ਇਹ ਭਾਣੇ ਦੀ ਐਕਸਪਲੇਨ ਕੀਤਾ, ਉਹਦਾ ਭਾਣਾ ਕੀ ਹੈ ਇਹੀ ਐਕਸਪਲੇਨ ਕੀਤਾ ਗੁਰਬਾਣੀ। ਜੋ ਗੁਰਬਾਣੀ ਕੋਈ ਵੱਖਰੀ ਗੱਲ ਨਹੀਂ ਭਾਣੇ ਤੋਂ ਹੈ। ਗੁਰਬਾਣੀ ਨੂੰ ਮੰਨਣਾ, ਭਾਣੇ ਨੂੰ ਮੰਨਣਾ, ਭਾਣੇ ਚਾਹੁੰਣਾ। ਦੂਜੀ ਬਾਤ ਨਾ ਧਾਰੀ ਕਰਨਾ, ਦੂਜੀ ਬਾਤ ਤੇ ਕੰਨ ਵੀ ਨਹੀਂ ਧਰ ਸਕਦੇ ਅਸੀਂ। ਸੁਣਨਾ ਤਾਂ ਇੱਕ ਪਾਸੇ ਦੇ, ਕੰਨ ਵੀ ਨਹੀਂ ਧਰ ਸਕਦੇ। ਜਿਹੜੀ ਇਹ ਤੋਂ ਦੂਜੀ, ਇਹ ਤੋਂ ਵਿਰੋਧੀ ਗੱਲ। ਹੁਣ ਇਹ ਜੇ ਮੰਨ ਲਈਏ ਤਾਂ ਸੰਸਾਰ 'ਚ ਜਿਉਂਦਾ ਮੁਕਤ ਹੋ ਜਾਂਦਾ ਹੈ। ਇਹ ਜਿਹਨੂੰ ਮੰਨ ਲਈਏ ਨਾ, ਵਿੱਚ ਬੋਹਿਤ ਬੈਠਾ ਆਇਆ ਗੁਰ ਕੇ ਭਾਣੇ, ਜਿਹੜਾ ਭਾਣੇ ਚੱਲਦਾ ਹੈ ਉਹ ਜਿਉਂਦਾ ਮੁਕਤ ਹੈ। ਚਾਹੇ ਜਿਉਂਦਾ ਮਰਿਆ ਹੋਇਆ ਕਹਿ ਲਓ, ਚਾਹੇ ਜੀਵਨ ਮੁਕਤ ਕਹਿ ਲਓ। ਜਿਹੜਾ ਭਾਣੇ ਵਿੱਚ ਹੈ ਜੀਵਨ ਮੁਕਤ ਹੈ। ਉਹ ਜੀਵਨ ਮੁਕਤ ਸੋ ਆਖੀਏ ਮਰ ਜੀਵੇ ਮਰਿਆ। ਆਪਣੀ ਮਰਜ਼ੀ ਛੱਡਤੀ ਉਹਨੇ, ਆਪਣੀ ਕੋਈ ਇੱਛਾ ਹੀ ਨਹੀਂ ਉਹਦੀ। ਜੋ ਦੇਵੇ ਸੋ ਖਾਈ। ਭਾਣੇ ਜਾ ਗਿਆ, ਭਾਵੇਂ ਰਾਗ ਭਾਵੇਂ ਮਾਰ। ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ। ਤੂੰ ਚਾਹੇ ਡਬੋਦੇ ਹੁਣ ਸਾਰਿਆਂ। ਦੇਖੋ ਜੀ ਬੇੜੇ ਚੜ ਗਏ ਆਪਾਂ। ਉਹ ਤਾਂ ਹੁਣ ਜਿਹਦੇ ਬੇੜੇ 'ਚ ਉਹਦੀ ਮਰਜ਼ੀ ਹੈ, ਡਬੋਦੇ ਚਾਹੇ ਭਾਵੇਂ ਰਾਗ ਭਾਵੇਂ ਮਾਰ। ਭਰੋਸਾ ਤੇਰੇ ਤੇ ਕੀਤਾ। ਇਹ ਹੈ ਬਾਣੀ ਦਾ, ਗੁਰਬਾਣੀ ਦਾ ਉਪਦੇਸ਼। ਜੇ ਇਹ ਮੰਨ ਲਈਏ ਤਾਂ ਜਿਉਂਦਾ ਮਰਿਆ ਹੋਇਆ ਹੀ ਉਹ ਸੰਸਾਰ ਵੱਲੋਂ। ਦੇਖੋ ਇਹ ਸੰਸਾਰੀ ਮੌਤ ਹੈ, ਸੰਸਾਰੀ ਮੌਤ ਹੈ। ਸੰਸਾਰ ਝੂਠਾ ਹੈ, ਝੂਠ ਦੀ ਮੌਤ ਹੈ। ਅਸਲ 'ਚ ਸੰਸਾਰ ਦੀ ਮੌਤ ਦਾ ਮਤਲਬ ਝੂਠ ਦੀ ਮੌਤ ਹੈ। ਸਾਡੇ ਅੰਦਰ ਜਿਹੜਾ ਝੂਠ ਲੱਗਿਆ ਤਾਂ ਉਹਦੀ ਮੌਤ ਹੈ। ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ। ਸੰਸਾਰੀ ਜੀਵਨ ਦੀ ਮੌਤ ਅੰਦਰੋਂ ਝੂਠ ਦੀ ਮੌਤ ਹੈ। ਝੂਠ ਦੀ ਮੌਤ ਹੋ ਗਿਆ, ਸਚਿਆਰ ਹੋ ਗਿਆ। ਝੂਠ ਮਰ ਗਿਆ, ਬਚਿਆ ਕੀ? ਬਚਿਆ ਸਚਿਆਰਾ। ਇਹ ਤਾਂ ਕਿਹਾ ਸੀ ਕਿ ਸਚਿਆਰਾ ਐ ਹੋਈਦਾ ਸਚਿਆਰਾ। ਕਿ ਕੂੜੇ ਟੁੱਟੇ ਪਾਲ, ਕੂੜ ਦੀ ਪਾਲ ਟੁੱਟ ਗਈ। ਇਹ ਭਾਣਾ ਨਾ ਮੰਨਣਾ ਹੀ ਕੂੜ ਦੀ ਕੰਧ ਹੈ, ਵਿਚਾਲੇ ਦੀਵਾਰ ਹੈ। ਆਪਣੇ ਭਾਣੇ ਚੱਲੇ ਭਾਈ ਵਿਛੜ ਚੋਟਾਂ। ਆਪਣਾ ਭਾਣਾ ਦੀਵਾਰ ਹੈ ਕੂੜ ਦੀ। ਇਹਨੂੰ ਢਾਹ ਦੀਏ, ਹਟਾ ਦੀਏ ਵਿੱਚੋਂ, ਸਚਿਆਰਾ ਹੋ ਗਿਆ। ਇਹਦੇ ਬਾਅਦ ਸਤ ਜੀਵਨ ਹੋ ਗਿਆ। ਕੂੜ ਦਾ ਜੀਵਨ ਖਤਮ ਹੁੰਦੀ ਸਾਰੇ, ਸਤ ਜੀਵਨ ਆਪੇ ਹੀ ਹੋ ਗਿਆ। ਇੱਕੋ ਜੀਵਨ ਰਹਿ ਗਿਆ ਫਿਰ, ਜੀ ਕਾ ਜੀਵਨ। ਜੀ ਤਾਂ ਕਦੇ ਮਰਦਾ ਹੀ ਨਹੀਂ। ਜੀ ਕਾ ਜੀਵਨ ਕੀ ਹੁੰਦਾ? ਇਹ ਕਿਤੇ ਮਰਦਾ? ਇਹ ਤਾਂ ਮਰਦਾ ਹੈ ਉਹ ਨਹੀਂ। ਇਹਦਾ ਜੀਵਨ ਕੀ ਹੈ? ਇਹ ਤਾਂ ਵਾਰ-ਵਾਰ ਜਿਹੜਾ ਜਨਮ ਲੈਂਦਾ ਸੀ ਨਾ ਮਾਇਆ ਦੇ ਵਿੱਚ, ਉਹ ਛੁੱਟ ਗਿਆ ਬਸ। ਹੋਰ ਇਹਦਾ ਜੀਵਨ ਕੀ ਹੈ? ਬਾਕੀ ਜੀਵਨ ਤਾਂ ਹੈ ਉਹ ਹਮੇਸ਼ਾ ਇਹਦਾ। ਇਹ ਕੋ ਮਰਦਾ ਹੈ। ਇਹ ਸੌਂਦਾ ਜਾਗਦਾ ਸੀ, ਫਿਰ ਸੌਂਦਾ ਨਹੀਂ, ਹੁਣ ਜਾਗ ਪਿਆ। ਇਹਨੂੰ ਕਹਿੰਦੇ ਨੇ ਜਾਗ ਉਰੇ ਮਨਾ ਜਾਗ। ਜੇ ਜਾਗ ਲਿਆ ਤਾਂ ਸੰਸਾਰ ਛੱਡ ਦਿੱਤਾ, ਤਿਆਗਤਾ। ਸਮਝ ਆ ਗਈ ਵੀ ਦੁੱਖ ਦਾ ਕਾਰਨ ਸੰਸਾਰ ਹੈ। ਸੰਸਾਰ ਤਿਆਗਤਾ, ਮਨੋ ਤਿਆਗਤਾ। ਜਿਹਨੂੰ ਮਨੋ ਤਿਆਗਦੀ ਹੈ ਨਾ, ਕਹਿੰਦਾ ਵੀ ਤੇਰੇ ਭਾਵੇਂ ਮੈਂ ਮਰ ਗਿਆ, ਮੇਰੇ ਭਾਵੇਂ ਤੂੰ ਮਰ ਗਿਆ। ਮਨੋ ਤਿਆਗਤਾ, ਮਨੋ ਹੀ ਤਿਆਗੀ ਦਾ, ਹੋਰ ਕੀ ਆ? ਦਸਮ ਪਾਤਸ਼ਾਹ ਕੀ ਕਹਿੰਦੇ ਨੇ? ਕਹਿੰਦੇ ਜੰਗਲ ਜਾਣ ਦੀ ਕੀ ਲੋੜ ਹੈ? ਉਹ ਮਹਿਲਾ ਨੂੰ ਸਮਝ ਲੈ ਜੰਗਲ ਬਣ ਸੇ ਸਦਨ ਸਵੈ ਕਰ। ਸਮਝੋ ਸਦਨ ਵੀ ਨੇ ਤੇਰੇ, ਬਾਗ ਲੱਗੇ ਹੋਏ ਨੇ।
ਸਮਝ ਲੈ ਜੰਗਲ ਹੈ, ਕੀ ਫਰਕ ਪੈਂਦਾ? ਬੰਨਣ ਦੀ ਉਹ ਗੱਲ ਹੈ ਨਾ। ਬਣ ਸੇ ਸਦਨ ਸਭਾ ਕਰ ਸਮਝੋ, ਮਨ ਹੀ ਮਾਹੇ ਉਦਾਸ। ਉਦਾਸ ਤਾਂ ਮਨ ਨੇ ਹੋਣਾ ਜੇ ਉੱਥੇ ਜਾ ਕੇ ਵੀ ਨਾ ਹੋਇਆ। ਫਿਰ ਜੇ ਜੰਗਲ 'ਚ ਜਾ ਕੇ ਵੀ ਪਛਤਾਵਾ ਰਿਹਾ ਵੀ ਐਵੇਂ ਛੱਡਿਆ, ਸੁੱਤ ਘਰੇ ਰਹੀ, ਫਿਰ ਮਨ ਹੀ ਮਾਹੇ ਉਦਾਸਾ। ਮਨ ਦੇ ਵਿੱਚੋਂ ਤਿਆਗ ਦੋ। ਉਦਾਸਾ ਦਾ ਹੁੰਦਾ ਤਿਆਗ ਕਰ ਦੋ, ਤਿਆਗ ਕਰ ਦੋ। ਮਨ ਦੀ ਪਕੜ ਹੈ, ਮੇਰੇ ਤੇਰੇ ਦੀ ਪਕੜ ਬੰਦੀ ਹੈ। जब तेरा मेरा मिट जाए तब प्रभ काज सवारे आए। जब तेरी मेरी मिट जाए, जब अंदर तेरी और मेरी मिट जाती है ना, तब प्रभ काज सवारे। बाबे काज सिमर जाता। खड़ा चाहे जिथे मर्जी होवे, खड़न दी गल है। चाहे तो किसी दूए देश च बैठा होवे, ਜਿਹੜੀ ਹਿੰਦੁਸਤਾਨ ਦੀ ਸੰਪत्ति ਹੈ ਮੇਰੀ ਹੈ, ਅਟੈਚਮੈਂਟ ਤਾਂ ਇੱਥੇ ਹੀ ਹੈ ਨਾ ਉਹਦੀ, ਜਿੱਥੇ ਮਰਜ਼ੀ ਹੋਵੇ। ਇਹ ਮਰ ਕੇ ਅਟੈਚਮੈਂਟ ਨਹੀਂ ਛੱਡਦਾ। ਸੌਂ ਜਾਂਦਾ, ਮਰੇ ਜਾਂਦਾ ਨਾ, ਅਟੈਚਮੈਂਟ ਹੁੰਦੀ ਨਹੀਂ। ਜਾਗਦੇ ਦੀ ਫਿਰ ਹੋ ਜਾਂਦੀ ਹੈ। ਜਾਗਦੇ ਦੀ ਜਦ ਅਟੈਚਮੈਂਟ ਫਿਰ ਉੱਥੇ। ਇੱਕ ਜੀਵਨ ਮਰਨਾ ਹੈ। ਮਰਤਾ ਮਰਤਾ ਜਗ ਮੂਆ, ਮਰ ਵੀ ਨਾ ਜਾਣਿਆ ਕੋਈ। ਸੰਸਾਰ ਮਰੀ ਜਾਂਦਾ, ਜੰਮੀ ਜਾਂਦਾ, ਮਰੀ ਜਾਂਦਾ, ਪਰ ਮਰਨਾ ਕਿਹਨੂੰ ਕਹਿੰਦੇ ਨੇ ਇਹ ਕੋਈ ਨਹੀਂ ਜਾਣਦਾ। ਜੇ ਸੰਸਾਰ ਤਾਂ ਜਾਣਦਾ ਮਰਨਾ, ਰੋਜ਼ ਤਾਂ ਕਹਿੰਦੇ ਨੇ ਮਰਨਾ। ਉਹ ਲਿਖਾ ਕੇ ਆਉਂਦੇ ਨੇ ਮਿਊਨਿਸਪੈਲਿਟੀ 'ਚ, ਅਦਾਲਤਾਂ ਬੋਲਦੀਆਂ ਨੇ ਮਰ ਗਿਆ। ਗੁਰਬਾਣੀ ਕਹਿੰਦੇ ਮਰ ਵੀ ਨਾ ਜਾਣਿਆ ਕੋਈ। ਗੁਰਬਾਣੀ ਨੇ ਤਾਂ ਉਹ ਗੱਲ ਕਹਿਤੀ ਜਿਹੜੀ ਸਾਰੇ ਸੰਸਾਰ ਤੋਂ ਉਲਟਾ। ਫਿਰ ਕੋਰਟਾਂ ਤੋਂ ਵੀ ਉਲਟਾ, ਸੁਪਰੀਮ ਕੋਰਟ ਵੀ ਮੰਨਦੀ ਹੈ, ਸਰਕਾਰ ਵੀ ਮੰਨਦੀ ਹੈ ਮਰ ਗਿਆ। ਗੁਰਬਾਣੀ ਕਹਿੰਦੀ ਮਰਿਆ ਹੀ ਨਹੀਂ। ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮੈਂ ਕਰੋ ਵਿਚਾਰੋ ਤੋਂ ਚਲਦ ਪਿਆ। ਕਿਉਂ ਗੱਲ ਗੁਰਬਾਣੀ ਦੀ ਜੋਤ ਤੇ ਟਿਕੀ ਹੋਈ ਹੈ, ਸਰੀਰ ਤੇ ਟਿਕੀ ਹੋਈ। ਸੰਸਾਰ ਸਰੀਰ ਤੇ ਟਿਕਿਆ ਹੋਇਆ, ਜੋਤ ਨਾਲ ਸੰਬੰਧ ਕੋਈ ਨਹੀਂ। ਸੰਸਾਰ ਸਰੀਰ ਤੇ ਖੜਾ ਹੈ। ਸਰੀਰ ਹੈ ਤਾਂ ਜਿਉਂਦਾ ਹੈ, ਸਰੀਰ ਨਹੀਂ ਹੈ ਮਰ ਗਿਆ। ਗੁਰਬਾਣੀ ਖੜੀ ਹੈ ਜੋਤ ਤੇ, ਜੋਤ ਤਾਂ ਮਰਦੀ ਹੋ ਨਹੀਂ। ਇਹ ਜਿਹੜਾ ਭਾਸ਼ਾ ਦਾ ਫਰਕ ਹੈ, ਦ੍ਰਿਸ਼ਟੀਕੋਣ ਦਾ ਫਰਕ ਹੈ, ਇਹ ਸੰਸਾਰੀ ਔਰ ਭਗਤਾਂ ਦਾ ਇਹੀ ਫਰਕ ਹੈ। ਤਾਂ ਨਹੀਂ ਜੋੜ ਆਉਂਦਾ ਇਹਦਾ। ਜੋੜ ਆਵੇ ਕਿਵੇਂ? ਉਹ ਆਤਮਾ ਨਾਲ ਜੁੜੇ ਖੜੇ ਨੇ, ਉਹ ਸਰੀਰ ਨਾਲ ਜੁੜੇ ਖੜੇ ਨੇ, ਮਾਇਆ ਨਾਲ ਜੁੜੇ ਖੜੇ ਨੇ, ਤਾਂ ਨਹੀਂ ਹੁੰਦਾ। ਐਸੀ ਮਰਨੀ ਜੀਵਣੇ ਬਹੁਰ ਨਾ ਮਰਨਾ, ਕੈਸੀ ਮਰਨੀ ਮਰੇ। ਜਿਉਂਦਾ ਹੀ ਸੰਸਾਰ ਨੂੰ ਤਿਆਗ ਦੇਵੇ ਮਨੋਂ। ਦੇਖੋ ਇੱਕ ਮਰਨੀ ਮਰਨਾ ਹੈ, ਦੋ ਮਰਨੀਆਂ ਨਹੀਂ ਮਰਨਾ ਹੈ। ਜੀਵਨ ਦੋ ਪ੍ਰਕਾਰ ਦਾ ਜ਼ਰੂਰ ਹੈ। ਜੀਵਨ ਦੋ ਪ੍ਰਕਾਰ ਦਾ, ਇੱਕ ਝੂਠਾ ਜੀਵਨ ਹੈ, ਇੱਕ ਸੱਚਾ ਜੀਵਨ। ਝੂਠਾ ਜੀਵਨ ਹੈ ਜਿਹੜਾ ਤਿਆਗਣਾ ਹੈ, ਇਹ ਮਰਨਾ ਛੱਡਣਾ, ਤਿਆਗਣਾ ਹੀ ਹੈ। ਝੂਠਾ ਜੀਵਨ ਤਿਆਗ ਦੇਣਾ। ਪਰ ਇਹ ਤਾਂ ਕਹਿੰਦਾ ਦੁਬਾਰਾ ਜਨਮ ਫਿਰ ਮਿਲੇ। ਝੂਠੇ ਜੀਵਨ ਨੂੰ ਤਿਆਗਦਾ ਨਹੀਂ, ਅਗਲਾ ਜਨਮ ਫਿਰ। ਪਹਿਲਾਂ ਤਾਂ ਛੱਡਣਾ ਨਹੀਂ ਚਾਹੁੰਦਾ ਇਹਨੂੰ। ਜਦ ਕੱਚਾ ਰਹਿ ਜਾਂਦਾ ਫਿਰ ਉਹ ਕਹਿੰਦੇ ਨੇ ਵੀ ਅਜੋ ਇਹਦਾ ਬਈ ਜੀ ਮਾਇਆ ਜਿਹਨੂੰ ਫਿਰ ਭੇਜਦੀ ਹੈ। ਇਹਦੇ ਅੰਦਰ ਭੁੱਖ ਹੈ ਮਾਇਆ ਦੀ, ਇਹਦੀ ਇੱਛਾ ਹੈ। ਇਹਦੀ ਇੱਛਾ ਅਨੁਸਾਰ ਜੀਵਨ ਮਿਲਦਾ, ਹੋਰ ਕੁਝ ਨਹੀਂ ਹੈ। ਸਜ਼ਾ ਨਹੀਂ ਹੈ। ਜੇ ਸਜ਼ਾ ਹੋਵੇ ਤਾਂ ਕਰੂਅਲ ਕਿਹਾ ਜਾਵੇ ਪਰਮੇਸ਼ਰ ਨੂੰ। ਕਰੂਅਲ ਨਹੀਂ ਹੈ, ਉਹ ਦਿਆਲੂ ਹੈ। ਇਹਦੇ ਅੰਦਰ ਇੱਛਾ ਫਿਰ ਭੇਜ ਦਿੰਦਾ। ਜਿੰਨਾ ਚਿਰ ਇਹਦੇ ਅੰਦਰ ਇੱਛਾ ਭੇਜਦਾ ਰਹਿੰਦਾ। ਸਾਡੀ ਇੱਛਾ ਜਨਮ ਤੋਂ ਆਉਂਦੀ ਹੈ, ਸਾਨੂੰ ਕੋਈ ਸਾਨੂੰ ਸਜ਼ਾ ਨਹੀਂ ਹੈ। ਇਸ ਕਰਕੇ ਦਿਆਲੂ ਕਿਹਾ ਹੋਇਆ, ਕਿਰਪਾਲੂ ਕਿਹਾ ਹੋਇਆ। ਇੱਛਾ ਤਾਂ ਸਾਡੀ ਹੈ ਨਾ ਜਨਮ ਲੈਣ ਦੀ। ਜੇ ਸਾਡੀ ਇੱਛਾ ਨਾ ਰਹੇ ਜਨਮ ਦੀ, ਫਿਰ ਕਹਿੰਦੇ ਠੀਕ ਹੈ, ਇੱਧਰ ਵੀ ਤੇਰਾ ਹੀ ਸਾਡਾ ਹੀ ਘਰ ਹੈ, ਇੱਧਰ ਵੀ ਸਾਡਾ ਹੀ ਘਰ ਹੈ। ਜੇ ਐ ਰਹਿਣਾ ਚਾਹੁੰਦਾ, ਘਰ 'ਚ ਵੀ ਆਪਣਾ ਹੀ ਹੈ, ਕਿਹੜਾ ਬਗਾਨਾ। ਆਹ ਲੋਕ ਕਿਹੜਾ ਬਗਾਨਾ ਨਾ, ਪਰ ਲੋਕ ਬਗਾਨਾ ਨਾ, ਇਹ ਲੋਕ ਬਗਾਨਾ। ਦੋਏ ਘਰ ਨੇ। ਵੀ ਤਾਂ ਬਾਹਰਲੇ ਕਰ ਲੈਣੇ ਬਾਹਰਲੇ ਰਹਿ, ਅੰਦਰਲੇ ਕਰ ਲੈਣੇ ਅੰਦਰਲੇ ਰਹਿ। ਦੋਏ ਘਰ ਨੇ। ਕੋਈ ਕਹੇ ਵੀ ਬਾਹਰਲੇ ਘਰ ਹਵਾ ਹਵਾ ਵਧੀਆ ਹੈ,
ਅੰਦਰਲੇ ਘਰ ਨਹੀਂ ਮੈਨੂੰ ਠੀਕ, ਮੈਂ ਤਾਂ ਬਾਹਰਲੇ ਘਰ ਨੂੰ ਕਹਿੰਦਾ ਬਾਹਰਲੇ ਰਹਿ ਪਿਆ ਤੂੰ, ਕੋਈ ਨਹੀਂ ਬਾਹਰਲਾ ਘਰ ਹੈ, ਇੱਕ ਅੰਦਰਲਾ ਘਰ ਹੈ, ਦੋਏ ਘਰ ਨੇ ਨਾ। ਇਹਦੀ ਇੱਛਾ ਤੇ ਡਿਪੈਂਡ ਕਰਦਾ, ਕੋਈ ਕਿਸੇ ਦਾ ਦਖਲ ਨਹੀਂ। ਇਸ ਕਰਕੇ ਇਹਨੂੰ ਆਪੇ ਆਇਆ, ਆਪੇ ਜਿਹੜਾ ਲਫ਼ਜ਼ ਹੈ ਨਾ ਆਪ, ਇਹਦੀ ਆਪਣੀ ਮਰਜ਼ੀ ਤੇ ਹੈ, ਇੱਥੇ ਰਹਿਣਾ ਚਾਹੁੰਦਾ ਜਾਂ ਨਹੀਂ ਰਹਿਣਾ ਚਾਹੁੰਦਾ, ਆਪਣੇ ਹੱਥੀਂ ਆਪਣਾ ਕਾਜ ਸਵਾਰਨਾ ਚਾਹੁੰਦਾ ਜਾਂ ਨਹੀਂ ਚਾਹੁੰਦਾ, ਇਹਦੇ ਤੇ ਡਿਪੈਂਡ ਹੈ। ਗੁਰਬਾਣੀ ਨੇ ਤਾਂ ਉਪਦੇਸ਼ ਦੇ ਦਿੱਤਾ, ਪਰਮੇਸ਼ਰ ਨੇ ਤੈਨੂੰ ਉਪਦੇਸ਼ ਦੇ ਦਿੱਤਾ, ਗੱਲ ਦੱਸਦੀ, ਗੱਲ ਉਹਨਾਂ ਨੇ ਦੱਸੀ, ਕਿਸੇ ਆਦਮੀ ਦੇ ਥਰੂ ਇਹਨੂੰ ਸਮਝਾ ਦਿੱਤਾ, ਭੁਲੇਖਾ ਕੱਢਤਾ ਵੀ ਆਹ ਗੱਲ ਹੈ, ਹੁਣ ਤੇਰੀ ਮਰਜ਼ੀ ਹੈ। ਦੋਏ ਘਰ ਆਪਣੇ ਹੀ ਨੇ, ਕੋਈ ਗੱਲ ਨਹੀਂ ਹੈ, ਇੱਥੇ ਮੁੱਕਦਾ, ਇੱਥੇ ਵੀ ਕੁਛ ਨਹੀਂ, ਇੱਥੇ ਪਰ ਬੰਦਾ ਬਣ ਕੇ ਰਹੇਗਾ ਚੰਗੀ ਗੱਲ ਹੈ, ਨਾ ਬੰਦਾ ਬਣੇਗਾ ਇੱਥੇ ਸਰਕਾਰਾਂ ਹੈਗੀਆਂ ਨੇ, ਇੱਥੇ ਵੀ ਸਿਸਟਮ ਹੈਗਾ। ਹਾਂਜੀ, ਆਤਮਾ ਵਾਸੁਦੇਵ ਵਸੈ ਜੇ ਕੋ ਜਾਣੇ ਪਿਓ। ਜੇ ਕੋਈ ਇਸ ਗੱਲ ਦਾ ਭੇਦ ਜਾਣ ਲਵੇ, ਆਤਮਾ ਦਾ ਨਿਵਾਸ ਕਿੱਥੇ ਹੈ, ਆਤਮਾ ਕਿੱਥੋਂ ਪੈਦਾ ਹੁੰਦੀ ਹੈ, ਕਿੱਥੇ ਜਾ ਕੇ ਸਮਾਉਂਦੀ ਹੈ, ਇਹ ਭੇਦ ਜੇ ਕੋਈ ਜਾਣ ਲਵੇ। ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ। ਨਾਨਕ ਕਹਿੰਦਾ ਮੈਂ ਤਾਕਾ ਦਾਸ, ਨਾਨਕ ਦਾ ਖੁਦ ਵੀ ਜਾਣਦਾ ਭੇਦ ਨੂੰ, ਫਿਰ ਦਾਸ ਕਾਹਤੇ ਹੈ? ਇਹ ਭੇਦ ਨੂੰ ਤਾਂ ਨਾਨਕ ਆਪ ਜਾਣਦਾ, ਪਰ ਉਹ ਕਹਿੰਦਾ ਵੀ ਜਿਹੜਾ ਇਹ ਭੇਦ ਜਾਣਦਾ ਹੈ, ਚਾਹੇ ਉਹ ਮੇਰਾ ਚੇਲਾ ਜਾਂ ਮੈਂ ਉਹਦਾ ਦਾਸ ਹਾਂ। ਦੱਸੋ ਕੋਈ ਇਹੋ ਜਿਹਾ ਗੁਰੂ ਦੇਖਿਆ? ਇਹੋ ਜਿਹਾ ਗੁਰੂ ਕੋਈ ਦੇਖਿਆ ਜਿਹੜਾ ਇਹ ਕਹਿੰਦਾ ਹੋਵੇ ਵੀ ਜਿਹੜਾ ਮੇਰਾ ਚੇਲਾ ਹੀ ਹੈ, ਚਲੋ ਚੇਲਾ ਹੀ ਕਹਿ ਲੈਂਦੇ, ਸਿੱਖ ਹੈ, ਜਿਹੜਾ ਇਹ ਭੇਦ ਜਾਣ ਲਵੇ, ਜੋ ਮੈਂ ਕਿਹਾ ਬੁੱਝ ਲਵੇ, ਮੈਂ ਉਹਦਾ ਹੀ ਦਾਸ ਹਾਂ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਜੋ ਇਹ ਤੋਂ ਵੀ ਥੱਲੇ ਦੀ ਗੱਲ ਹੈ, ਜੋ ਹੋਰ ਇਹ ਤੋਂ ਹੋਰ ਥੱਲੇ ਇੱਕ ਪੌੜੀ ਹੋਰ ਥੱਲੇ। ਜਿਸ ਜਨ ਕੋ ਪ੍ਰਭ ਕਹਿੰਦੇ ਜਿਹਨੂੰ ਪਿਆਸ ਹੈ ਲੱਗਿਆ ਹੀ, ਨਾਨਕ ਤਾਂ ਕੇ ਬਲ ਬਲ ਜਾਸਾ, ਉਹਦਾ ਦਾਸਤਾ ਨਹੀਂ, ਉਹਦੇ ਬਲਿਹਾਰੀ, ਉਹਦੇ ਕੁਰਬਾਨ, ਕਿਉਂਕਿ ਉਹ ਇੱਕ ਡਿਗਰੀ ਥੱਲੇ ਹੈ, ਉਹਦੇ ਕੁਰਬਾਨ। ਜੋ ਦਿਸੈ ਗੁਰ ਸਿਖੜਾ, ਉਹ ਇਹਦੇ ਬਰਾਬਰ ਦੀ ਗੱਲ ਹੈ, ਪਿਆਸੇ ਵਾਲੀ ਗੱਲ ਹੈ। ਜਿਹੜਾ ਤਿਸ ਨਿਮਨ ਲਾਗੇ ਪਾਏ, ਉਹਦੇ ਅੱਗੇ ਨੀਵਾਂ ਹੋ ਕੇ ਚੱਲਣਾ ਚਾਹੀਦਾ, ਉਹਦੀ ਗੱਲ ਮੰਨ ਕੇ ਮੰਨਣੀ ਚਾਹੀਦੀ ਹੈ, ਉਹਦੇ ਪਿੱਛੇ ਲੱਗਣਾ ਚਾਹੀਦਾ। ਹਾਂ, ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦੇਵ। ਉਹ ਜਿਹੜਾ ਆਦਮੀ ਹੈ ਨਿਰੰਜਨ ਦੇਵ ਹੈ, ਦੇਵਾ ਨਹੀਂ ਹੈ, ਉਹ ਦੇਵਤਾ ਨਹੀਂ ਹੈ, ਨਿਰੰਜਨ ਦੇਵ ਹੈ। ਨਾ ਦੇਵ ਰਹਾ ਨਾ ਦੇਵਤਾ ਰਹਾ, ਦੋ ਹੀ ਨਹੀਂ ਰਹੇ। ਦੇਵ ਨਹੀਂ ਰਿਹਾ, ਦੇਵਤਾ ਵੀ ਨਹੀਂ ਰਿਹਾ, ਇੱਕ ਨਵੀਂ ਚੀਜ਼ ਬਣ ਗਿਆ, ਦੇਵ ਬਣ ਗਿਆ। ਨਾਮ ਦੇਵ ਹੈ, ਉੱਤੇ ਨਾਮ ਦੇਵ ਆਇਆ, ਫਿਰ ਪਹਿਲਾ ਨਾਮ ਦੇਵ ਨਹੀਂ ਆਇਆ, ਨਾਮ ਦੇਵ ਨਹੀਂ ਆ ਸਕਦਾ, ਦੇਵ ਅੱਧਾ ਹੁੰਦਾ, ਦੇਵਾ ਵੀ ਅੱਧਾ ਹੁੰਦਾ, ਦੇਵ ਵੀ ਅੱਧਾ ਹੁੰਦਾ, ਇੱਥੇ ਦੇਵ ਲਫ਼ਜ਼ ਲੱਗਿਆ। ਜਿਹਦੇ ਥਰੂ ਨਾਮ ਦਿੱਤਾ ਜਾਂਦਾ ਹੈ, ਨਾਮ ਦੇਵ ਕੌਣ ਹੈ? ਜਿਹਦੇ ਥਰੂ ਪਰਮੇਸ਼ਰ ਨਾਮ ਦੇ ਰਿਹਾ, ਸੰਸਾਰ ਨੂੰ ਵੰਡ ਰਿਹਾ, ਉਹ ਨਾਮ ਦੇਵ ਹੈ। ਜਿਹਦੇ ਥਰੂ ਸੰਸਾਰ ਨੂੰ ਨਾਮ ਦਿੱਤਾ ਜਾ ਰਿਹਾ, ਉਹ ਨਾਮ ਦੇਵ ਹੈ, ਉਹ ਨਾਮ ਦੇਵ ਨਹੀਂ ਹੋ ਸਕਦਾ। ਦੇਵ ਨੂੰ ਤਾਂ ਜੋ ਨਾਮ ਚਾਹੀਦਾ ਆਪ ਨੂੰ, ਦੇਵ ਨੂੰ ਤਾਂ ਜੋ ਆਪ ਚਾਹੀਦਾ, ਤਾਂ ਤੀਜਾ ਨਾਂ ਆ ਗਿਆ, ਨਾ ਦੇਵ ਰਿਹਾ ਨਾ ਦੇਵਾ ਰਿਹਾ, ਦੇਵ ਬਣ ਗਿਆ। ਇਹਨਾਂ ਨੇ ਦੇਵ ਦਾ ਰੂਪ ਉਲਟਾ ਬਣਾਇਆ ਹੋਇਆ। ਦੇਵ ਦਾ ਉਲਟਾ ਨਹੀਂ ਨਾ, ਜਿਹੜਾ ਦੇਵ ਲਫ਼ਜ਼ ਹੈ ਸਾਡੀ ਭਾਸ਼ਾ 'ਚ, ਉਹ ਤਾਂ ਡਰਦੇ ਨੇ, ਡਰਾਉਣਾ ਰੂਪ ਬਣਾਇਆ ਦੇਵ ਦਾ। ਇਹਨਾਂ ਨੇ ਬਣਾਇਆ ਨਹੀਂ ਹੋਇਆ ਦੇਵ ਦਾ, ਕਿਉਂ ਬਣਾਇਆ? ਉਸੇ ਤੇ ਡਰਦੇ ਨੇ, ਦੇਵ ਤੇ। ਦੇਵ ਕਾਲ ਰੂਪ ਹੈ ਇਹਨਾਂ ਦਾ ਹੁਕਮ, ਇਹ ਸੱਚ ਤੇ ਡਰਦੇ ਨੇ। ਸੱਚ ਕਾਲ ਹੈ ਸਭ ਦਾ, ਸੱਚ ਕਾਲ ਹੈ ਤਾਂ ਸੀ, ਸੱਚ ਕਾਲ ਕੂੜ ਵਰਤਿਆ, ਕੂੜੀਆਂ ਮੱਤਾਂ ਦਾ ਕਾਲ ਹੈ, ਕੂੜੀਆਂ ਮੱਤਾਂ ਦੇਵ ਤੋਂ ਡਰਦੀਆਂ ਹੁੰਦੀਆਂ, ਡਰਨਗੀਆਂ ਹੀ। ਕਾਲ ਜੋ ਹੈ ਕੂੜ ਦਾ। ਮਹੱਲਾ ਪਹਿਲਾ। ਇੱਕ ਹੋਰ ਗੱਲ, ਦੇਵ
ਤੇ ਉਹਦੀਆਂ ਜਾੜਾਂ ਦਿਖਾਈਆਂ ਨੇ, ਬੜੀਆਂ ਦਿਖਾਈਆਂ ਨੇ ਨਾ। ਦਸਮ ਪਾਤਸ਼ਾਹ ਨੇ ਮੰਨੀਆਂ ਨੇ। जिते औलिया अंबिया गौस होए हैं सबै काल के अंत दाड़ा तले है। जड़ा दिखाइया ने उहदे होई है नाला महादाड़ दाड़न सुशोभन अपारम जिन्हें चरबियन जीव जगन हजारन कहा ना, ਉਹੀ ਦੇ ਉਹ ਹੈ ਨਾਲਾ ਜਿਹੜਾ ਸੰਸਾਰ ਨੂੰ ਚੱਬ ਰਿਹਾ ਤਾਂ ਡਰਦੇ ਨੇ ਉਹਦੇ ਰਾਏ ਹੋਏ ਵੀ ਨੇ। ਇਹ ਦਸਮ ਗ੍ਰੰਥ 'ਚ ਉਸੇ ਦਾ ਨਕਸ਼ਾ ਹੈ ਖਿੱਚਿਆ ਹੋਇਆ, ਜਿਹੜਾ ਇਹਨਾਂ ਦਾ ਦਿਓ ਹੈ ਨਾ ਉਹੀ ਹੈ। ਮਹੱਲਾ ਪਹਿਲਾ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਕੁੰਭੇ ਬੱਧਾ ਜਲ ਰਹਿ, ਪਾਣੀ ਹੈ ਨਾ, ਘੜਾ ਹੋਵੇ ਉਹਦੇ 'ਚ ਪਾਣੀ ਬੰਨਿਆ ਟਿਕਿਆ ਰਹਿੰਦਾ, ਕੰਟਰੋਲ 'ਚ ਰਹਿੰਦਾ। ਜੇ ਘੜਾ ਫੁੱਟ ਜਾ ਪਾਣੀ ਰੁੜ ਜਾਂਦਾ। ਘੜਾ ਪਾਣੀ ਨੂੰ ਰੋਕ ਕੇ ਰੱਖਦਾ ਨਾ, ਜਲ ਬਿਨ ਕੁੰਭ ਨਾ ਹੋਏ। ਪਰ ਜਿਹੜਾ ਘੜਾ ਬਣਦਾ ਪਹਿਲਾਂ ਪਾਣੀ ਹੋਊਗਾ ਤਾਂ ਘੜਾ ਬਣੂਗਾ। ਸੁੱਕੀ ਮਿੱਟੀ ਦਾ ਘੜਾ ਨਹੀਂ ਬਣਦਾ, ਸੁੱਕੀ ਮਿੱਟੀ ਦਾ ਘੜਾ ਨਹੀਂ ਬਣ ਸਕਦਾ ਜਲ ਬਿਨ ਕੁੰਭ ਨਾ ਹੋਏ। ਜਿਵੇਂ ਗਿਆਨ ਕਾ ਬੱਧਾ ਬਣ ਰਿਹਾ ਹੈ, ਗੁਰ ਬਿਨ ਗਿਆਨ ਨਾ ਹੋਏ। ਗੁਰ ਬਿਨ ਗਿਆਨ, ਗਿਆਨ ਭਾਵੇਂ ਪਾਣੀ ਦਾ ਹੀ ਕੰਮ ਕਰਦਾ, ਗਿਆਨ ਅੰਮ੍ਰਿਤ ਹੁੰਦਾ ਨਾ, ਪਰ ਮਨ ਨਹੀਂ ਪ੍ਰਾਪਤ ਕਰਨਾ। ਜਿਵੇਂ ਮਿੱਟੀ ਗਿੱਲੀ ਹੁੰਦੀ ਹੈ ਨਾ ਪਾਣੀ ਨਾਲ, ਪਰ ਗਿਆਨ ਕਾ ਬੱਧਾ ਮਨ ਉਹੀ ਪਾਣੀ ਘੜੇ 'ਚ ਜਿਵੇਂ ਮਿੱਟੀ 'ਚ ਮਿਲ ਕੇ ਪਾਣੀ ਨੂੰ ਰੋਕ ਲੈਂਦਾ, ਉਹੀ ਮਨ ਜਿਹੜਾ ਹੈਗਾ ਮਨ, ਉਹੀ ਗਿਆਨ ਮਨ ਨੂੰ ਰੋਕ ਲੈਂਦਾ। ਮਨ ਵੀ ਜੋ ਸਰੂਪ ਹੈ ਨਾ, ਗਿਆਨ ਸਰੂਪ ਹੈ। ਗਿਆਨ ਕਾ ਬੱਧਾ ਮਨ ਰਹਾ ਹੈ, ਗੁਰ ਬਿਨ ਗਿਆਨ ਨਾ ਹੋਏ। ਪਰ ਗੁਰ ਤੇ ਬਿਨਾ, ਗੁਰ ਕਿਹਨੂੰ ਕਹਿੰਦੇ ਨੇ? ਗੁਰ ਉਹਨੂੰ ਕਹਿੰਦੇ ਨੇ ਜਿਹੜਾ ਆਪਣੇ ਨਾਲੋਂ ਜ਼ਿਆਦਾ ਗਿਆਨ ਰੱਖਦਾ ਹੋਵੇ। ਉੱਚਾ ਪਾਣੀ ਹੋਵੇ, ਨੀਵੇਂ ਤੁਹਾਨੂੰ ਆ ਜਾਂਦਾ। ਜੇ ਉੱਥੇ ਲੈਵਲ ਤੇ ਆਪਾਂ ਪਹੁੰਚ ਗਏ ਆਪਣੇ ਨੂੰ, ਫਿਰ ਬੜੇ ਗੁਰ ਦੀ ਲੋੜ ਪੈਂਦੀ ਹੈ। ਪ੍ਰਾਇਮਰੀ 'ਚ ਪੜ੍ਹਾਉਂਦੇ ਨੇ ਹੋਰ ਟੀਚਰ, ਗਾਹਾਂ ਹੋਰ ਟੀਚਰ, ਗਾਹਾਂ ਹੋਰ ਟੀਚਰ, ਗਾਹਾਂ ਹੋਰ ਟੀਚਰ। ਗੁਰ ਥੱਲੇ ਦੇ ਲੈਵਲ ਤੋਂ ਹੀ ਚੱਲ ਪੈਣਾ। ਗੁਰ ਥੱਲੇ ਦੀਆਂ ਜੂਨਾਂ 'ਚ ਵੀ ਰਿਹਾ, ਸਾਰੀਆਂ 'ਚ ਰਿਹਾ। ਗੁਰ ਮੇਰਾ ਸੰਗ ਸਦਾ ਹੈ, ਸਦਾ ਹੀ ਨਾਲ ਰਿਹਾ। ਪਰ ਜਿਹੋ ਜਿਹੀ ਕਲਾਸ ਹੋਏ ਜਾ ਗਿਆਨ ਹੋਏ ਜਾਈ, ਗੁਰ ਬਦਲਦਾ ਰਹਿੰਦਾ, ਇਹਦਾ ਵੀ ਗਿਆਨ ਡਿਵੈਲਪ ਹੁੰਦਾ ਰਹਿੰਦਾ। ਗੁਰ ਬਿਨ ਗਿਆਨ ਨਾ ਹੋਏ, ਦੂਜੇ ਬੰਦੇ ਬਿਨਾਂ ਗਿਆਨ ਨਹੀਂ ਹੁੰਦਾ। ਦੂਸਰ ਹੋਏ ਤਾਂ ਸੋਝੀ ਤਾਂ ਸੋਝੀ, ਕੋਈ ਦੂਜਾ ਹੋਵੇ ਨਾਲ ਤਾਂ ਸੋਝੀ ਆਵੇ। ਪੌੜੀ। ਪੜਿਆ ਹੋਵੇ ਗੁਨਹਗਾਰ ਤਾਂ ਉਮੀ ਸਾਧਨਾ ਮਾਰੀ ਹੈ। ਜੇ ਪੜਿਆ ਹੋਵੇ, ਜਾਣਦਾ ਹੋਵੇ, ਜਿਹੜਾ ਪੜ੍ਹਨ ਦਾ ਮਤਲਬ ਜਾਣਦਾ ਹੋਵੇ, ਸਮਝਦਾ ਹੋਵੇ, ਔਰ ਫਿਰ ਕਰੇ ਗੁਨਾਹ, ਉਮੀ ਸਾਧਨਾ ਮਾਰੀ, ਉਹਨੂੰ ਤਾਂ ਮਾਰਿਆ ਜਾਊਗਾ। ਉਹ ਤੇ ਤਾਂ ਮਾਰ ਪਊਗੀ, ਮੂੰਹੇ ਮੂੰਹ ਚੋਟਾਂ ਖਾਏ। ਜਿਹੜਾ ਉਹ ਵੀ ਸਾਧ ਉਹਦੇ ਤੇ ਮਾਰ ਨਹੀਂ ਪਊਗੀ। ਜਿਹਨੂੰ ਪਤਾ ਨਹੀਂ, ਉਹ ਨਹੀਂ ਮਾਰੇ, ਪਤਾ ਨਹੀਂ ਨਾ। ਜਿਹੜੇ ਪਤਾ ਨਹੀਂ ਹੈ ਜਿਨ੍ਹਾਂ ਨੂੰ, ਉਹਨਾਂ ਨੂੰ ਉਲਟ ਪੜ੍ਹਾਈ ਪੜ੍ਹਾਉਣ ਵਾਲਿਆਂ ਨੂੰ ਦੋਸ਼ ਹੈ। ਪੇਖ ਦਿਖਾਇਓ ਜਗਤ ਕੋ ਲੋਗਨ ਕੋ ਬਸ ਕੀਨ, ਅੰਤਕਾਲ ਘਾਟੀ ਕਟਿਓ ਬਾਸ ਨਰਕਮੋ, ਉਹਨਾਂ ਨੂੰ ਦੋਸ਼ ਜ਼ਿਆਦਾ। ਫਿਰ ਨੰਦਾ ਵਿਚਾਰਿਆਂ ਨੂੰ, ਬਾਜਾਂ ਨੂੰ ਪਤਾ ਨਹੀਂ ਹੁੰਦਾ। ਉਹ ਸਿਖਾਇਆ ਹੋਇਆ ਹਿਰਨ ਕੋਲ ਖੜਾ, ਉਹਦੇ ਕੋਲ ਨੂੰ ਜਾਂਦੇ ਨੇ, ਸਾਡਾ ਭਰਾ ਹੈ, ਉਹ ਆਲੇ ਦੁਆਲੇ ਫਸ ਜਾਂਦੇ ਨੇ, ਕੜਕ ਲੱਗੇ ਹੁੰਦੇ ਨੇ ਜਾਲ, ਫੰਦਿਆਂ 'ਚ ਫਸ ਜਾਂਦੇ ਨੇ। ਉਹ ਜਿਹੜਾ ਫਸਾਉਣ ਵਾਲਾ ਹੈ ਦੋਸ਼ ਉਹਦਾ, ਉਹ ਭੋਲ ਨੇ। ਅਪਰਾਧ ਉਹਨਾਂ ਗੁਰੂਆਂ ਤੇ ਜ਼ਿਆਦਾ ਹੈ ਜਿਹੜੇ ਜਾਣ ਬੁੱਝ ਕੇ ਕੰਮ ਕਰਦੇ ਨੇ। ਉਹਨਾਂ ਨੂੰ ਬੜੀਆਂ ਬੜੀਆਂ ਸਜ਼ਾਵਾਂ ਜਦ ਇੱਥੇ ਮਿਲਦੀਆਂ ਨੇ ਨਾ, ਅਸੀਂ ਦੇਖਦੇ ਹਾਂ, ਸਾਨੂੰ ਉਹਨਾਂ ਦੇ ਤਰਸ ਆਉਂਦਾ। ਨਹੀਂ ਪਤਾ ਵੀ ਪਿੱਛੇ ਕਰਕੇ ਕੀ ਆਏ ਨੇ, ਕੀ ਕਰਕੇ ਆਏ ਨੇ।
ਉਹ ਨਹੀਂ ਸਾਨੂੰ ਪਤਾ ਹੁੰਦਾ। ਇਸ ਕਰਕੇ ਸਾਨੂੰ ਤਰਸ ਆਉਂਦਾ। ਆਮ ਆਦਮੀ ਦੇਖਦਾ ਵੀ ਇਹ ਤਾਂ ਬਈ ਬਹੁਤ ਅਨਰਥ ਕੀਤਾ ਰੱਬ ਨੇ। ਉਹਨੇ ਤਾਂ ਰੱਬ ਨੂੰ ਪੁੱਛਿਆ ਅਨਰਥ ਕੀਤਾ ਕਿ ਨਹੀਂ ਕੀਤਾ, ਉਹ ਜਾਣਦਾ ਮੈਂ ਕੀ ਕੀਤਾ। ਅਨਰਥ ਤਾਂ ਉਹਨੂੰ ਕਹਿੰਦਾ ਨਹੀਂ, ਉਹਨੂੰ ਤਾਂ ਦਿਆਲੂ ਕਹਿੰਦੇ ਨੇ। ਅਨਰਥ ਤਾਂ ਉਹ ਕਰਦਾ ਨਹੀਂ, ਜ਼ਾਲਮ ਤਾਂ ਉਹ ਹੈ ਨਹੀਂ। ਇਸ ਕਰਕੇ ਇਸ ਖੇਡ ਨੂੰ ਤੇ ਟਿੱਪਣੀ ਗੁਰਬਾਣੀ ਦੀ ਕਰਦੀ। ਜਿਹੜਾ ਇਸ ਖੇਡ ਤੇ ਟਿੱਪਣੀ ਕਰਦਾ ਜੋ ਚੱਲ ਰਹੀ ਹੈ, ਉਹ ਤਾਂ ਗੁਰਬਾਣੀ ਦਾ ਸਿੱਧੀ ਕਹਿੰਦਾ ਤੁਮਰੀ ਗਤਮਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਪ੍ਰਭੂ। ਉਹਨੇ ਟਿੱਪਣੀ ਕਰ। ਸਾਨੂੰ ਬੈਕਗਰਾਊਂਡ ਦਾ ਪਤਾ ਨਹੀਂ ਹੈ, ਉਹਨੂੰ ਬੈਕਗਰਾਊਂਡ ਦਾ ਪਤਾ। ਜਿਹਾ ਘਾਲੇ ਘਾਲਣਾ ਇਹ ਤਾਂ ਰਾਜੇ ਜਨਕ ਨੂੰ ਨਹੀਂ ਦਿਖਾਉਂਦੇ ਨੇ। ਜਦ ਗਿਆ ਨਾ ਨਰਕਾਂ 'ਚ ਦੇਖਿਆ ਰਾਜੇ ਜਨਕ ਨੂੰ, ਆ ਗਈ ਤਰਸ ਆ ਗਿਆ। ਬਿਲਕੁਲ ਝੂਠ ਹੈਗਾ। ਬ੍ਰਹਮ ਗਿਆਨੀ ਨੂੰ ਤਰਸ ਨਹੀਂ ਆਉਂਦਾ ਹੁੰਦਾ। ਬ੍ਰਹਮ ਗਿਆਨੀ ਦਾ ਸੁਭਾਅ ਪਰਮੇਸ਼ਰ ਵਰਗਾ ਹੁੰਦਾ। ਕਰਤੇ ਕਿਵੇਂ ਕਰਤਾ ਜਾਣਾ, ਕਹਿ ਜਾਣਾ ਗੁਰ ਸੂਰਾ। ਤਾਂ ਗੁਰ ਸੂਰੇ ਨੂੰ ਤਾਂ ਸਮਝ ਹੁੰਦੀ ਹੈ ਵੀ ਕੋਈ ਅਪਰਾਧ ਕੀਤਾ ਹੋ ਇਹਨਾਂ ਨੇ। ਇੰਨਾ ਕੁ ਤਾਂ ਉਹਨੂੰ ਕਿਹੜਾ ਕੀਤਾ, ਉਹ ਚਾਹੇ ਉਹਨੂੰ ਨਹੀਂ ਪਤਾ। ਉਹਦਾ ਦੁਖਦਾਰੂ ਕਹਿੰਦਾ, ਸੁਖ ਰੋਗ ਕਹਿੰਦਾ ਵੀ ਇਹਨਾਂ ਨੂੰ ਬਿਮਾਰੀ ਜ਼ਬਰਦਸਤੀ ਤਾਂ ਇਹਨਾਂ ਨੂੰ ਦਵਾ ਦਿੱਤੀ। ਜਿਹੜੇ ਹਾਏ ਹਾਏ ਕਰਦੇ ਨੇ, ਕਿਉਂ ਕਰਦੇ ਨੇ ਮਰੀਜ਼ ਹਸਪਤਾਲ 'ਚ? ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਨਾਨਕ ਜੋ ਮੱਥਨ ਵਧਾਣੀਆਂ ਤੇ ਉਹ ਮੱਥਾ ਧਰਮ। ਉਹ ਤਾਂ ਪਤਾ ਉਹਨੂੰ ਤਾਂ ਦੇਖ ਕੇ ਦੱਸ ਰਿਹਾ। ਉਹਨੂੰ ਕਿਵੇਂ ਆਜੂਗਾ ਰਹਿਮ? ਪਿੱਛੇ ਪੰਕਤੀਆਂ ਨਹੀਂ ਸਾਡੇ ਕੋਲ ਪਈਆਂ ਤੇ ਉਹ ਮੱਥਾ ਧਰਮ। ਉਹਨਾਂ ਨੂੰ ਮੱਥ ਰਿਹਾ, ਉਹਨੂੰ ਠੀਕ ਕਰ ਰਿਹਾ। ਜੋ ਮੱਥਣ ਵਧਾਣੀਆਂ ਜਿਹਾ ਘਾਲੇ ਘਾਲਣਾ ਤੇ ਵੇਹੋ ਨੌ ਪਚਾਰੀ ਹੈ। ਜਿਹਾ ਘਾਲੇ ਘਾਲ, ਜੇ ਜੀ ਕੋਈ ਘਾਲਣਾ ਘਾਲਦਾ ਤੇ ਉਹ ਨੌ ਵਿਚਾਰੀ ਹੈ, ਉਹ ਜਿਹਾ ਨੌ ਦਾ ਪ੍ਰਚਾਰ ਕਰ ਲੈਂਦਾ। ਜਿਹੋ ਜਿਹਾ ਕੋਈ ਵਿਚਾਰ ਕਰਦਾ ਉਹ ਜਿਹਾ ਪ੍ਰਚਾਰ ਕਰ ਦਿੰਦਾ ਹੈ ਮੱਤ ਦਾ। ਉਸ ਮੱਤ ਦਾ ਉਹ ਜਿਹਾ ਪ੍ਰਚਾਰ ਕਰਦਾ ਹੈ। ਜੇ ਤਾਂ ਕਿਸੇ ਨੇ ਘਾਲਣਾ ਘਾਲੀ ਹੈ ਝੂਠ ਦੀ, ਉਹ ਝੂਠ ਦਾ ਪ੍ਰਚਾਰ ਕਰ ਲੈਂਦਾ। ਜੇ ਸੱਚ ਦੀ ਘਾਲੀ ਹੈ, ਜਿੰਨਾ ਹੀ ਕਿ ਸੱਚ ਦੀ ਸਮਝੋ ਉਹਨਾਂ ਨੂੰ ਪ੍ਰਚਾਰ ਕਰ ਲੈਂਦਾ। ਜਿੰਨੀ ਕੁ ਕਿਸੇ ਦੀ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਬਿਨ ਬਿਨ ਤੋਤੇ। ਜਿਹੜੀ ਉਹਦੀ ਬੁੱਧ ਹੈ ਉਹੀ ਉਹਦੀ ਘਾਲਣਾ। ਸਾਡੇ ਕੋਲ ਘਾਲਣਾ ਕੀ ਹੈ, ਕਮਾਈ ਕੀ ਹੈ? ਬਸ ਸਾਡੀ ਜੋ ਬੁੱਧ ਹੈ ਉਹੀ ਸਾਡੀ ਘਾਲ ਕਮਾਈ ਹੈ। ਸਾਡੇ ਕੋਲ ਇਹੀ ਸਾਡੇ ਕੋਲ ਸੌਦਾ ਹੈ, ਕੀਮਤ ਹੈ ਬੁੱਧ। ਤਾਂ ਹੀ ਕਹਿੰਦੇ ਨੇ ਜਾਣੋ ਜੋਤ। ਜੋਤ ਇਹ ਕਮਾਈ ਹੈ, ਹੋਰ ਕਮਾਈ ਕੀ? ਬੁੱਧ ਹੀ ਕਮਾਈ ਹੈ। ਬੁੱਧ ਬਦਲੀ, ਇਸੇ ਨੇ ਬਦਲਣਾ ਹੈ, ਇਸੇ ਨੇ ਸਿੱਧ ਪ੍ਰਾਪਤ ਹੋਣੀ ਹੈ। ਸੰਸਾਰ ਕੀ ਦੇਖਿਆ ਜਾਂਦਾ? ਸੰਸਾਰ ਵੀ ਬੁੱਧੀ ਦੇਖੀ ਜਾਂਦੀ ਹੈ। ਚੰਗੀ ਅਕਲ ਵਾਲੇ ਬੰਦਿਆਂ ਨੂੰ ਚੰਗੇ ਉਹਦੇ ਦੇ ਦਿੰਦੀ ਹੈ ਸਰਕਾਰ। ਘੱਟ ਅਕਲ ਵਾਲਿਆਂ ਨੂੰ ਘੱਟ ਪਾਵਰਾਂ ਮਿਲ ਜਾਂਦੀਆਂ ਨੇ। ਉੱਥੇ ਵੀ ਇੰਟੈਲੀਜੈਂਟ ਜਿਹੜੇ ਨੇ ਉਹ ਅੱਗੇ ਹੋ ਜਾਂਦੇ ਨੇ, ਜਿਹੜੇ ਘੱਟ ਇੰਟੈਲੀਜੈਂਟ ਨੇ ਥੱਲੇ ਆ ਜਾਂਦੇ ਨੇ। ਇੱਥੇ ਸੰਸਾਰ 'ਚ ਵੀ ਅਕਲੇ ਦੇਖੀ ਜਾਂਦੀ ਹੈ ਨਾ। ਅਕਲ ਦੀ ਪੁੱਛ ਹਰੇਕ ਜਗ੍ਹਾ। ਸੰਸਾਰ 'ਚ ਸਿਸਟਮ ਕਰੀਬ ਉਹ ਜਿਹਾ ਹੀ ਚੱਲਦਾ ਹੈ। ਉਹ ਗੱਲ ਅਲੱਗ ਹੈ ਵੀ ਸੰਸਾਰ ਜਾਤ 'ਤੇ ਖੜਾ, ਜੋਤ 'ਤੇ ਖੜੇ ਨੇ। ਉਹ ਗੱਲ ਵੱਖਰੀ ਹੈ। ਉਹ ਗੱਲ ਵੱਖਰੀ ਹੈ। ਤੇ ਇੱਥੇ ਲੋੜ ਹੈ ਜਾਤ ਦੀ ਹੈ। ਉਹਦਾ ਹੀ ਗਿਆਨ ਪ੍ਰਚਾਰ ਕਰਦਾ ਨਾ। ਜਿਹੇ ਜੀ ਕਿਸੇ ਦੀ ਬੁੱਧ ਹੈ ਉਹ ਜਿਹਾ ਹੀ ਗਿਆਨ ਦਾ ਪ੍ਰਚਾਰ ਕਰਦਾ। ਉਹ ਗਿਆਨ ਦੇ ਪ੍ਰਚਾਰ ਇੱਕੋ ਲੈਵਲ ਦੇ ਤਾਂ ਨਹੀਂ ਹਨ। ਜਿਹਾ ਘਾਲੇ ਘਾਲਣਾ, ਜਿਹਦੀ ਘਾਲ ਕਮਾਈ ਪੂਰੀ ਹੋ ਗਈ ਪੂਰੇ ਸੱਚ ਦਾ ਪ੍ਰਚਾਰ ਕਰ ਦੂ। ਜਿਹਦੀ ਕਮਾਈ 'ਚ ਕਮੀ ਹੈ ਉਹ ਘਟੀਆ ਸੱਚ ਦਾ ਪ੍ਰਚਾਰ ਕਰ ਦੂ। ਸੱਚ ਨੂੰ ਤਾਂ ਸਾਰੇ ਹੀ ਮੰਨਦੇ ਨੇ ਨਾ। ਉਹ ਸੱਚ ਤੋਂ ਤਾਂ ਕੋਈ ਭੱਜਦਾ ਨਹੀਂ। ਸੱਚ ਨੂੰ ਨਹੀਂ ਕੋਈ ਬੁਰਾ ਕਹਿੰਦਾ ਹੈਗਾ। ਉਹ ਅਲੱਗ ਗੱਲ ਹੈ, ਸੱਚ ਦਾ ਗਿਆਨ ਨਾ ਹੋਵੇ, ਉਹ ਅਲੱਗ ਗੱਲ ਹੈ। ਅੱਛਾ, ਪਾਰਲੀਮੈਂਟ ਦੇ ਵੀ ਸਤਵੇਂ ਜੈ ਤੇ ਲਿਖਿਆ ਹੈ ਸੱਚ ਦੀ ਜਿੱਤ ਹੋਊਗੀ।
ਸੱਚ ਨੂੰ ਕੋਈ ਭਜਦਾ ਨਹੀਂ, ਮੰਨਦੇ ਨੇ ਸਾਰੇ। ਕੋਰਟਾਂ ਵੀ ਸੱਚ ਨੂੰ ਲੱਭਦੀਆਂ ਨੇ, ਸੱਚਾਈ ਉਹ ਲੱਭਦੀਆਂ ਨੇ, ਪੁਲਿਸ ਵੀ ਸੱਚਾਈ ਲੱਭਦੀ ਹੈ। ਉਹ ਅਲੱਗ ਗੱਲ ਹੈ, ਜਾਣ ਬੁੱਝ ਕੇ ਕਰੇ ਨਾ ਕਰੇ ਉਹ ਤਾਂ ਵੱਖਰੀ ਗੱਲ ਹੋਗੀ ਨਾ, ਪਰ ਆਖਰ ਤਾਂ ਸੱਚਾਈ ਲੱਭਣ ਦੀ ਉਹ ਗੱਲ ਚੱਲਦੀ ਹੈ ਨਾ। ਅਫਸਰਾਂ ਦੀ ਵੀ ਸੱਚਾਈ ਲੱਭਣ ਦੀ ਗੱਲ ਚੱਲਦੀ ਹੈ ਵੀ ਇਹਦੇ ਸੱਚ ਦੇਖੋ ਕੀ ਹੈ, ਤਫਤੀਸ਼ ਕੀ ਹੈ, ਸੱਚ ਦੇਖਣ ਦੀ ਤਫਤੀਸ਼ ਹੁੰਦੀ ਹੈ, ਹੋਰ ਕੀ ਹੈ। ਕੋਰਟਾਂ ਵੀ ਫੈਸਲਾ ਆਪਣੇ ਆਪ ਹਿਸਾਬ ਨਾਲ ਸੱਚਾਈ ਤੇ ਵੀ ਸੱਚਾ ਹੈ। ਸਾਰਾ ਸਿਸਟਮ ਹੈ ਸੱਚ ਨੂੰ ਦੇਖਣ ਵਾਲਾ, ਸੱਚ ਨੂੰ ਕੋਈ ਬੁਰਾ ਨਹੀਂ ਕਹਿੰਦਾ। ਉਹ ਆਪਣੀ ਬੁੱਧੀ ਦਾ ਮਿਸਯੂਜ਼ ਕਰ ਲਵੇ, ਉਹ ਅਲੱਗ ਗੱਲ ਹੈ, ਉਹ ਅਲੱਗ ਗੱਲ ਹੈ। ਪੰਡਤ ਨੇ ਬਾੜ ਜਾਣ ਬੁੱਝ ਕੇ ਪਾੜੀ ਹੈ, ਉਹ ਅਲੱਗ ਗੱਲ। ਉਹ ਤਾਂ ਫਿਰ ਅਪਰਾਧੀ ਹੈ, ਫਿਰ ਉਹ ਜਿੱਦਾਂ ਕਰਦਾ ਫਿਰ ਅਪਰਾਧੀ ਵੀ ਹੈ। ਐਸੀ ਕਲਾ ਨਾਲ ਖੇਡੀ ਹੈ ਜਿੱਦੋਂ ਦਰਗੇ ਗਿਆ ਹਾਰੀ। ਆਹੀ ਗੱਲ, ਐਸੀ ਕਲਾ ਨਹੀਂ ਖੇਡਣੀ ਚਾਹੀਦੀ ਜਾਣ ਬੁੱਝ ਕੇ ਸੱਚ ਨੂੰ ਲੁਕਾਵੇ। ਗੱਲ ਉਹ ਤਾਂ ਸੱਚ ਦੀ ਕਰੇ, ਗੁਰਬਾਣੀ ਦੀ ਕਰੇ, ਸਾਖੀ ਬਾਬੇ ਬੁੱਢੇ ਵਾਲੀ ਸੁਣਾਵੇ। ਬੜੀ ਖਤਰਨਾਕ ਕਲਾ ਹੈ, ਬਹੁਤ ਘਰ ਉਜਾੜ ਦੂਗੀ ਇਹ ਤਾਂ ਸੱਚ ਨਾਲ ਤੋੜ ਦੂਗੀ ਤੁਹਾਨੂੰ। ਪ੍ਰਚਾਰ ਸੱਚ ਨਾਲ ਤੋੜਨਾ ਕਰੇ, ਯਾਨੀ ਪ੍ਰੈਕਟੀਕਲੀ ਐਸਾ ਕਥਾ ਕਰੇ ਜਿਹਦੇ ਸੱਚ ਨਾਲ ਤੋੜੇ, ਕਹੇ ਮੈਂ ਗੁਰਮਤਿ ਦਾ ਪ੍ਰਚਾਰ ਕਰਦਾ। ਦਰਗਾਹ ਜਾ ਕੇ ਕੀ ਹੋਊ ਫਿਰ? ਐਕਸ਼ਨ ਹੋਊਗਾ, ਉਲਟਾ ਮੁਲਜ਼ਮ ਬਣ ਜੂਗਾ। ਦਰਗਾਹ ਕਿਆ ਹਾਰ ਗਿਆ, ਮੁਲਜ਼ਮ ਹੈ ਫਿਰ ਇਹ। ਉਹ ਡਾਕੂਆਂ ਦੀ ਬਦਲੇ ਆਮ ਸਿਵਲੀਅਨ ਦਾ ਐਨਕਾਊਂਟਰ ਕਰਕੇ ਲਿਆ, ਮੈਂ ਫਲਾਨਾ ਡਾਕੂ ਮੈਂ ਮਾਰਦਾ ਜੀ, ਮੈਨੂੰ ਦਿਓ ਇਨਾਮ 20 ਲੱਖ ਦਾ। ਕਲਾ ਹੀ ਹੈ ਨਾ ਵੀ 20 ਲੱਖ ਦਾ ਕਿਸੇ ਬੰਦੇ ਦੇ ਨਾਮ, ਉਹਦੇ ਨਾਲ ਮਿਲਦਾ ਜੁਲਦਾ ਬੰਦਾ ਦੇਖਿਆ, ਮਾਰ ਕੇ ਲਿਆਇਆ ਜੀ, ਆ ਫਲਾਨਾ ਮੈਂ ਮਾਰਦਾ। ਫਰਜ਼ ਕੀਤਾ ਕੋਈ ਕਰ ਲਵੇ, ਆਪਣੀ ਜਾਣੇ ਤਾਂ ਕਲਾਕਾਰੀ ਕੀਤੀ ਉਹਨੇ, ਕਲਾਕਾਰੀ ਹੋਈ ਹੈ, ਅਕਲ ਦਾ ਇਸਤੇਮਾਲ ਕੀਤਾ। ਪਰ ਜੇ ਫੜਿਆ ਜਾਵੇ ਫਿਰ ਇੱਥੇ ਤਾਂ ਭਾਵੇਂ ਨਾ ਫੜ ਪਏ, ਉੱਥੇ ਤਾਂ ਇੱਥੇ ਸੱਚੋ ਹੀ ਸੱਚ ਨੇ ਫੜਿਆ। ਇੱਥੇ ਤਾਂ ਭਾਵੇਂ ਚੱਲ ਜਾਵੇ, ਉਹਦਾ ਗਾਹ ਨਹੀਂ ਚੱਲਣਾ ਹੈਗਾ। ਐਸੀ ਕਲਾ ਨਾ ਖੇਡੀਏ, ਕਿਤੇ ਕਲਾਕਾਰੀ ਦੇ ਵਿੱਚ ਨਾ ਫਸ ਜਿਓ ਜਾ ਕੇ ਵੀ ਜੇ ਮੈਂ ਇੱਥੇ ਧੋਖਾ ਦੇ ਦੇਣਾ, ਗਾਹ ਵੀ ਧੋਖਾ ਦੇ ਦੂੰਗੇ। ਜਦ ਦਰਗਾਹ ਗਿਆ ਨਹੀਂ, ਦਰਗਾਹ ਗਿਆ ਹਾਰੀਏ। ਦਰਗਾਹ ਜਾਣ ਦੇ ਵਿੱਚ ਉੱਥੇ ਫਸ ਜਾਓ ਉਲਟੇ। ਇਹ 'ਚ ਕਲਾਕਾਰੀ ਕੋਈ ਨਹੀਂ। ਜਿਹੜੀ ਕਲਾਕਾਰੀ ਹੈ ਨਾ, ਇਸੇ ਨੂੰ ਚਤੁਰਾਈ ਕਿਹਾ। ਕਬੀਰ ਚਤੁਰਾਈ ਅੱਧ ਘੜੀ, ਇਹ ਤਾਂ ਚਤੁਰਾਈ ਹੈ। ਚਤੁਰਾਈ ਨਹੀਂ ਚੱਲਦੀ, ਚਤੁਰਾਈ ਨਾਲ ਚਤੁਰ ਭੁਜ ਪਾਈ ਹੈ, ਕਲਾਕਾਰੀ ਨਹੀਂ ਚੱਲਦੀ ਉੱਥੇ। ਇਹ ਸੰਸਾਰ 'ਚ ਭਾਵੇਂ ਚੱਲ ਜਾਵੇ, ਉੱਥੇ ਨਹੀਂ ਚੱਲਣੀ ਹੈ ਕਿਸੇ। ਐਸੀ ਕਲਾ ਨਾ ਖੇਡੀਏ ਭੁੱਲ ਕੇ ਵੀ। ਜਿੱਤ ਦਰਗਾਹ ਗਿਆ ਹਾਰੀ ਹੈ। ਪੜਿਆ ਅਤਾ ਓਮੀਆਂ ਵਿਚਾਰ ਅੱਗੇ ਵਿਚਾਰੀ ਹੈ। ਪੜਿਆ ਤੇ ਓਮੀਆਂ, ਹੁਣ ਪੜਿਆ ਕੌਣ ਹੈ, ਓਮੀਆਂ ਕੌਣ ਹੈ? ਓਮੀਆਂ ਕਾਹਦਾ ਹੈ, ਪੜਿਆ ਕਾਹਦਾ? ਇਹ ਵਿਚਾਰਨ ਦਾ ਵਿਸ਼ਾ। ਓਮੀਆਂ ਨਹੀਂ ਕਹਿ ਸਕਦਾ ਤੂੰ ਆਪਣੇ ਆਪ ਨੂੰ। ਜੇ ਤੂੰ ਕਹੇ ਜੀ ਮੈਨੂੰ ਤਾਂ ਪਤਾ ਨਹੀਂ ਸੀ, ਤੈਨੂੰ ਸਾਬਤ ਕਰ ਦੇਣਗੇ ਵੀ ਤੈਨੂੰ ਪਤਾ ਸੀ। ਕਹਿੰਦੇ ਚੱਲ ਵਿਚਾਰ ਲੈਂਦੇ ਗੱਲ। ਜੇ ਨਹੀਂ ਸੀ ਓਮੀਆਂ, ਪੜਿਆ ਨਹੀਂ ਸੀ, ਤੈਨੂੰ ਪਤਾ ਨਹੀਂ ਸੀ, ਇਹ ਵਿਚਾਰ ਅੱਗੇ ਰੱਖ ਕੇ ਫਿਰ ਵਿਚਾਰਿਆ ਜਾਊਗਾ। ਓਮੀਆਂ ਕਹਿ ਕੇ ਵੀ ਛੁਟਕਾਰਾ ਨਹੀਂ ਹੋਣਾ। ਪੜਿਆ ਕੌਣ ਹੈ, ਓਮੀਆਂ ਕੌਣ ਹੈ? ਜੇ ਕੋਈ ਪੜਿਆ ਹੋਇਆ ਆਪਣੇ ਆਪ ਨੂੰ ਓਮੀਆਂ ਕਹੇ ਗਾਹਾਂ ਜਾ ਕੇ, ਉਹ ਵੀ ਵਿਚਾਰਿਆ ਜਾਊਗਾ। ਵਿਚਾਰ ਅੱਗੇ ਵਿਚਾਰੀਏ। ਮੂੰਹ ਚਲੇ ਸੋ ਕੇ ਮਾਰੀ। ਜਿਹੜਾ ਆਪਣੀ ਮਰਜ਼ੀ ਮੁਤਾਬਕ ਚੱਲੂ ਨਾ, ਆਪਣੇ ਭਾਣੇ, ਉਹ ਮਾਰਿਆ ਜਾਣਾ ਅੱਗੇ ਜਾ ਕੇ। ਉਹਦੀ ਬੱਚਤ ਨਹੀਂ ਹੈਗੀ। ਮੂੰਹ ਚੱਲੇ ਸੋ ਅੱਗੇ ਮਾਰੀਏ। ਸ਼ਲੋਕ ਮਹੱਲਾ ਪਹਿਲਾ। ਨਾਨਕ ਮੇਲ ਸਰੀਰ ਕਾ, ਇੱਕ ਰਥ ਇੱਕ ਰਥਵਾ। ਨਾਨਕ ਮੇਰ ਸਰੀਰ ਕਾ, ਨਾਨਕ ਕਹਿੰਦਾ ਮੇਰ ਸਰੀਰ ਹੈ।
ਮੇਲ ਸਰੀਰ ਦਾ ਅਰਥ ਉਹ ਕਰਦੇ ਨੇ ਵੀ ਆਖਰੀ ਸਰੀਰ ਹੈ ਉੱਚਾ, ਸਭ ਤੋਂ ਉੱਚੀ ਪੌੜੀ ਹੈ ਇਹ। ਪੌੜੀ ਕਹਿ ਲਓ ਜਾਂ ਚੋਟੀ ਕਹਿ ਲਓ, ਘਾਟੀ ਕਹਿ ਲਓ। ਇਦੋਂ ਵੱਧ ਸਰੀਰ ਹੁਣ ਸਰੀਰ ਤਾਂ ਨਹੀਂ ਮਿਲਣਾ। ਇਦੋਂ ਮਨੁੱਖ ਤੋਂ ਉੱਪਰ ਕੋਈ ਸਰੀਰ ਨਹੀਂ ਹੈ। ਮਨੁੱਖਾ ਜਨਮ ਤੋਂ ਉੱਪਰ ਕੋਈ ਜਨਮ ਨਹੀਂ, ਥੱਲੇ ਸਾਰੇ ਹੈਗੇ। ਇਸ ਕਰਕੇ ਸਾਰਿਆਂ ਨੂੰ ਉੱਚਾ, ਜਿਵੇਂ ਸੁਮੇਰ ਪਰਬਤ ਨੂੰ ਸਾਰਿਆਂ ਨੂੰ ਉੱਚਾ ਮੰਨਦੇ ਨੇ ਸ਼੍ਰੰਖਲਾ ਦੇ ਵਿੱਚ, ਇਹ ਸਭ ਤੋਂ ਉੱਚਾ ਅਵਸਥਾ ਦਾ ਸਰੀਰ ਹੈ। ਇਸ ਸਰੀਰ ਵਿੱਚ ਆਦਮੀ ਦੀ ਜਿਹੜੀ ਅਵਸਥਾ ਹੁੰਦੀ ਹੈ, ਬੁੱਧੀ ਦੀ, ਬੌਧਿਕ ਲੈਵਲ ਸਭ ਤੋਂ ਉੱਚਾ ਹੁੰਦਾ। ਇਹਦੇ ਵਿੱਚ ਇੱਕ ਰਥ ਹੈ, ਇੱਕ ਰਥਵਾ ਹੈ। ਰਥਵਾ ਕੌਣ ਹੈ, ਰਥ ਕੌਣ? ਰਥਵਾ ਰਥ ਨੂੰ ਹੱਕਣ ਵਾਲਾ ਹੁੰਦਾ। ਰਥਵਾ ਤਾਂ ਉਹੀ ਹੈ ਨਾ ਜਿਹੜਾ ਰਥ ਦੇ ਉੱਤੇ ਬੈਠਾ ਹੈ, ਡਰਾਈਵ ਕਰਦਾ। ਰਥ ਕੌਣ ਹੈ? ਸਾਡੇ ਤਾਂ ਰਥ ਕਹਿੰਦੇ ਨੇ, ਅਸੀਂ ਮੰਨਦੇ ਹਾਂ ਜਿਹੜਾ ਉਹ ਲੱਕੜ ਦਾ ਹੈ, ਉਹਦਾ ਹੀ ਬਣਿਆ ਹੋਇਆ। ਨਹੀਂ, ਉਹਦੇ ਨਾਲ ਬੌਲਦ ਵੀ ਨਾਲ ਹੁੰਦੇ। ਰਥਵਾ ਭਾਵੇਂ ਡਰਾਈਵਰ ਹੈ ਉੱਤੇ ਬੈਠਾ, ਪਰ ਰਥ ਬੌਲਦ ਵੀ ਤਾਂ ਹੈਗੇ ਨੇ ਨਾਲ। ਰਥ ਆਪੇ ਥੋੜ੍ਹੀ ਚੱਲਦਾ, ਬੌਲਦਾਂ ਨਾਲ ਸਣੇ ਬੌਲਦ ਰਥ ਉਹ। ਹੁਣ ਬੌਲਦਾਂ ਦੇ ਵਿੱਚ ਚੇਤਨ ਕੰਮ ਕਰਦਾ, ਆਤਮਾ ਕੰਮ ਕਰਦੀ ਹੈ। ਰਥ ਦਾ ਹਿੱਸਾ ਨੇ ਬੌਲਦ। ਇਵੇਂ ਜਿਹੜੇ ਆਤਮਾ ਹੈ ਰਥ ਦਾ ਹਿੱਸਾ ਹੈ। ਰਥਵਾ ਰਥ ਦੇ ਤਾਂ ਕਿਤੇ ਨਹੀਂ ਬੰਨਿਆ ਹੋਇਆ ਉਹਨੇ, ਬੌਲਦਾਂ ਨੇ ਰਥ ਨੂੰ ਜ਼ਰੂਰ ਪਾਇਆ ਹੈ ਰਸਾ। ਚੇਤਨ ਬੌਲਦ ਨੇ, ਬੌਲਦ ਰਥ ਨਾਲ ਬੰਨੇ ਹੋਏ ਨੇ, ਇਸ ਕਰਕੇ ਨਿਕਲ ਨਾ ਜਾਣ, ਪਾਸੇ ਨੂੰ ਜੋਤ ਪਾਏ ਹੋਏ ਨੇ। ਜਿਵੇਂ ਰਾਧਾ ਰਥਵਾ ਹੈ, ਇਸ ਤਰੀਕੇ ਇਹ ਸਰੀਰ ਹੈ। ਇੱਕ ਡਰਾਈਵਰ ਹੈ ਜਿਹਦੇ ਵਿੱਚ ਜਿਹਨੇ ਆਤਮਾ ਦੇ ਨੱਥ ਪਾਈ ਹੋਈ ਹੈ। ਇੱਕ ਆਤਮਾ ਹੈ ਇਹਦੇ ਵਿੱਚ ਜਿਹੜੀ ਸਰੀਰ ਨੂੰ ਚਲਾਉਂਦੀ ਹੈ, ਜਿਹਦੀ ਵਜ੍ਹਾ ਨਾਲ ਸਰੀਰ ਚੱਲਦਾ, ਜਿਹਦੀ ਵਜ੍ਹਾ ਨਾਲ ਸਰੀਰ ਦਾ ਜੀਵਨ ਹੈ। ਕਹਿ ਲਓ ਜਿੰਨਾ ਜਿਹੜਾ ਜੀਵਨ ਹੈ ਸਰੀਰ ਚੱਲਦਾ, ਬਾਅਦ ਤਾਂ ਚੱਲਣਾ ਨਹੀਂ। ਜਗ ਜੀਵਨ ਹੈ, ਉਹਨਾਂ ਚਿਰ ਚੱਲਦਾ। ਰਥ ਉਹਨਾਂ ਚਿਰ ਚੱਲਦਾ ਹੈ ਜਿੰਨਾ ਚਿਰ ਇਹਦੇ ਵਿੱਚ ਜੀਵਨ ਹੈ, ਆਤਮਾ ਹੈ। ਆਤਮਾ ਉਹਨਾਂ ਚਿਰ ਹੀ ਹੈ ਇਹਦੇ ਵਿੱਚ ਜਿੰਨਾ ਚਿਰ ਅੰਦਰ ਰਥਵਾ ਹੈ ਨਾ, ਉਹਦੀ ਮਰਜ਼ੀ ਹੈ। ਜਿੱਥੇ ਮਰਜ਼ੀ ਰਥ ਨੂੰ ਰੋਕ ਦੇਵੇ ਉਹ ਜਿਹੜਾ ਰਥਵਾ ਹੈ। ਬੌਲਦਾਂ ਦੀ ਮਰਜ਼ੀ ਨਹੀਂ ਚੱਲਣੀ, ਬੌਲਦ ਦੇ ਕਦਮ ਨਹੀਂ ਅੱਗੇ ਜਾ ਸਕਦੇ। ਜਿੱਥੇ ਰਥਵਾ ਨੇ ਕਹਿਤਾ ਨਾ ਖਿਚਲੇ ਰਸੇ, ਉਹਨੇ ਕਿਹਾ ਵੀ ਉੱਥੇ ਤੱਕ ਜਾਣਾ, ਰਾਤ ਛੱਡ ਦੇਣਾ ਵੇਲਾ। ਹੁਣ ਮਰਜ਼ੀ ਸਾਰੀ ਰਥਵਾ ਦੀ ਹੈ, ਨਾ ਬੌਲਦਾਂ ਦੀ ਮਰਜ਼ੀ ਹੈ, ਨਾ ਰਥ ਦੀ ਮਰਜ਼ੀ, ਨਾ ਆਤਮਾ ਦੀ ਮਰਜ਼ੀ ਹੈ, ਨਾ ਸਰੀਰ ਦੀ ਮਰਜ਼ੀ। ਮਰਜ਼ੀ ਰਥਵਾ ਦੀ। ਹੁਣ ਰਥਵਾ ਦੀ ਵੀ ਮਰਜ਼ੀ ਆਪਣੀ ਨਹੀਂ ਹੈ। ਰਥਵਾ ਵੀ ਹੁਕਮ ਹੀ ਮੰਨਦਾ। ਹਾਂ, ਜੰਮਣ ਮਰਨਾ ਹੁਕਮ, ਆਖਰ ਜਾ ਕੇ ਹੁਕਮ ਤੇ ਗੱਲ ਖੜਦੀ ਹੈ। ਫਿਰ ਆਖੇ ਮੈਂ ਹੁਕਮ ਹੀ ਮੰਨਦਾ, ਫਿਰ ਤਾਂ ਕਹਿੰਦਾ ਮੈਂ ਹੁਕਮ ਹੀ ਮੰਨਦਾ। ਮੇਰਾ ਤਾਂ ਕੋਈ ਮੇਰੇ ਵੱਸ ਦੀ ਗੱਲ ਨਹੀਂ। ਮੈਨੂੰ ਹੁਕਮ ਹੈ ਇੰਨੇ ਸਾਹ ਲੈਣ ਦਾ, ਜਦ ਮੈਨੂੰ ਕਹਿਤਾ ਸਾਹ ਬੰਦ ਕਰਦੇ, ਮੈਂ ਉਦੋਂ ਹੀ ਬੰਦ ਕਰਦਾ। ਉਹਦੇ ਕੋਈ ਸ਼ਕਤੀ ਹੁੰਦੀ ਹੋਈ, ਤੇਲ ਉਹਦਾ ਵੀ ਮੁੱਕ ਜਾਣਾ। ਇਹ ਨਕਸ਼ਾ ਹੈ, ਇੱਕ ਰਥ ਇੱਕ ਰਥਵਾ। ਜੁਗ ਜੁਗ ਫੇਰ ਵਟਾਈਆ, ਗਿਆਨੀ ਬੂਝੇ ਤਾਂ ਹੈ। ਹੁਣ ਜੁਗ ਜੁਗ ਦੇ ਰਥ ਵਟਿਆ ਜਾਂਦਾ ਹੈ, ਵਟਦਾ ਹੈ। ਹੁਣ ਆਹ ਜਿਹੜਾ ਸਰੀਰ ਦਾ ਰਥ ਹੈ ਕਿਸੇ ਯੁੱਗ 'ਚ ਵਟਿਆ ਹੋਇਆ ਨਹੀਂ ਹੈ। ਜਿਹੜੇ ਇਹਨਾਂ ਦੇ ਯੁੱਗ, ਦੁਆਪਰ 'ਚ ਵੀ ਇਹੀ ਰਥ ਸੀਗਾ, ਕ੍ਰਿਸ਼ਨ ਸੀ ਜਦ ਇਹੀ ਸਰੀਰ ਸੀ ਇਹੋ ਜਿਹੀ। ਤ੍ਰੇਤੇ 'ਚ ਵੀ ਇਹੋ ਜਿਹੀ ਸਰੀਰ ਸੀ, ਰਾਮਚੰਦਰ ਦਾ ਵੀ ਇਹੋ ਜਿਹਾ ਸਰੀਰ ਸੀ। ਸਤ ਯੁੱਗ ਦੇ ਵਿੱਚ ਵੀ ਇਹੋ ਜਿਹੇ ਸਰੀਰ ਸੀ। ਤੇ ਜੁਗ ਜੁਗ ਵਟਾਈਏ ਕਾਤੇ ਲਿਖਿਆ? ਇਹਦਾ ਮਤਲਬ ਯੁੱਗਾਂ ਦੇ ਵਿੱਚ ਗੜਬੜ ਹੈ। ਕੋਈ ਗੜਬੜ ਕਿੱਥੇ ਹੈ? ਗੜਬੜ ਇੱਥੇ ਹੈ, ਰਾਤਾ ਉਹੀ ਰਹਿੰਦਾ ਹੈ, ਐਵੇਂ ਚੱਲਦਾ ਹੈ ਹਮੇਸ਼ਾ ਹੀ। ਚਾਹੇ ਦੁਆਪਰ ਸੀ, ਚਾਹੇ ਤ੍ਰੇਤਾ ਸੀ, ਚਾਹੇ ਸਤਯੁਗ ਸੀ, ਚਾਹੇ ਕਲਯੁਗ ਹੈ। ਇਹ 'ਚ ਨਹੀਂ ਫਰਕ ਪਿਆ ਕਦੇ ਵੀ। ਇਹੋ ਜਿਹੇ ਸਰੀਰ ਸੀ, ਇਵੇਂ ਹੀ ਚੱਲਦੇ ਸੀ, ਇਹੀ ਖਾਣ ਪੀਣ ਸੀ, ਇਵੇਂ ਸਾਹ ਆਉਂਦੇ ਸੀ ਸਾਰਿਆਂ ਨੂੰ।
ਇਵੇਂ ਹੀ ਜੰਮੇ ਨੇ, ਇਵੇਂ ਹੀ ਮਰੇ ਨੇ। ਉਹ ਕਹਿੰਦੇ ਜੁਗ ਜੁਗ ਫੇਰ ਵਟਾਈਏ। ਇਹ ਕੀ ਗੜਬੜ ਹੋ ਗਈ? ਬਹੁਤ ਵੱਡੀ ਗੜਬੜ ਹੈ, ਤੇ ਬਹੁਤ ਵੱਡੀ ਗੜਬੜ ਹੈ। ਰਾਜਾ ਪ੍ਰੀਸ਼ਦ ਦੇ ਜ਼ਮਾਨੇ 'ਚ ਕਲਯੁਗ ਆਇਆ ਮੰਨਦੇ ਨੇ, ਇਹਨਾਂ ਦੀ ਜੇ ਗੱਲ ਮੰਨੀਏ ਤਾਂ ਪ੍ਰੀਸ਼ਦ ਪਹਿਲਾਂ ਦੁਆਪਰ 'ਚ ਹੈ, ਫਿਰ ਪ੍ਰੀਸ਼ਦ ਦੇ ਕਲਯੁਗ ਆਇਆ, ਫਿਰ ਕਲਯੁਗ 'ਚ ਆ ਗਿਆ। ਉਹਦਾ ਤਾਂ ਰਥ ਫਿਰ ਉਹੀ ਹੈ, ਵਟਾਇਆ ਤਾਂ ਹੈ ਨਾ ਰਥ। ਪਹਿਲਾਂ ਰਾਮਚੰਦਰ ਹੈ, ਚਲੋ ਰਾਮਚੰਦਰ ਨਾ ਸੀ, ਮਦੋਦਰੀ ਹੈ। ਮਦੋਦਰੀ ਤਾਂ ਤ੍ਰੇਤੇ 'ਚ ਹੈ ਨਾ, ਮਦੋਦਰੀ ਦੁਆਪਰ 'ਚ ਵੀ ਜਿਉਂਦੀ ਹੈ। ਰਾਤਾ ਉਹਦਾ ਫਿਰ ਉਹੀ ਹੈ, ਵਟਿਆ ਤਾਂ ਹੈ ਨਾ, ਸਰੀਰ ਤਾਂ ਉਹੀ ਹੈ। ਮਦੋਦਰੀ ਸੱਦਿਆ ਨਾ ਭੀਮ, ਮੈਂ ਯੋਧਾ ਦੇਖਣਾ। ਮਦੋਦਰੀ ਦਾ ਉਹੀ ਹੈ, ਸਰੀਰ ਉਹੀ ਹੈ, ਉਹਦਾ ਕਿੱਥੇ ਵਟਿਆ? ਤ੍ਰੇਤੇ ਜਾਂ ਦੁਆਪਰ 'ਚ ਆ ਗਈ, ਸਰੀਰ ਕਿਉਂ ਨਹੀਂ ਵਟਿਆ? ਉਹਦਾ ਰਥ ਕਿਉਂ ਨਹੀਂ ਵਟਿਆ? ਫਿਰ ਮਾਰਕੰਡਾ ਚਾਰੇ ਯੁੱਗ ਦੀ ਆਯੂ ਹੈ, ਉਹਦਾ ਰਥ ਵਟਿਆ, ਸਰੀਰ ਉਹੀ ਹੈ। ਫਿਰ ਜਿਹੜੇ ਇਹਨਾਂ ਦੇ ਉਹ ਹਨੂਮਾਨ ਹੈ, ਹੋਰ ਨੇ ਜਤੀ ਨੇ, 7 ਕਿੰਨੇ ਜਿਹੜੇ ਮੁਕਤ, ਜਿਹੜੇ ਮਰੇ ਹੀ ਨਹੀਂ, ਉਹਨਾਂ ਦਾ ਸਰੀਰ ਵਟਿਆ। ਸਰੀਰ ਵਟਣ ਨੂੰ ਤਾਂ ਮਰਨਾ ਮੰਨਦੇ ਨੇ। ਆਖਰ ਗੱਲ ਕੀ ਹੈ, ਭੇਦ ਕੀ ਹੈ? ਹੁਣ ਗੱਲ ਬੜੀ ਬਹੁਤ ਬੜੀ ਬੁਝਾਰਤ ਹੋ ਗਈ ਹੈ, ਗੱਲ ਤਾਂ ਬੁੱਝਣ ਵਾਲੀ ਹੋ ਗਈ ਹੈ। ਜੁਗ ਜੁਗ ਫੇਰ ਵਟਾਈਏ ਦਾ ਮਤਲਬ ਕੀ ਹੋਇਆ? ਔਰ ਬੁੱਝੂਗਾ ਕੌਣ ਇਹਨੂੰ? ਬੁਝਾਰਤ ਨੂੰ ਗਿਆਨੀ। ਗਿਆਨੀ ਬੁੱਝਦਾ, ਬੁੱਝੂਗਾ ਕੌਣ? ਨਾ ਹਿੰਦੂ ਬੁੱਝ ਸਕਦਾ, ਨਾ ਮੁਸਲਮਾਨ ਬੁੱਝ ਸਕਦਾ। ਕਿਉਂ ਨਹੀਂ ਬੁੱਝ ਸਕਦੇ? ਹੋ ਹਿੰਦੂ ਨਾ ਤੁਰਕੂ ਕਾਣਾ ਦੋਹਾਂ ਤੋਂ ਗਿਆਨੀ ਸਿਆਣਾ ਉਹ ਜਿਹੜਾ ਬੁੱਝ ਲੂ। ਜਿਹੜਾ ਨਹੀਂ ਬੁੱਝਦਾ ਉਹ ਕੌਣ ਹੈ? ਉਹ ਅਗਿਆਨੀ ਹੈ। ਅਗਿਆਨੀ ਮਤਹੀਣ ਹੁੰਦਾ, ਅਗਿਆਨੀ ਮਤਹੀਣ ਹੈ। ਗਿਆਨੀ ਹੁੰਦਾ ਹੀ ਮਤਹੀਣ। ਅਸਲ ਦੇ ਵਿੱਚ ਜਿਹੜੇ ਯੁੱਗ ਨੇ ਇਹਨਾਂ ਨੇ ਬਣਾਏ, ਇਹ ਯੁੱਗ ਹੁੰਦੇ ਹੀ ਨਹੀਂ। ਗੱਲ ਇਹ ਹੈ, ਯੁੱਗ ਕੀ ਹੁੰਦੇ ਨੇ? ਯੁੱਗ ਹੁੰਦੇ ਨੇ ਅੰਦਰ ਆਤਮਾ ਦੀ ਅਵਸਥਾ। ਆਤਮਕ ਅਵਸਥਾ ਕੀ ਹੈ? ਆਤਮਾ 3 ਲੋਕ 'ਚ ਰਹਿੰਦੀ ਹੈ। ਕਿਹੜੇ ਘਰ 'ਚ ਹੈ ਆਤਮਾ? ਸਤਿਯੁਗ ਕਦੇ ਵੀ ਸੰਸਾਰ 'ਚ ਨਹੀਂ ਹੋ ਸਕਦਾ। ਸਤਿਯੁਗ ਦੇ ਵਿੱਚ ਆਦਮੀ ਦੀ ਦੇਹ ਨਹੀਂ ਹੁੰਦੀ, ਹੋ ਸਕਦੀ। ਜੇ ਸਤਿਯੁਗ ਹੈ, ਸੱਚ ਦਾ ਹੀ ਯੁੱਗ ਹੈ, ਸੱਚ ਦਾ ਹੀ ਯੁੱਗ ਹੈ, ਤਾਂ ਉਹਦੇ ਵਿੱਚ ਝੂਠ ਦਾ ਨਾਮੋ ਨਿਸ਼ਾਨ ਨਹੀਂ ਹੋਣਾ ਚਾਹੀਦਾ। ਝੂਠ ਦਾ ਨਾਮੋ ਨਿਸ਼ਾਨ ਕੀ ਹੈ? ਉਹ 'ਚ ਮਾਇਆ ਨਹੀਂ ਹੋਣੀ ਚਾਹੀਦੀ। ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰੇ ਨਹੀਂ ਚਾਹੀਦਾ ਉਦੋਂ ਦਾ ਸਤਿਯੁਗ। ਜੇ ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ ਹੈ, ਫਿਰ ਉਹ ਸਤਿਯੁਗ ਨਹੀਂ ਹੈ। ਜੋ ਉੱਥੇ ਵੀ ਝੂਠ ਦਾ ਹੀ ਪਹਿਰਾ ਹੈ, ਸਤਿਯੁਗ ਕਾਹਦਾ ਹੋਇਆ? ਇਹਨਾਂ ਦੇ ਸਤਿਯੁਗ ਦੇ ਵਿੱਚ ਵੱਡੇ ਵੱਡੇ ਰਾਖਸ਼ ਹੋਏ ਨੇ, ਬੜੇ ਬੜੇ ਸ਼ਕਤੀਸ਼ਾਲੀ ਰਾਖਸ਼ ਹੋਏ ਨੇ, ਭਗਤ ਵੀ ਹੋਏ ਨੇ। ਧਰੂ ਪ੍ਰਹਲਾਦ ਨੂੰ ਸਤਿਯੁਗ ਦੇ ਭਗਤ ਮੰਨਦੇ ਨੇ। ਧਰੂ ਪ੍ਰਹਲਾਦ ਦੇ ਜਿਹੜਾ ਬਾਪ ਹੈ ਪ੍ਰਹਲਾਦ ਦਾ, ਚਲੋ ਧਰੂ ਦਾ ਨਾਂ ਸਹੀ, ਉਹ ਤਾਂ ਬਹੁਤ ਵੱਡਾ ਰਾਖਸ਼ ਹੈ। ਤੇ ਸਤਿਯੁਗ ਕਿੱਥੇ? ਉੱਥੇ ਸਤਿਯੁਗ ਕਿੱਥੇ? ਉੱਥੇ ਸਤਿਯੁਗ ਹੈ। ਉਦੋਂ ਚੰਗਾ ਦਾ ਸਤਿਯੁਗ ਹੋਣਾ। ਉਹ ਦੁਆਪਰ ਨੂੰ ਚੰਗਾ ਯੁਗਤਾ ਹੋਣਾ। ਦੁਆਪਰ ਜਨਾਨੀ ਵੇਚਤੀ, ਉਹਨੇ ਜੂਏ 'ਚ ਹਾਰਤੀ, ਜੇਲ੍ਹ ਨਹੀਂ ਕੀਤੀ ਕਿਸੇ ਨੇ। ਹੁਣ ਤਾਂ ਸਰਕਾਰ ਫੜ ਕੇ ਮੁਕੱਦਮਾ ਚਲਾ ਦੇਵੇ। ਉਹ ਯੁੱਗ ਸੀ। ਇਹ ਸਭ ਪਖੰਡ ਹੈ ਇਹਨਾਂ ਦਾ, ਕੁਛ ਵੀ ਨਹੀਂ। ਉਹ ਜੂਆ ਖੇਡਦੇ ਨੇ ਜੁਹਾਰੀ ਆਦਮੀ ਨੇ। ਤੁਸੀਂ ਉਹਨੂੰ ਧਰਮਰਾਜ ਕਹਿੰਦੇ ਹੋ। ਹੁਣ ਜੁਹਾਰੀ ਨੂੰ ਕੌਣ ਪੁੱਛਦਾ? ਉਹ ਜੁਹਾਰੀ ਖਾਤਰ ਜੇਲ੍ਹ ਹੈ, ਜੂਆ ਖੇਡਦੇ ਖਾਤਰ। ਉਹ ਰਾਜੇ ਜੂਏ ਖੇਡਦੇ ਨੇ ਉਦੋਂ। ਤੁਸੀਂ ਕਹਿੰਦੇ ਵਧੀਆ ਯੁੱਗ ਆ।
ਇਹਦਾ ਮਤਲਬ ਪਬਲਿਕ ਦਾ ਜਿਹੜਾ ਗਿਆਨ ਹੈ ਬਹੁਤ ਥੱਲੇ ਸੀ ਉਦੋਂ, ਨਿਰਾ ਹੀ ਝੂਠ ਮੰਨਣ ਵਾਲੀ ਪਬਲਿਕ ਸੀ, ਗਿਆਨਵਾਨ ਨਹੀਂ ਸੀ, ਜੋ ਕਹਿ ਦੋ ਮੰਨ ਲੈਂਦੇ ਸੀ। ਤੇ ਹੁਣ ਤਾਂ ਪਬਲਿਕ ਦਾ ਬਹੁਤ ਜ਼ਿਆਦਾ ਹੋ ਗਿਆ। ਜਦੋਂ ਪਬਲਿਕ ਗਿਆਨਵਾਨ ਹੁੰਦੀ ਹੈ ਉਦੋਂ ਸੱਚਯੁਗ ਹੁੰਦਾ ਨੇੜੇ, ਜਦੋਂ ਪਬਲਿਕ ਬੇਵਕੂਫ ਹੋਵੇ ਉਦੋਂ ਸੱਚ ਕਿੱਥੇ ਨੇੜੇ ਹੁੰਦਾ। ਸੱਚ ਦੀ ਤਾਂ ਪਛਾਣ ਹੀ ਨਹੀਂ ਹੁੰਦੀ ਪਬਲਿਕ ਨੂੰ। ਸੱਚਯੁਗ ਕਦ ਹੁੰਦਾ? ਜਦ ਰਚਨਾ ਨਹੀਂ ਹੁੰਦੀ ਉਦੋਂ ਸੱਚ ਹੁੰਦਾ, ਸੱਚਯੁਗ ਹੁੰਦਾ। ਰਚਨਾ ਨਹੀਂ ਹੁੰਦੀ, ਕੱਲਾ ਸੱਚ ਹੁੰਦਾ। ਜੇ ਸਤਯੁਗ ਵੀ ਮਾਇਆ 'ਚ ਮੰਨ ਲਈਏ ਫਿਰ ਯੁੱਗ 5 ਹੁੰਦੇ ਨੇ, 4 ਨਹੀਂ ਰਹਿਣੇ। ਫਿਰ ਬਸ ਆਈ ਪੁਆਇੰਟ ਡਿਸਕਸ ਹੋ ਇੰਨਾ ਹੀ ਅੱਜ। 5 ਕਿਵੇਂ ਹੁੰਦੇ ਨੇ? ਕੋਈ 4 ਯੁੱਗ ਤਾਂ ਮਾਇਆ 'ਚ ਹੋਏ ਗਏ ਇਹਨਾਂ ਮੁਤਾਬਕ। ਆਪਾਂ ਮੰਨ ਲੈਂਦੇ ਹਾਂ, ਪਹਿਲਾਂ ਇਹਨਾਂ ਦੀ ਗੱਲ ਸੱਚ ਮੰਨਾਂਗੇ। ਆਪਾਂ ਉਹ ਅੱਖਾਂ ਵਿੱਚ ਕਹਿੰਦੀ ਕੱਟਣੀ ਕੋਈ ਗੱਲ, ਦਲੀਲ ਨਾਲ ਕੱਟਣੀ ਹੈ। ਜਿਓਮੈਟਰੀ ਦੇ ਵਿੱਚ ਉਹਦਾ ਮੰਨ ਲਓ ਇਹਨਾਂ ਦੀ ਗੱਲ ਠੀਕ ਹੈ, ਮੰਨ ਲਈ। ਕੀ ਫਰਕ ਪੈਂਦਾ ਸਾਨੂੰ? ਕੀ ਪੋਸੀਬਲ ਹੈ? ਜੇ ਇਹਨਾਂ ਦੇ 4 ਯੁੱਗ ਮਾਇਆ 'ਚ ਨੇ ਤਾਂ ਯੁੱਗ 5 ਬਣਨਗੇ। ਜਦੋਂ ਰਚਨਾ ਨਹੀਂ ਹੁੰਦੀ ਮਹਾਪਾਲੇ ਦੇ ਬਾਅਦ ਉਹ ਯੁੱਗ ਕਿਹੜਾ ਫਿਰ? ਉਹਦਾ ਨਾਮ ਦੱਸਣ ਕੀ ਹੈ? ਮਹਾਪਾਲੇ ਦੇ ਬਾਅਦ ਵੀ ਦੱਸੋ ਉਹ ਯੁੱਗ ਕਿਹੜਾ ਫਿਰ? ਉਹਦਾ ਨਾਮ ਕੀ ਹੈ? ਜਦ ਅਰਬਦ ਨਰਬਦ ਤੰਦੂ ਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਚੰਦ ਨਾ ਸੂਰਜ ਪੌਣ ਨਾ ਪਾਣੀ, ਸੁਨ ਸਮਾਧ ਲਗਾਏ ਦਾ, ਉਹ ਯੁੱਗ ਕਿਹੜਾ ਹੈ? ਉਹਦਾ ਨਾਮ ਦੱਸੋ ਫਿਰ ਕੀ? ਸੋ ਜੋਤ ਤਾਂ ਹੈਗੀ ਹੈ ਨਾ, ਜੋਤ ਤਾਂ ਹੈਗੀ ਹੈ ਨਾ। ਦਸਮ ਪਾਤਸ਼ਾਹ ਕਹਿੰਦੇ ਆਦ ਅੰਤ ਇੱਕ ਹੈ ਅਵਤਾਰਾ, ਆਦ ਅੰਤ ਹੈ ਸ੍ਰਿਸ਼ਟੀ ਦਾ। ਸੋਈ ਗੁਰੂ ਸਮਝਿਓ ਹਮਾਰਾ ਗੁਰੂ ਉਦੋਂ ਹੁੰਦਾ ਹੈ, ਆਦ ਅੰਤ ਨਹੀਂ, ਸ੍ਰਿਸ਼ਟੀ ਨਹੀਂ ਹੁੰਦੀ। ਜਬ ਉਦ ਕਰਖ ਕਰਾ ਕਰਤਾਰਾ, प्रजा धरत ता देह अपारा, जब आ करख करत हो कबहू, तुम में मिलत देह धर सबहू। जब देह और धरतियां तेरे च मिल जांदियां ने, तू तां हुन्ना ना, हुक्म तां तू तां हुन्ना। उदों किहड़ा युग है? अरबां खरबां साल तक जदों रचना नहीं हुंदी, ਉਹ ਸਮੇਂ ਦਾ ਨਾਂ ਕੀ ਹੈ? ਉਹ ਨਾਂ ਦੱਸੋ। ਉਹ ਪੰਜਵਾਂ ਸਮਾਂ ਹੋ ਗਿਆ, 5 ਕਾਲ ਹੋ ਗਏ, 4 ਨਾ ਰਹੇ। ਕਾਲ ਹੈ 4 ਬੰਦੇ ਨੇ, 1 ਪੁਆਇੰਟ। ਦੂਜਾ ਪੁਆਇੰਟ ਮਾਇਆ 'ਚ ਕਾਲ ਹਮੇਸ਼ਾ ਹੁੰਦੇ ਹੀ 3 ਨੇ, ਭੂਤ ਭਵਿੱਖਤ ਵਰਤਮਾਨ 3 ਕਾਲ। ਚੌਥਾ ਕਾਲ ਕਿੱਥੇ ਹੁੰਦਾ? ਚੌਥਾ ਕਾਲ ਕਿਹੜਾ ਹੁੰਦਾ ਮਾਇਆ 'ਚ? ਮਾਇਆ 'ਚ ਕਾਲ ਹੈ 3 ਨੇ। ਯੁੱਗ ਦਾ ਮਤਲਬ ਕਾਲ ਹੀ ਹੁੰਦਾ ਨਾ, ਸਮਾਂ। 3 ਕਾਲ ਹੁੰਦੇ ਨੇ, ਭੂਤ ਭਵਿੱਖਤ ਵਰਤਮਾਨ। ਚੌਥਾ ਹੁੰਦਾ ਹੀ ਨਹੀਂ। ਚੌਥਾ ਯੁੱਗ ਕੀ ਹੈ? ਚੌਥਾ ਆਦ ਸੱਚ। ਉਹਦੇ ਨਾਲ ਯੁੱਗ ਹੀ ਨਹੀਂ ਲੱਗਿਆ। ਆਦ ਵਿੱਚ ਕੀ ਹੈ? ਸੱਚ। ਯੁੱਗ ਹੈ ਹੀ ਨਹੀਂ ਉੱਥੇ, ਯੁੱਗ ਤੇ ਬਾਹਰ ਹੈ। ਯੁੱਗ ਆਦ ਸੱਚ, ਯੁੱਗ ਸ਼ੁਰੂ ਹੋ ਗਿਆ, ਮਾਇਆ ਸ਼ੁਰੂ ਹੋ ਗਈ। ਯੁੱਗ ਤਾਂ ਦੂਏ ਨੰਬਰ ਤੇ ਸ਼ੁਰੂ ਹੁੰਦਾ। ਯੁੱਗ ਆਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਯੁੱਗ 3 ਨੇ, ਚੌਥਾ ਦਾ ਆਦ ਸੱਚ ਹੈ। ਯੁੱਗ ਦੇ 3 ਪਾਰਟ ਨੇ। ਯੁੱਗ ਆਦ ਸੱਚ ਹੈ ਵੀ ਸੱਚ, ਹੁਣ ਵੀ ਸੱਚ, ਨਾਨਕ ਹੋਸੀ ਵੀ ਸੱਚ। 3 ਕਾਲ ਨੇ ਮਾਇਆ ਦੇ ਵਿੱਚ। 3 ਉਹ ਲੋਕ ਨੇ, 3 ਭਵਨ ਨੇ। 3 ਭਵਨ, 1 ਜੋਤੀ। 1 ਜੋਤੀ। ਇਹ ਜੋਤੀ 3 ਭਵਨਾਂ 'ਚ ਰਹਿੰਦੀ ਹੈ। 3 ਭਵਨਾਂ ਜਿੰਨਾ ਚਿਰ ਰਹਿੰਦੀ ਹੈ ਉਹ ਇਹਦੇ ਯੁੱਗ ਦੇ ਸਮੇਂ ਨੇ। ਗਰਭ 'ਚ ਕਿੰਨਾ ਚਿਰ ਰਹਿੰਦੀ ਹੈ? ਵੱਖਰੇ ਵੱਖਰੇ ਦਾਣੇ ਨੇ। ਦਾਣਾ ਕਿੰਨਾ, ਜਿੰਨਾ ਜਿਹੜਾ ਬੀਜ ਹੈ, ਜਿਣਸ ਹੈ, ਉਹ ਗਰਭ ਹੈ। ਤ੍ਰੇਤੇ 'ਚ ਕਿੰਨਾ ਚਿਰ ਰਹਿੰਦੀ ਹੈ? ਤ੍ਰੇਤਾ ਕੀ ਹੈ? ਜਦੋਂ ਇਹਦੇ ਕੋਲ ਸਰੀਰ ਕੋਈ ਵੀ ਨਹੀਂ ਨਾ, ਉਹ ਤ੍ਰੇਤਾ ਹੈਗਾ। ਉਹ ਤ੍ਰੇਤਾ। ਜਦੋਂ ਗਰਭ 'ਚ ਹੈ ਉਹ ਦੁਆਪਰ ਹੈ,
ਜਦੋਂ ਕਲਪਨਾ ਕਰਦਾ ਸ਼ੁਰੂ ਹੋ ਜਾਂਦੀ ਹੈ ਜਨਮ ਹੁੰਦਾ ਫਲ ਜੋ। ਇਹ ਤਿੰਨ ਯੁੱਗ ਨੇ, ਇਹਦਾ ਵਿਸਤਾਰ ਕੱਲ੍ਹ ਨੂੰ ਕਰਾਂਗੇ।